ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਫੋਕਸ ਤੇ ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ। ਹਰ ਰੋਜ਼ ਦੀ ਤਰ੍ਹਾਂ ਅਸੀਂ ਆਪਣੇ ਸਮੇਂ ਮੁਤਾਬਕ ਹਾਜ਼ਰ ਹਾਂ ਜੀ ਤੇ ਕੋਸ਼ਿਸ਼ ਹੋਈ ਹੁੰਦੀ ਆ ਕਿ ਵੀ ਜਿਹੜੀਆਂ ਖਬਰਾਂ 24 ਘੰਟਿਆਂ 'ਚ ਵਾਪਰੀਆਂ ਹੋਣ ਆਪ ਜੀ ਦੇ ਨਾਲ ਸਾਂਝੀਆਂ ਕਰ ਲਈਏ। ਇੱਕ ਤੇ ਵਾਹਵਾ ਕੰਮ ਤੁਰਿਆ ਸੀ ਕਿ ਵੀ ਚਲੋ ਕਣਕ ਆ ਭਾਵੇਂ ਜਿਵੇਂ ਦੀ ਵੀ ਆ ਝਾੜ ਘੱਟ ਆ ਸ਼ਾਇਦ ਵਿਕਦੀ ਜਾਂਦੀ ਹੈ। ਹੁਣ ਕਹਿੰਦੇ ਬ੍ਰੇਕਾਂ ਲੱਗ ਗਈਆਂ, ਉਹਦੀ ਕੀ ਕਹਾਣੀ ਆ। ਫਿਰ ਦੂਸਰੇ ਪਾਸੇ ਇਹ ਵੀ ਰੌਲਾ ਪੈ ਗਿਆ ਵੀ ਜਿਹੜੀ ਪੰਜਾਬ ਵਾਲੀ ਸਰਕਾਰ ਕਹਿੰਦੇ ਰਿਮੋਟ ਕੰਟਰੋਲ ਨਾਲ ਚੱਲਣ ਲੱਗ ਪਈ, ਉਹਦਾ ਕੀ ਚੱਕਰ ਹੈ। ਫਿਰ ਇਸ ਤੋਂ ਇਲਾਵਾ ਜਿਹੜੇ ਸਿਆਸਤ ਦੇ ਹੋਰ ਕਈ ਰੰਗ ਨੇ ਉਹਨਾਂ ਸਾਰੇ ਕੁਝ ਦਾ ਜ਼ਿਕਰ ਕਰਾਂਗੇ, ਚਾਹੇ ਉਹ ਰਾਜਪਾਲ ਸਾਹਿਬ ਦਾ ਦੌਰਾ ਹੋਵੇ, ਚਾਹੇ ਕੇਂਦਰ ਸਰਕਾਰ ਵਾਲੇ ਪਾਸਿਓਂ ਕੁਝ ਗੱਲਾਂ ਹੋਣ। ਨਾਲ ਵੀਰ ਪਰਮੀਰ ਬਾਠ ਹੋਰੀ ਹੋਰ WhatsApp ਸੇਤਾਂ ਚੜ੍ਹਦੀ ਕਲਾ ਜੀ, ਠੀਕ ਠਾਕ ਬੱਲੇ ਬੱਲੇ। ਹਾਂਜੀ, ਸਤਿ ਸ਼੍ਰੀ ਅਕਾਲ। ਨਾਲ ਸਤਿ ਸ੍ਰੀ ਅਕਾਲ। ਤੇ ਫਿਰ ਹੈ ਹੀ ਆ, ਹੁਣ ਕਾਰਨ ਇਹ ਆ ਵੀ ਕਰੀਏ ਕੀ। ਦੇਖੋ, ਜਦੋਂ ਨਾ ਚੇਤਨਾ ਤਕੜਾ ਹੋਵੇ, ਆਹ ਚਿੱਤ ਢਿੱਲਾ ਹੋਵੇ, ਖਾਸ ਤੌਰ ਦੇ ਉੱਤੇ ਇੱਕ ਚਿੱਤ ਉੱਦਾਂ ਢਿੱਲਾ ਹੁੰਦਾ ਕਿ ਢਿੱਲਾ, ਇੱਕ ਹੁੰਦਾ ਕਿ ਮੂਹਰੇ ਕੰਮ ਕੋਈ ਕਰਨਾ ਪੈਣਾ, ਇੱਕ ਹੁੰਦਾ ਤਾਂ ਢਿੱਲਾ। ਉਹ ਢਿੱਲਾ ਬਹੁਤ ਔਖਾ ਹੁੰਦਾ, ਉਹ ਠੀਕ ਹੀ ਨਹੀਂ ਹੁੰਦਾ ਜੇ ਉੱਥੇ ਕੰਮ ਨਾ ਨਿਬੜੇ। ਚਲੋ ਕੋਈ ਗੱਲ ਨਹੀਂ, ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲਣਾ, ਇਹਨੂੰ ਚੱਲਦਾ ਰਹਿਣ ਦੀ ਆਪਾਂ ਜੀ। ਬਾਕੀ ਜਿਹੜੀ ਚੀਜ਼ ਚੱਲਦੀ ਸੀਗੀ ਉਹ ਕਹਿੰਦੇ ਚਲਦੀ ਚਲਦੀ ਰੁਕ ਗਈ। ਕਿਵੇਂ? ਆਪਾਂ ਤਾਂ ਨਹੀਂ ਆਂਦੇ, ਹੁਣ ਆਪਾਂ ਤਾਂ ਉਦੋਂ ਵੀ ਜ਼ਿਕਰ ਕੀਤਾ ਸੀ ਵੀ ਇਹ ਵੀਰ ਜੀ ਜਿਹੜੀ ਹੁਣ ਇੱਕਦਮ ਗਰਮੀ ਪੈਣ ਲੱਗ ਪਈ, ਇਹਦਾ ਅਸਰ ਪੈਣਾ ਦਾਣੇ 'ਤੇ। ਉਹ ਹੁਣ ਦਾਣੇ ਵਾਲੀ ਗੱਲ ਜਿਹੜੀ ਹੈ ਕਣਕ ਦੇ ਦਾਣੇ ਵਾਲੀ, ਉਹ ਹੁਣ ਚਲਦੀ 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 ਇੱਥੇ ਆ ਗਈ ਵੀ ਕਹਿੰਦੇ ਵੀ ਆ ਕੇ ਏਜੰਸੀਆਂ ਵਾਲਿਆਂ ਨੇ ਚੈੱਕ ਕੀਤਾ, ਉਹ ਕਹਿੰਦੇ ਨਾ 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 ਓਹ ਇਹ ਤਾਂ ਕਣਕ ਹੀ ਨਹੀਂ ਹੈ ਵੀਰ ਜੀ ਜਿਹੜੀ ਅਸੀਂ ਲੈਣੀ। ਅਤੇ ਉਹ ਹੁਣ ਕਹਿੰਦੇ ਵੀ ਇਹ ਕਣਕ ਦੀ ਰਾਖੀ ਹੁਣ ਤੁਸੀਂ ਕਿਸੇ ਹੋਰ ਨੂੰ ਬਿਠਾ ਲਓ, ਅਸੀਂ ਨਾ ਜੀ ਖਰੀਦਣੀ। ਸੰਧਾਲੀਆ ਸਾਹਿਬ, ਇਹ ਵੈਸੇ ਨਾ ਬੜੀ ਅਜੀਬ ਗੱਲ ਹੈ, ਕਿਉਂਕਿ ਜਦੋਂ ਛੋਟੇ ਸੀ ਉਦੋਂ ਇੱਕੋ ਹੀ ਚਾਅ ਹੁੰਦਾ ਸੀ ਕਿ ਕਣਕ ਦੀ ਟਰਾਲੀ ਘਰੇ ਆਈ ਆ, ਜਿੰਨੀ ਕੁ ਲਾਉਣੀ ਆ ਘਰੇ ਲਾ ਲਈ, ਬਾਕੀ ਟਰਾਲੀ ਜੋੜ ਕੇ ਖੇਡਣਾ। ਅਤੇ ਜੇ ਕਿਤੇ ਉੱਪਰ ਟਰਾਲੀ ਦੇ ਵਿੱਚ ਦਾਣਿਆਂ 'ਤੇ ਬਿਠਾ ਕੇ ਮੰਡੀ ਨੂੰ ਲਾਏ, ਫਿਰ ਤਾਂ ਬੱਲੇ ਬੱਲੇ ਹੋ ਗਈ ਨਾ। ਫੇਰ ਨਹੀਂ, ਫੇਰ ਤਾਂ ਹੁੰਦਾ ਕਿ ਹੁਣ ਦੁਨੀਆ ਜਿੱਤ ਲਈ ਆ ਭਾਈ, ਹੁਣ ਦਿੱਲੀ ਦੇ ਉੱਤੇ ਕਬਜ਼ਾ ਹੋ ਗਿਆ। ਪਰ ਹੌਲੀ ਹੌਲੀ ਬਾਅਦ ਵਿੱਚ ਪਤਾ ਲੱਗਣ ਲੱਗਾ ਕਿ ਨਹੀਂ ਭਾਈ, ਇਹ ਕਣਕ ਵੀ ਜਿਹੜੀ ਆ ਨਾ, ਇੱਦਾਂ ਨਹੀਂ ਕਿ ਆ ਕਣਕ ਆ, ਇਹਦੇ ਦਾਣੇ ਦੀ ਮੋਟਾਈ ਕਿੰਨੀ ਹੋਵੇ, ਇਹਦੀ ਲੰਬਾਈ ਕਿੰਨੀ ਹੋਵੇ, ਇਹਦੀ ਗਿੱਲੀ ਕਿੰਨੀ ਹੋਵੇ, ਕਣਕ ਸੁੱਕੀ ਕਿੰਨੀ ਹੋਵੇ, ਇਹਦਾ ਰੰਗ ਕਿਹੜਾ ਹੋਵੇ। ਹੁਣ ਕਈ ਵਾਰੀ ਇਹ ਸੋਚ ਦੇ ਵਿੱਚ ਆਉਂਦਾ ਕਿ ਭਾਈ ਕਿਸਾਨ ਨੇ ਖੇਤ ਵਾਹ ਲਿਆ, ਜਿਹੜਾ ਬੀਜ ਰეკਮੈਂਡ ਕੀਤਾ ਉਹ ਖਰੀਦਿਆ, ਉਹ ਉੱਥੇ ਬੀਜਿਆ, ਉਹਨੂੰ ਖਾਦ ਪਾਈ, ਉਹਨੂੰ ਦਵਾਈ ਪਾਈ, ਉਹਨੂੰ ਪਾਣੀ ਲਾਇਆ, ਉਹਨੂੰ ਵੇਲੇ ਸਿਰ ਫਿਰ ਸਾਰਾ ਕੁਛ ਕੀਤਾ, ਉਹਦੀਆਂ ਵੱਟਾਂ ਬੁੱਟਾਂ ਸਾਫ਼ ਕੀਤੀਆਂ, ਜੋ ਕੁਛ ਕਰ ਸਕਦੇ ਆ। ਉਹਦੇ ਤੋਂ ਬਾਅਦ ਜੇ ਹੁਣ ਠੰਡ ਬਹੁਤੀ ਹੋ ਜਾਵੇ, ਜਾਂ ਮੀਂਹ ਆ ਜਾਵੇ, ਜਾਂ ਗਰਮੀ ਜਿੱਦਾਂ ਐਤਕੀ ਪਈ ਆ ਉਹ ਪੈ ਜਾਵੇ, ਹੁਣ ਇਹ ਕਿਸਾਨ ਕੀ ਕਰ ਲਵੇ, ਜਾਣੀ ਉੱਪਰਲੇ ਪਾਸੇ ਤਰਪਾਲ ਲੈ ਕੇ ਖੇਤ 'ਚ ਬਹਿ ਜਾਵੇ ਕਿ ਭਾਈ ਇੱਥੇ ਮੀਂਹ ਨਾ ਪਵੇ, ਇੱਥੇ ਗਰਮੀ ਨਾ ਪਵੇ। ਹੁਣ ਕਣਕ ਨੂੰ AC ਲਾ ਦੇਵੇ, ਜਾਣੀ ਜੇ ਕਣਕ ਦੀ ਖਰੀਦ ਦੇ ਵਿੱਚ ਵਿਘਨ ਪਿਆ, ਜੇ ਪੈਸੇ ਘੱਟ ਮਿਲਣਗੇ, ਭਾਅ ਘੱਟ ਮਿਲੂਗਾ, ਤੇ ਉਹਦਾ ਸਿੱਧਾ ਨੁਕਸਾਨ ਕਿਸਾਨ ਨੂੰ ਹੈ, ਗਲਤੀ ਉਹਦੀ ਕੋਈ ਨਹੀਂ। ਤੇ ਅੱਜ ਤੱਕ ਸਰਕਾਰ ਭਾਵੇਂ ਕੋਈ ਵੀ ਹੋਵੇ, ਇਹੀ ਸਮਝ ਦੇ ਵਿੱਚ ਨਹੀਂ ਆਈ ਕਿ ਭਾਈ ਜੇ ਗਲਤੀ ਇਹਨਾਂ ਦੀ ਕੋਈ ਨਹੀਂ, ਲੋਕਤੰਤਰ ਹੈ, ਡੈਮੋਕ੍ਰੇਸੀ ਹੈ, ਉਹਨਾਂ ਨੇ ਕਿਹੜਾ ਦਾਣਿਆਂ ਨੂੰ ਫੂਕਾਂ ਮਾਰ ਮਾਰ ਕੇ ਛੋਟੇ ਕਰ ਦਿੱਤਾ, ਜਾਂ ਦਾਣਿਆਂ ਦੇ ਉੱਤੇ ਆਪ ਪਾਣੀ ਛਿੜਕ ਕੇ ਗਿੱਲਾ ਕਰ ਦਿੱਤਾ, ਜਾਂ ਉਹਦਾ ਰੰਗ ਬਦਰੰਗ ਕਰ ਦਿੱਤਾ। ਕਿਸਾਨ ਦੀ ਗਲਤੀ ਕੋਈ ਨਹੀਂ, ਪਰ ਹੁਣ ਸਭ ਤੋਂ ਵੱਡਾ ਨੁਕਸਾਨ ਕਿਸਾਨ ਨੂੰ ਹੋਣਾ ਹੈ। ਬਸ ਰੌਲਾ ਤਾਂ ਇਹੋ ਹੀ ਹੈ ਨਾ ਵੀ ਖੇਤੀ ਦੇ ਨਾਲ ਕਰਮ ਜੁੜੇ ਆ ਜੀ, ਵੀ ਖੇਤੀ ਕਰਮਾਂ ਸੇਤੀ। ਹੁਣ ਗੱਲ ਇਹ ਆ ਕਿ ਵੀ ਜੇ ਤੇ ਸਰਵਾਈ ਰਹਿ ਜੇ ਫੇਰ ਕਹਿੰਦੇ ਕੁੰਗੀ ਤੇਲਾ ਮਾਰ ਗਿਆ, ਤੇ ਜੇ ਆ ਜਿੱਦਾਂ ਹੁਣ ਲੋੜੋਂ ਪਹਿਲਾਂ ਗਰਮੀ ਪੈਣ ਲੱਗ ਪਈ, ਫਿਰ ਕਹਿੰਦੇ ਹੁਣ ਨਾ ਦਾਣਾ ਕਮਜ਼ੋਰ ਆ। ਹੁਣ ਬੰਦਾ ਪੁੱਛੇ ਵੀ ਜਿਹੜਾ ਬੰਦਾ ਉੱਪਰੋਂ ਬੈਠਾ ਉਹਨੇ ਹੋ ਸਕਦਾ ਵੀ ਹੁਕਮ ਕੱਢਦਾ ਵੀ ਨੋ ਨੋ ਨੋ, ਇਹ ਦਿਸ ਇਜ਼ ਨਾਟ ਐਕਸੈਪਟੇਬਲ, ਉਹਨੇ ਤਾਂ ਅੰਗਰੇਜ਼ੀ ਦੀਆਂ 2 ਲਾਈਨਾਂ ਬੋਲਤੀਆਂ। ਮੁਸ਼ਕਿਲ ਇਹ ਆ ਵੀ ਹੁਣ ਜਿਹੜਾ ਬੰਦਾ ਵਿਚਾਰਾ ਉੱਥੇ ਕਣਕ ਦੀ ਭਰੀ ਥੱਲੇ ਆਇਆ, ਤੇ ਜਿਹਨੂੰ ਇਹ ਆ ਵੀ ਥੱਲਿਓਂ ਐਡੇ ਐਡੇ ਉਹ ਮੁੱਢ ਵੱਜਣੇ ਆ, ਪਤਾ ਨਹੀਂ ਕਿਸੇ ਵੇਲੇ ਜੁੱਤੀ ਵੇਚਦੀ ਵੀ ਲੰਘ ਜਾਂਦਾ ਹੁੰਦਾ ਉਹ। ਅਤੇ ਧੁੱਪ ਜਿਹੜੀ ਇਸ ਵਕਤ ਸਿਰੇ ਦੀ ਹੈ, ਇੱਕ ਪਾਸੇ ਤਾਂ ਕਹਿੰਦੇ ਪਤਾ ਨਹੀਂ ਕਿਹੜਾ ਔਰੇਂਜ ਬਣਾ ਦਿੱਤਾ ਜੀ ਇਹ ਪੰਜਾਬ ਦੇ ਵਿੱਚ, ਅਲਰਟ ਕਰ ਦਿੱਤਾ ਜਾਰੀ, ਇੰਨੀ ਗਰਮੀ ਆ। ਹੁਣ ਉਹਦੇ 'ਚ ਬੰਦਾ ਇਹ ਆਖੇ ਵੀ ਹਾਂਜੀ ਕਣਕ ਦਾ ਦਾਣਾ ਪਤਲਾ ਰਹਿ ਗਿਆ, ਤੇ ਹੁਣ ਉਹ ਇਕੱਲੇ ਇਕੱਲੇ ਦਾਣੇ ਨੂੰ ਕੋਈ ਤਾਕਤ ਦਾ ਟੀਕਾ ਲਵਾਵੇ ਕਿਸਾਨ ਵੀ ਹਾਂ ਮੈਂ ਕਾਇਮ ਕਰਕੇ ਲੈ ਕੇ ਜਾਵਾਂ ਮੰਡੀ 'ਚ ਫੇਰ ਖਰੀਦ ਲਿਓ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਭ ਦੇਖਣਾ ਇਹ, ਕਿਉਂਕਿ ਜਦੋਂ ਕਣਕ ਦੀ ਖਰੀਦ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਵੇਲੇ ਸਿਰ ਹੋਊ, ਪੈਸੇ ਮਿਲਣਗੇ, ਲਿਫਟਿੰਗ ਵੀ ਹੋਊ, ਬਾਰਦਾਨਾ ਆ ਗਿਆ, ਖੁਸ਼ੀ ਜ਼ਿਆਦਕੀ ਕਿ ਚਲੋ ਕੇਂਦਰ ਦਾ ਵੀ ਧੰਨਵਾਦ, ਚਾਹੇ ਕਿਸੇ ਕਾਰਨ ਕਰਕੇ ਸੇ ਬੋਰੀਆਂ ਆ ਗਈਆਂ, ਉਹਦੇ ਵਿੱਚ ਕਣਕ ਭਰ ਜੂ। ਫਿਰ ਇੱਕ ਵਾਰੀ ਆ ਗਿਆ ਸੀ ਕਿ ਸ਼ਾਇਦ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਲਿਫਟਿੰਗ ਲਈ ਵਰਤ ਲੈਣੇ ਆ। ਫੈਸਲਾ ਹੋਇਆ ਨਹੀਂ ਮੇਰਾ ਖਿਆਲ, ਪਰ ਚਰਚਾ ਚੱਲੀ ਸੀ। ਐਂ ਸੀ ਕਿ ਕਣਕ ਤਾਂ ਵਿਕ ਗਈ, ਅਚਾਨਕ ਗਰਮੀ ਪੈਂਦੀ ਹੈ, ਕਿਉਂਕਿ ਜਦੋਂ ਤੱਕ ਕਣਕ ਖੇਤ ਦੇ ਵਿੱਚ ਹੁੰਦੀ ਹੈ ਉਦੋਂ ਤੱਕ ਨਹੀਂ ਪਤਾ ਹੁੰਦਾ ਦਾਣਾ ਬਦਰੰਗ ਹੈ ਕਿ ਨਹੀਂ, ਦਾਣੇ ਛੋਟੇ ਹੈ ਕਿ ਨਹੀਂ। ਹੁਣ ਕਿਸਾਨ ਕਿਹੜਾ ਇੰਚੀ ਟੇਪ ਲੈ ਕੇ ਉੱਥੇ ਰੋਜ਼ ਬੈਠਾ ਹੁੰਦਾ ਕਿ ਬਾਈ ਥੋੜ੍ਹਾ ਜਿਹਾ ਹੋਰ ਵਧ ਜਾ, ਬਹੁਤਾ ਨਾ ਵਧੀ, ਹੁਣ ਫਿਰ ਤੈਨੂੰ ਖਰੀਦਣਾ ਨਹੀਂ। ਉਹ ਤਾਂ ਜਦੋਂ ਕੰਬਾਈਨ ਲੱਗੀ, ਦਾਣੇ ਜਿਹੜੇ ਟਰਾਲੀ 'ਚ ਆਏ,
ਉਦੋਂ ਹੀ ਉਹਨੂੰ ਪਤਾ ਲੱਗਾ ਕਿ ਦਾਣੇ ਛੋਟੇ ਨੇ। ਹੁਣ FCI ਜਿਹੜੀ ਕਿ ਕੇਂਦਰ ਸਰਕਾਰ ਦੀ ਏਜੰਸੀ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਉਹਨਾਂ ਨੇ ਕਹਿਤਾ ਕਿ ਭਾਈ ਇਹ ਤਾਂ ਦਾਣੇ ਹੀ ਛੋਟੇ ਨੇ, ਇਹਨਾਂ ਦਾ ਆਕਾਰ, ਇਹਨਾਂ ਦਾ ਸਾਈਜ਼ ਛੋਟਾ ਹੈ, ਇਸ ਕਰਕੇ ਇਹ ਕਣਕ ਤਾਂ ਨਹੀਂ ਖਰੀਦੀ ਜਾ ਸਕਦੀ, ਕਿਉਂਕਿ ਪਤਾ ਲੱਗਾ ਸੀ ਕਿ ਸ਼ਾਇਦ 6% ਤੱਕ ਹੈ। ਉਹਨਾਂ ਨੇ ਜਿਹੜਾ ਆਪਣਾ ਮੇਜਰਮੈਂਟ ਵਾਲਾ ਹਿਸਾਬ ਕਿਤਾਬ ਰੱਖਿਆ। ਪਰ ਜਿਹੜੀ ਕਣਕ ਮੰਡੀਆਂ ਦੇ ਵਿੱਚ ਜਾ ਰਹੀ ਹੈ 8 ਤੋਂ 20% ਤੱਕ ਸੁੰਗੜੀ ਹੋਈ ਹੈ, ਉਹਦਾ ਦਾਣਾ ਛੋਟਾ ਹੈ। ਇਸ ਕਰਕੇ ਅਗਲਿਆਂ ਨੇ ਕਹਿ ਦਿੱਤਾ ਕਿ ਭਾਈ ਜਿਹੜੀ, ਕਿਉਂਕਿ ਪੰਜਾਬ ਦੀਆਂ ਖਰੀਦ ਏਜੰਸੀਆਂ FCI ਦੇ ਲਈ ਖਰੀਦੀਆਂ, ਉਹ ਕਹਿੰਦੇ ਜਿਹੜੀ ਖਰੀਦੀ ਵੀ ਹੈ ਅਜੇ ਉਹਦੀ ਲਿਫਟਿੰਗ ਨਹੀਂ ਕਰਨੀ। ਪੰਜਾਬ ਦੀਆਂ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਨੇ ਹੱਥ ਖੜੇ ਕਰ ਦਿੱਤੇ। ਉਹ ਕਹਿੰਦੇ ਸਾਡੇ ਸਿਰ ਨਾ ਪੈ ਜਾਵੇ, ਅਸੀਂ ਮੰਡੀ 'ਚੋਂ ਖਰੀਦ ਲਈ, ਤੁਹਾਡੇ ਲਈ ਖਰੀਦੀ ਹੈ, ਤੁਸੀਂ ਚੱਕੋ ਨਾ, ਉਹ ਕਿਤੇ ਵਾਧਾ ਘਾਟਾ ਸਾਡੇ ਗੱਲ ਨਾ ਪੈ ਜਾਵੇ। ਉਹਨਾਂ ਨੇ ਵੀ ਅੱਜ ਤੋਂ ਹੱਥ ਖੜੇ ਕਰ ਦਿੱਤੇ ਕਿ ਭਾਈ ਦਾਣੇ ਛੋਟੇ ਅਸੀਂ ਥੋੜੀ ਕੀਤੇ ਆ ਭੂਕਾ ਮਾਰ ਮਾਰ ਕੇ, ਜਾਂ ਅਸੀਂ ਉੱਥੇ ਕਿਸਾਨ ਨੂੰ ਕਿਹਾ ਸੀ ਕਿ ਦਾਣੇ ਛੋਟੇ ਲੈ ਕੇ ਆਇਆ ਤਾਂ ਹੁਣ ਤੁਸੀਂ ਸਾਡੇ ਗੱਲ ਪਾਈ ਜਾਂਦੇ। ਜਾਣੀ ਕਿ ਕਿਸਾਨ ਜਿਹਦੇ ਮਨ ਦੇ ਵਿੱਚ ਲਗਾਤਾਰ ਇਹ ਆ ਰਿਹਾ ਸੀ ਕਿ ਭਾਈ ਐਤਕੀ ਕਣਕ ਵਿਕ ਜਾ, ਮੁੜ ਕੇ ਝੋਨੇ ਵਾਲਾ ਪ੍ਰਬੰਧ ਕਰੀਏ ਤੇ 4 ਪੈਸੇ ਸ਼ਾਇਦ ਬਚ ਜਾਣਗੇ, ਉਹਨੂੰ ਹੁਣ ਲਾਗਤ ਵੀ ਮੁੜ ਜਾਏ, ਇਸ ਗੱਲ ਦੇ ਸੰਸੇ ਪਏ ਹੋਏ ਆ। ਬਾਕੀ ਪੰਜਾਬ ਸਰਕਾਰ ਨੇ ਬੇਨਤੀ ਕੀਤੀ ਕੇਂਦਰ ਨੂੰ ਕਿ ਭਾਈ ਗਲਤੀ ਨਾ ਸਾਡੀ ਆ ਨਾ ਕਿਸਾਨ ਦੀ ਆ, ਮੌਸਮੀ ਤਬਦੀਲੀ ਹੈ। ਤੇ ਅੱਜ ਕੇਂਦਰ ਸਰਕਾਰ ਦੀਆਂ ਟੀਮਾਂ ਆ ਰਹੀਆਂ, 15 ਜ਼ਿਲ੍ਹਿਆਂ 'ਚ ਜਾਣਗੀਆਂ, ਕਣਕ ਦੀ ਮੰਡੀਆਂ ਦੇ ਵਿੱਚ ਚੈਕਿੰਗ ਕਰਨਗੀਆਂ ਕਿ ਕਣਕ ਕਿੱਦਾਂ ਦੀ ਆ ਰਹੀ ਹੈ। ਹੋ ਸਕਦਾ ਅਸੀਂ ਕਹਿੰਦੇ ਆ ਕਿ ਨਜ਼ਰ ਸਵੱਲੀ ਹੋਵੇ ਭਾਈ ਕੇਂਦਰ ਵਾਲਿਆਂ ਦੀ, ਅੱਜ ਥੋੜੀ ਜਿਹੀ ਢਿੱਲ ਦੇ ਦੇਣ, ਕਿਉਂਕਿ ਕਿਸਾਨ ਹੀ ਢਿੱਡ ਭਰਦਾ। ਇਹੀ ਕਣਕ ਹੈ ਨਾ, ਜੇ ਸਾਈਜ਼ ਪੂਰਾ ਹੁੰਦਾ ਤੁਸੀਂ ਵਿਦੇਸ਼ਾਂ ਨੂੰ ਭੇਜਣੀ ਸੀ, 4 ਪੈਸੇ ਕਮਾਉਣੇ ਸੀ। ਇਹੀ ਕਣਕ ਹੈ ਨਾ ਖੇਤਾਂ ਦੇ ਵਿੱਚੋਂ, ਜਿਹਦੇ ਆਧਾਰ ਦੇ ਉੱਤੇ ਫਿਰ ਅਨਾਜ ਯੋਜਨਾ ਦੇ ਤਹਿਤ ਲੋਕਾਂ ਦੇ ਘਰਾਂ ਦੇ ਵਿੱਚ ਆਪਾਂ ਸਸਤਾ ਆਟਾ ਜਾਂ ਸਸਤੀ ਕਣਕ ਪਹੁੰਚਾਉਂਦੇ ਆ ਤੇ ਮੁੜ ਕੇ ਵੋਟਾਂ ਜਿਹੜੀਆਂ ਨੇ ਉਹ ਖਰੀਆਂ ਕਰਦੇ ਆ। ਹੁਣ ਭਾਈ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ, ਇਸ ਕਰਕੇ ਕਣਕ ਖਰੀਦਣੀ ਤਾਂ ਚਾਹੀਦੀ ਹੈ। ਉਮੀਦ ਕਰਦੇ ਆ ਕਿ ਕੇਂਦਰ ਦੀ ਸਰਕਾਰ ਢਿੱਲ ਦਊਗੀ ਜ਼ਰੂਰ। 2 ਕਾਰਨ ਹੋ ਸਕਦੇ ਆ, 2 ਤਰੀਕੇ। ਇੱਕ ਤੇ ਇਹ ਆ ਵੀ ਉਹ ਥੋੜਾ ਜਿਹਾ ਇਹ ਕਹਿ ਦੇਣ ਵੀ ਇੰਨੇ % ਤੱਕ ਜੀ ਉਹਦੇ 'ਚ ਦਾਣਾ ਕਮਜ਼ੋਰ ਹੈ ਤੇ ਖਰੀਦ ਲਓ। ਦੂਜੀ ਗੱਲ ਇਹ ਕਰਦੇ ਹੁੰਦੇ ਆ ਜੀ ਓਕੇ ਜੀ ਫਿਰ ਇਹ ਨਾ ਜੀ ਥੋੜੀ ਜਿਹੀ ਕਾਟ ਲਾਵਾਂਗੇ ਅਸੀਂ ਵੀ ਇਹ ਇੰਨੀ ਭਰਤੀ ਹੈ, ਇੰਨੀ ਭਰਤੀ ਦੇ ਵਿੱਚ ਇੰਨੀ ਕਾਟ ਦੇ ਹਿਸਾਬ ਨਾਲ ਮੰਨਿਆ ਜਾਊਗਾ ਵੀ ਇੰਨੇ ਕੁ ਦਾਣੇ ਕਮਜ਼ੋਰ ਸੀਗੇ, ਉਹਦੀ ਅਸੀਂ ਕਾਟ ਲਾ ਦਿੰਦੇ। ਪਰ ਗੱਲ ਉਹ ਤੁਹਾਡੀ ਸਹੀ ਹੈ ਵੀ ਜੇ ਮੰਨ ਲਓ ਜੇ ਚੰਦ ਦਿਨ ਪਹਿਲਾਂ ਤੱਕ ਪੰਜਾਬ ਦੇ ਇੱਕ ਵੱਡੇ ਲੀਡਰ ਸਾਹਿਬ ਟਵੀਟ ਕਰਕੇ ਦੱਸਦੇ ਆ ਵੀ 3500 ਨੂੰ ਕਣਕ ਹੈ ਤੇ ਆਪਾਂ 2000 ਰੇਟ ਰੱਖੀ ਬੈਠੇ ਆ, ਉਹ ਹੁਣ 1500 ਦਾ ਫਰਕ ਹੈ। ਹੁਣ ਜਿਹੜੀ ਚੀਜ਼ ਦਾ ਪਤਾ ਵੀ ਭਾਈ ਸਾਹਿਬ ਇਹ 1500 ਮਹਿੰਗੀ ਹੋ ਕੇ ਗਾਂਹ ਵਿਕਣੀ ਹੈ, ਜੇ ਮੰਨ ਲਓ ਵੀ ਉਹਦੇ ਵਿੱਚ ਦਾਣਾ ਇਹਨਾਂ ਨੂੰ ਕਮਜ਼ੋਰ ਵੀ ਲੱਗਦਾ, ਕੱਲ੍ਹ ਨੂੰ ਇੱਕ ਹੋਰ ਛਾਣ ਨਾਲ ਲਾ ਕੇ ਉਹਦੇ ਵਿੱਚੋਂ ਦਾਣੇ ਕਮਜ਼ੋਰ ਕੱਢ ਵੀ ਦਿੱਤੇ ਜਾਣ, ਤਾਂ ਵੀ ਮੈਨੂੰ ਲੱਗਦਾ ਵੀ ਉਹ ਤਾਂ ਸਸਤੀ ਪੈਣ ਡਈ ਇਸ ਹਿਸਾਬ ਨਾਲ। ਪਰ ਫਿਰ ਵੀ ਜੇ ਇਹਦੇ ਵਿੱਚ ਬ੍ਰੇਕਾਂ ਲਾਈਆਂ ਗਈਆਂ, ਉਹਦੇ ਵਿੱਚ ਕੋਈ ਅਸੀਂ ਨਹੀਂ ਆਂਦੇ ਸਿਆਸਤ ਆ, ਪਰ ਜੇ ਹੈਗੀ ਆ ਤੇ ਉਹ ਵੀ ਚੈੱਕ ਕਰ ਲਈ ਜਾਵੇ। ਤੇ ਜੇ ਇਸ ਵਕਤ ਥੋੜ੍ਹਾ ਜਿਹਾ ਫਰਾਖਦਿਲੀ ਦੇ ਨਾਲ ਸੋਚਣ ਦੀ ਲੋੜ ਆ ਤੇ ਉਹ ਕੰਮ ਹੀ ਕਰ ਲਵੇ, ਜ਼ਿਆਦਾ ਵਧੀਆ। ਇੱਕ ਮੈਂ ਬਿਆਨ ਛੋਟਾ ਜਿਹਾ ਪੜ੍ਹ ਰਿਹਾ ਸੀ ਗੁਜਰਾਤ ਦੇ ਵਿੱਚ ਕਿਸੇ ਮੀਟਿੰਗ ਦੇ ਦੌਰਾਨ, ਪ੍ਰਧਾਨ ਮੰਤਰੀ ਸਾਹਿਬ ਨੇ ਦਿੱਤਾ, ਵਧੀਆ ਗੱਲ। ਉਹ ਕਹਿੰਦੇ ਵੀ ਦੇਖੋ ਕਾਰਨ ਇਹ ਆ ਵੀ ਅਸੀਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਅਨਾਜ ਆ ਉਹ ਦੇਣ ਨੂੰ ਤਿਆਰ ਆ, ਪਰ ਸ਼ਾਇਦ ਉਹੀ ਜਿਹੜਾ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਾਲੇ ਸਮਝੌਤੇ ਦੀਆਂ ਗੱਲਾਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਵੀ ਕਰਦੀਆਂ ਰਹੀਆਂ, ਬੜੀ ਦੇਰ ਤੋਂ ਉਹ ਗਲ ਪਿਆ। ਸ਼ਾਇਦ ਉਹਦੇ ਵਿੱਚ ਕੁਛ ਇੱਕ ਮੱਦਾਂ ਨੇ ਜਿਹਦਾ ਕਰਕੇ ਉਹ ਜਿਹੜੀਆਂ ਰੋਕਾਂ ਨੇ ਲੱਗੀਆਂ। ਆਸ ਉਹ ਕਹਿੰਦੇ ਵੀ ਅਸੀਂ ਕਰਦੇ ਹਾਂ ਵੀ ਸਾਨੂੰ ਹੁਣ ਦੁਬਾਰਾ ਛੋਟ ਦਿੱਤੀ ਜਾਵੇ, ਕਿਉਂਕਿ ਪਹਿਲਾਂ ਤਾਂ ਇਹ ਸੀ ਨਾ ਵੀ ਅਸੀਂ ਜਾਂ ਸਾਡੇ ਕਿਸਾਨਾਂ ਨੇ ਆਪਣੇ ਮੁਲਕ ਦੇ ਲੋਕਾਂ ਦਾ ਢਿੱਡ ਭਰਨਾ ਜੀ। ਉਹ ਕਹਿੰਦੇ ਵੀ ਜਿਵੇਂ ਹੁਣ ਸਾਨੂੰ ਲੱਗਦਾ ਵੀ ਸਾਡਾ ਕਿਸਾਨ ਹੁਣ ਵਪਾਰ ਕਰਨ ਜੋਗੀ ਵੀ ਫਸਲ ਪੈਦਾ ਕਰਨ ਲੱਗ ਪਿਆ, ਇਸ ਕਰਕੇ ਜੇ ਸਾਨੂੰ ਉਹ ਖੁੱਲ੍ਹਾ ਮਿਲ ਜਾਣ ਤੇ ਅਸੀਂ ਉਹ ਕੰਮ ਕਰ ਸਕਦੇ। ਮੈਂ ਨਾ ਵੀ ਜੇ ਪ੍ਰਧਾਨ ਮੰਤਰੀ ਸਾਹਿਬ ਦੇ ਧਿਆਨ 'ਚ ਇਹ ਗੱਲ ਕੱਲ੍ਹ ਨੂੰ ਉਹ ਖੁੱਲ੍ਹਾਂ ਮਿਲਦੀਆਂ ਜਾਂ ਕਹਿ ਲਓ ਕਿ ਖੁੱਲ੍ਹਾਂ ਲੈਣ ਦੇ ਲਈ ਚਾਰਾਜੋਈ ਕੀਤੀ ਜਾਂਦੀ ਆ, ਹੌਲੀ ਹੌਲੀ ਢਿੱਲ ਮਿਲਦੀ ਆ, ਕੰਮ ਤੁਰ ਪਏ, ਤੇ ਸ਼ਾਇਦ ਹੋ ਸਕਦਾ ਜਿਹੜੀ ਕਣਕ ਅੱਜ ਆਪਾਂ ਨੂੰ ਜਾਪਦੀ ਹੈ ਵੀ ਨਹੀਂ ਇਹ ਥੋੜੀ ਕਮਜ਼ੋਰ ਹੀ, ਉਹ ਥੋੜੀ ਖੱਟੀ, ਉਹ ਥੋੜੀ ਕਾਲੀ, ਉਹ ਕੱਲ੍ਹ ਨੂੰ ਆਇਆ ਤੁਸੀਂ ਲੈ ਆਓ ਫਟਾਫਟ ਗੁਰੂ, ਅਗਲੇ ਤੇ ਡੀਕਣ ਡਿਆ। ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਠੀਕ ਹੈ। ਉਮੀਦ ਕਰਦੇ ਹਾਂ ਕਿ ਸਾਰਾ ਕੁਝ ਦਰੁਸਤ ਹੋ ਜਾਏ, ਕਿਉਂਕਿ ਗਲਤੀ ਕਿਸੇ ਦੀ ਨਹੀਂ। ਗਲੋਬਲ ਵਾਰਮਿੰਗ ਹੋ ਰਹੀ ਹੈ, ਲਗਾਤਾਰ ਵੱਧ ਰਹੀ ਹੈ, ਉਹਦੇ ਕਰਕੇ ਮੌਸਮੀ ਤਬਦੀਲੀ ਆਉਣ ਵਾਲੇ ਸਮੇਂ 'ਚ ਹੋਰ ਵੀ ਬਹੁਤ ਨੁਕਸਾਨ ਹੋਣਗੇ, ਪਰ ਉੱਥੇ ਗਲਤੀ ਕਿਸੇ ਦੀ ਨਹੀਂ। ਕੁਦਰਤੀ ਕਰੋਪੀ ਹੈ ਨਾ, ਤੇ ਕੁਦਰਤੀ ਕਰੋਪੀ ਤੋਂ ਤਾਂ ਕਿਸਾਨ ਨੂੰ ਬਚਾਉਣਾ ਹੀ ਚਾਹੀਦਾ। ਵੈਸੇ ਵੀ ਜਦੋਂ ਬਾਰ-ਬਾਰ ਹੁਣ ਨੀਤੀ ਆਯੋਗ ਦੇ ਮੈਂਬਰ ਡਾਕਟਰ ਰਮੇਸ਼ ਚੰਦ ਹੋਰਾਂ ਨੇ ਪਿਛਲੇ ਦਿਨੀ ਕਿਹਾ ਸੀ ਕਿ ਵੱਡੇ ਸੁਧਾਰਾਂ ਦੀ ਲੋੜ ਹੈ। ਦੇਖੋ ਫਸਲ ਜਿਹੜੀ ਮਰਜ਼ੀ ਹੋਵੇ, ਕਾਨੂੰਨ ਭਾਵੇਂ ਜਿਹੜੇ ਮਰਜ਼ੀ ਹੋਣ, ਕੁਦਰਤ ਦੇ ਉੱਤੇ ਕਾਨੂੰਨ ਲਾਗੂ ਨਹੀਂ ਹੁੰਦਾ। ਕੁਦਰਤ ਤਾਂ ਆਪਣੇ ਹਿਸਾਬ ਦੇ ਨਾਲ ਚੱਲਦੀ ਹੈ। ਉਦੋਂ ਵੀ ਜੇ ਦਾਣੇ ਛੋਟੇ ਹੋਏ, ਬਦਰੰਗ ਹੋਏ ਜਾਂ ਨਮੀ ਦੀ ਮਾਤਰਾ ਬਹੁਤੀ ਹੋਈ, ਅਗਲੇ ਮੀਂਹ ਪੈ ਜਾਵੇ, ਕੋਈ ਪਤਾ ਥੋੜ੍ਹੀ ਆ, ਤਾਂ ਉਹਦਾ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ, ਕਿਉਂਕਿ ਦੇਸ਼ ਦੇ ਲੋਕ ਸਭ ਤੋਂ ਉੱਪਰ ਨੇ ਕਿ ਉਹਨਾਂ ਨੂੰ ਆਪਾਂ ਜਿਉਂਦੇ ਕਿੱਦਾਂ ਰੱਖਣਾ। ਕਰਜ਼ਾ ਚੜਿਆ ਹੋਇਆ, ਕਿਸਾਨ ਸੁਸਾਈਡ ਕਰਦੇ ਹੁੰਦੇ ਆ, ਤੇ ਜੇ ਆਹ ਹਾਲਾਤ, ਕਿਉਂਕਿ ਕਣਕ ਤੋਂ ਹੀ ਆਸਾਂ ਹੁੰਦੀਆਂ। ਹੁਣ ਵੈਸੇ ਇੱਕ ਗੱਲ ਹੋਰ ਵੀ ਆ ਨਾ, ਮੰਡੀ ਦੇ ਵਿੱਚੋਂ ਸਰਕਾਰ ਤਾਂ ਅਨਾਜ ਦੇ ਉੱਤੇ ਮੀਨ ਮੇਖ ਕਰ ਸਕਦੀ ਹੈ ਕਿ ਭਾਈ ਇਹ ਦਾਣਾ ਛੋਟਾ ਹੀ, ਉਹੀ ਕਣਕ ਕਿਸਾਨਾਂ ਨੇ ਆਪਣੇ ਘਰੇ ਰੱਖਣੀ ਆ। ਉਹਨਾਂ ਨੇ ਮੱਧ ਪ੍ਰਦੇਸ਼ ਚੋਂ ਖਰੀਦ ਕੇ ਨਹੀਂ ਲਿਆਉਣੀ, ਉਹਨਾਂ ਨੇ ਦੁਬਈ ਤੋਂ ਨਹੀਂ ਮੰਗਵਾਉਣੀ,
ਉਹਨਾਂ ਨੇ ਯੂਕਰੇਨ ਵਾਲਿਆਂ ਨੂੰ ਆਰਡਰ ਨਹੀਂ ਕਰਨਾ ਕਿ ਭਾਈ ਕਣਕ ਦਾ ਦਾਣਾ ਤਾਂ ਛੋਟਾ ਸੀ, ਇਸ ਕਰਕੇ ਅਸੀਂ ਆਪਣੀ ਕਣਕ ਤਾਂ ਮੰਡੀ ਦੇ ਵਿੱਚ ਵੇਚ ਦਿੱਤੀ ਹੈ, ਪਰ ਆਪਣੇ ਖਾਣ ਦੇ ਲਈ ਅਸੀਂ ਵਧੀਆ ਕਣਕ ਲਿਆਉਣੀ ਹੈ। ਇੱਦਾਂ ਕੁਝ ਨਹੀਂ ਹੁੰਦਾ, ਉਹਨਾਂ ਨੇ ਵੀ ਉਹੀ ਖਾਣੀ ਹੈ ਜਿਹੜਾ ਅੰਨਦਾਤਾ ਹੈ। ਇਸ ਕਰਕੇ ਥੋੜਾ ਜਿਹਾ ਸੁਹਿਰਦਤਾ ਪੂਰਵਕ ਵਿਚਾਰ ਕਰਨਾ ਚਾਹੀਦਾ। ਕਿਸਾਨਾਂ ਦੇ ਮਨ 'ਚ ਵੀ ਆਊਗਾ ਕਿ ਨਹੀਂ ਭਾਈ ਸਰਕਾਰਾਂ ਵਧੀਆਂ ਨੇ। ਇੱਕ ਗੱਲ ਹੋਰ, ਦੋਹਰਾ ਘਾਟਾ ਸੰਧਾਲੀਆ ਸਾਹਿਬ ਇਹ ਨਹੀਂ ਹੈ ਕਿ ਜੇ ਇੱਕ ਖੇਤ ਦੇ ਵਿੱਚੋਂ ਮੰਨ ਲਓ ਕਿ 20 ਕੁਇੰਟਲ ਕਣਕ ਨਿਕਲਣੀ ਸੀ, ਮੰਨ ਲਓ ਕਿ ਦਾਣੇ ਛੋਟੇ ਹੋ ਗਏ ਪਰ ਦਾਣੇ ਵੱਧ ਨੇ ਕਿ 20 ਕੁਇੰਟਲ ਨਿਕਲਣੀ, ਇਦਾਂ ਨਹੀਂ। ਬੀਬੀ ਪ੍ਰਨੀਤ ਕੌਰ MP ਨੇ ਪਟਿਆਲੇ ਤੋਂ, ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਉਹ ਕਹਿੰਦੇ ਜੀ 5 ਤੋਂ ਲੈ ਕੇ 7,000 ਰੁਪਏ ਦਾ ਘੱਟ ਹੈ ਹਰ ਏਕੜ ਦੇ ਵਿੱਚੋਂ, ਤੇ ਨਾਲ ਦੀ ਨਾਲ 5 ਕੁਇੰਟਲ ਤੱਕ ਕਣਕ, ਉਹਨਾਂ ਨੇ ਕਈ ਕੁਇੰਟਲ ਦੱਸੇ ਕਿ ਉਹਨਾਂ ਝਾੜ ਵੀ ਘਟ ਗਿਆ ਕਿ ਇੱਕਦਮ ਜਦੋਂ ਗਰਮੀ ਪਈ ਆ ਤੇ ਕਣਕ ਉਨੀ ਡਿਵੈਲਪ ਨਹੀਂ ਹੋ ਸਕੀ। ਜਾਣੀ ਕਿ ਦਾਣੇ ਛੋਟੇ ਨਹੀਂ ਰਹੇ, ਨਹੀਂ ਮੰਨ ਲਓ ਕਿ ਦਾਣੇ ਛੋਟੇ ਆ ਤਾਂ ਦਾਣਿਆਂ ਦੀ ਗਿਣਤੀ ਵੱਧਦਾ, ਭਾਰ ਉਨਾ ਹੀ ਹੈ। ਉਹ ਭਾਰ ਵੀ ਘਟਿਆ, ਜਦੋਂ ਭਾਰ ਘਟਿਆ ਕੁਇੰਟਲ ਥੋੜੇ ਹੋ ਗਏ, ਕਿਸਾਨ ਨੂੰ ਜਿਹੜੇ 4 ਪੈਸੇ ਬਚਣੇ ਸੀ ਉਧਰਲੇ ਪਾਸੇ ਵੀ ਮਾਰ ਪਈ ਹੈ। ਹਾਂ, ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣ ਦੀ ਲੋੜ ਹੈ। ਇੱਕ ਆਪਾਂ ਇੱਥੇ ਬੇਨਤੀ ਇਹ ਕਰ ਦਿੰਦੇ ਆ, ਕਿਸੇ ਵੇਲੇ ਹੁੰਦਾ ਨਾ ਵੀ ਸਮਝਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਵੀ ਯਾਰ ਇਹ ਕਹਾਣੀ ਹੈ ਕੀ, ਬਾਕੀ ਕੈਲਕੂਲੇਸ਼ਨ ਤਾਂ ਹੈ, ਕਿਉਂਕਿ ਜਿਹੜੇ ਵੀ ਬੰਦੇ ਟ੍ਰੇਡ ਦੇ ਹਿਸਾਬ ਨਾਲ ਗੱਲ ਕਰਦੇ ਉਹ ਕਹਿੰਦੇ ਵੀ ਆਹ ਕੱਚਾ ਮਾਲ ਹੈ, ਆਹ ਫੈਕਟਰੀ ਹੈ, ਆਹ ਪੱਕਾ ਮਾਲ ਹੈ, ਇੱਥੇ ਵਿਕਣਾ, ਇਹਦੇ 'ਚੋਂ ਇੰਨਾ ਟੈਕਸ ਆਉਣਾ ਤੇ ਤਰੱਕੀ ਹੈ। ਜਿਹੜੀ ਖੇਤੀ ਆ ਉਹਦੇ ਵਿੱਚ ਇੱਕ ਘੁੰਡੀ ਹੁੰਦੀ ਆ ਜਿਹੜੀ ਆਪਾਂ ਹੁਣੇ ਜ਼ਿਕਰ ਕਰਦੇ ਸੀ ਵੀ ਕੁਦਰਤ, ਜੇ ਕੁਦਰਤ ਥੋੜੀ ਜੀ ਦਿਆਲੂ ਆ ਤੇ ਫਿਰ ਸੈੱਟ ਹੈ ਕੰਮ, ਤੇ ਜੇ ਕਰੋਪ ਹੋ ਗਈ ਤੇ ਫਿਰ ਕੰਮ ਵਿਗੜ ਜਾਣਾ। ਇਹਨੂੰ ਜੇ ਮੈਂ ਉਦਯੋਗਾਂ ਦੇ ਹਿਸਾਬ ਨਾਲ ਸਮਝਾਉਣਾ ਚਾਹਾਂ ਤਾਂ ਆ ਜਿਹੜਾ ਲੰਘਿਆ ਟਾਈਮ ਸੀਗਾ ਕੋਵਿਡ ਵਾਲਾ ਜੀ, ਇਹ ਸੀਗੀ ਇੱਕ ਤਰ੍ਹਾਂ ਦੀ ਕੁਦਰਤੀ ਕਰੋਪੀ, ਕਿਉਂਕਿ ਉਹਦੇ ਕਾਰੋਬਾਰਾਂ ਦੇ ਉੱਪਰ ਅਸਰ ਪਿਆ। ਤੇ ਮੇਰੇ ਖਿਆਲ ਨਾਲ ਉਹ ਸਾਲ ਡੇਢ ਸਾਲ ਦੀਆਂ ਜਿੰਨੀਆਂ ਬੈਲੈਂਸ ਸ਼ੀਟਾਂ ਕਹਿ ਲਓ ਜਾਂ ਜਿੰਨੇ ਵੀ ਡਾਟੇ ਕਹਿ ਲਓ ਜਾਂ ਜਿਹੜੇ ਵੀ ਉਹ ਉੱਥੇ ਗ੍ਰਾਫ ਬਣਦੇ ਨੇ ਸਾਰੇ ਚੈੱਕ ਕਰ ਲੈਣ, ਹਰੇਕ ਗ੍ਰਾਫ ਹਰੇਕ ਚੀਜ਼ ਲਾਲ ਦੇ ਵਿੱਚ ਸੀਗਾ, ਕਿਉਂਕਿ ਕੰਮ ਸੀਗਾ ਕਿ ਉਹ ਕਹਿੰਦੇ ਵੀ ਇਹ ਤਾਂ ਜੀ ਕੁਦਰਤੀ ਤੌਰ ਤੇ ਕਰੋਪੀ ਆ ਗਈ ਹੁਣ ਜੀ, ਪੂਰੀ ਦੁਨੀਆ 'ਚ ਇਸ ਤਰ੍ਹਾਂ ਹੋ ਗਿਆ ਤੇ ਤਾਂ ਕਰਕੇ ਬਿਜ਼ਨਸ ਥੱਲੇ ਚੱਲ ਗਿਆ। ਦੇਖੋ ਦੁਨੀਆ ਦੀ ਕੁਦਰਤੀ ਕਰੋਪੀ ਤਾਂ ਕਦੀ ਕਦਾਈ ਆਈ, ਇੱਥੇ ਤੇ 6 ਮਹੀਨੇ ਫਸਲ ਆਉਣੀ ਹੈ ਤੇ ਹਰੇਕ ਮਹੀਨੇ ਪਤਾ ਨਹੀਂ ਕੀ ਹੋਣਾ ਹੁੰਦਾ। ਇਹਦਾ ਮਤਲਬ ਇਹ ਹੋ ਗਿਆ ਵੀ ਇਹ ਉਹ ਚੀਜ਼ ਹੈ ਜਿਹਦੇ ਤੇ ਸਾਲ ਦੇ ਵਿੱਚ ਪਤਾ ਨਹੀਂ ਕਿੰਨੀ ਕਰਾਂ ਉਹ ਚੀਜ਼ ਕਰੋਪੀ ਆਉਣੀ, ਜਿਹੜੀ ਕਿ ਉੱਥੇ ਕਿਤੇ ਸਾਲਾਂ ਬੱਧੀ ਦੇਖੀ। ਨਹੀਂ, ਇਹ ਜ਼ਰੂਰੀ ਹੈ ਸੰਧਾਲੀਆ ਸਾਹਿਬ ਸਮਝਣਾ ਕਿ ਧੂਆਂ ਨਿਕਲ ਗਿਆ ਸੀ ਕੋਵਿਡ ਦੇ ਦੌਰਾਨ ਸਾਰਿਆਂ ਦਾ। ਦੁਨੀਆ ਭਰ ਦੀਆਂ ਸਰਕਾਰਾਂ ਨੇ ਉਦਯੋਗਾਂ ਨੂੰ, ਕਾਮਿਆਂ ਨੂੰ, ਸਾਰਿਆਂ ਨੂੰ ਸਹਾਇਤਾ ਦਿੱਤੀ ਕਿ ਭਾਈ ਜਿਉਂਦੇ ਰਹੋ, ਕਿਉਂਕਿ ਨੁਕਸਾਨ ਹੁੰਦਾ ਸੀ। ਕਿਸਾਨ ਦਾ ਨੁਕਸਾਨ ਤਾਂ ਤਕਰੀਬਨ ਹਰ ਵਾਰੀ ਹੁੰਦਾ। ਹੁਣ ਜੇ ਆਪਾਂ ਉਦਯੋਗਪਤੀ ਹੈ ਉਹਨੂੰ ਕਰਜ਼ ਦਿੰਨੇ ਆ, ਫਿਰ ਕਹਿੰਦੇ ਨਹੀਂ ਬਈ ਤੇਰਾ ਕੰਮ ਨਹੀਂ ਹੋਇਆ, ਚੱਲ ਤੂੰ ਇੱਦਾਂ ਕਰ ਪੈਸੇ ਵਾਪਸ ਨਾ ਕਰ। ਹਜ਼ਾਰਾਂ ਕਰੋੜ ਰੁਪਈਏ ਦੀ ਡਿਟੇਲ ਆਉਂਦੀ ਹੁੰਦੀ ਹੈ। ਭਾਰਤ ਦੀਆਂ ਬੈਂਕਾਂ ਤੋਂ ਕਰਜ਼ਾ ਲੈਂਦੇ ਆ ਵੱਡੇ ਉਦਯੋਗਪਤੀ, ਮੁੜ ਕੇ ਦੀਵਾ ਜਗਾ ਦਿੰਦੇ ਆ ਕਿ ਭਾਈ ਕੰਮ ਤਾਂ ਸਾਡਾ ਚੱਲਿਆ ਨਹੀਂ। ਉਹ ਕਹਿੰਦੇ ਚਲੋ ਠੀਕ ਹੈ ਵੱਟੇ ਖਾਤੇ ਪਾ ਦਿਓ। ਹੁਣ ਵੱਟੇ ਖਾਤੇ ਪਾਤੇ ਜਾਣੀ ਕਿ ਪੈਸੇ ਵਾਪਸ ਨਹੀਂ ਦੇਣੇ ਪੈਣੇ। ਜੇ ਉਹ ਸਕੀਮ ਉਧਰਲੇ ਪਾਸੇ ਹੋ ਸਕਦੀ ਤਾਂ ਇੱਧਰਲੇ ਪਾਸੇ ਕਿਉਂ ਨਹੀਂ ਹੋ ਸਕਦੀ? ਕਿਉਂਕਿ ਸਾਰਿਆਂ ਦੇ ਸਾਹਮਣੇ ਆ। ਇਹਦੇ ਵਿੱਚ ਇਹ ਨਹੀਂ ਕਿ ਕਿਸਾਨ ਨੇ ਜਾਂ ਖੇਤ ਮਜ਼ਦੂਰ ਨੇ ਕੋਈ ਘੱਟ ਮਿਹਨਤ ਕੀਤੀ ਆ ਜਾਂ ਉਹਨਾਂ ਨੇ ਆਪ ਉੱਪਰਲੇ ਪਾਸੇ ਨੂੰ ਹੌਟਲਾਈਨ ਤੇ ਗੱਲ ਕੀਤੀ ਗਰਮੀ ਪਾ ਦੇ ਬਈ ਦਾਣੇ ਛੋਟੇ ਹੋ ਜਾਣ ਬਈ। ਸੋ ਅੱਜ ਮੈਨੂੰ ਐਂ ਲੱਗਦਾ ਕਿ ਪਰਖ ਦੀ ਪ੍ਰੀਖਿਆ ਦੀ ਘੜੀ ਆ ਕਿ ਪੰਜਾਬ ਸਰਕਾਰ ਚੰਗੇ ਤਰੀਕੇ ਕੇਸ ਰੱਖੇ ਅੱਗੇ ਕਿ ਆਹ ਹਾਲਾਤ ਨੇ, ਤੇ ਕੇਂਦਰ ਸਰਕਾਰ ਬਹੁਤ ਨਰਮ ਦਿਲੀ ਦੇ ਨਾਲ, ਫਰਾਖ ਦਿਲੀ ਦੇ ਨਾਲ ਅੱਜ ਉਹ ਟੈਸਟਿੰਗ ਸਾਰੀ ਕਰਕੇ ਤਾਂ ਫਿਰ ਉਹ 'ਚ ਛੋਟ ਦੇਵੇ। ਆਸ ਕਰਦੇ ਵੀ ਇਦਾਂ ਹੋ ਜਾਊਗਾ। ਬਾਕੀ ਚਲੋ ਇਹ ਹੁਣ ਟਾਈਮ ਦੱਸੂਗਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ, ਫਿਰ ਆਪਾਂ ਉਹਦੇ ਹਿਸਾਬ ਨਾਲ ਗੱਲ ਕਰ ਲਵਾਂਗੇ। ਦੂਜੀ ਗੱਲ ਕਰ ਲਈਏ ਤੇ ਉਹ ਅੱਜ ਪੇਚਾ ਕੱਲ੍ਹ ਦਾ ਪਿਆ ਸੀ ਤੇ ਅਜੇ ਸਟਿਲ ਪੇਚਾ ਪਾਉਣ ਵਾਲੇ ਕਹਿੰਦੇ ਪਿਆ, ਜਿਨ੍ਹਾਂ ਦੇ ਨਾਲ ਪਿਆ ਸੀ ਉਹ ਕਹਿੰਦੇ ਲੈ ਗੱਲ ਹੀ ਕੋਈ ਨਹੀਂ, ਤੁਸੀਂ ਵੇਖਿਓ ਤੁਸੀਂ ਖੁਸ਼ਖਬਰੀ ਕਿੱਦਾਂ ਆਉਂਦੀ। ਪੇਚਾ ਪਿਆ ਸੀ, ਕਹਿੰਦੇ ਵੀ ਕੋਈ ਇੱਕ ਮੀਟਿੰਗ ਹੋਈ ਦਿੱਲੀ ਦੇ ਵਿੱਚ ਤੇ ਕੇਜਰੀਵਾਲ ਸਾਹਿਬ ਨੇ ਉਸ ਮੀਟਿੰਗ ਨੂੰ ਹੈਡ ਕੀਤਾ। ਉਹਦੇ ਵਿੱਚ ਸ਼ਾਮਲ ਸੀਗੇ ਪੰਜਾਬ ਦੇ ਅਫਸਰ, ਚਾਹੇ ਉਹ ਚੀਫ ਸੈਕਟਰੀ ਸਾਹਿਬ ਹੋਣ ਜਾਂ ਬਿਜਲੀ ਮਹਿਕਮੇ ਦੇ ਵੱਡੇ ਅਫਸਰ ਹੋਣ, ਚੇਅਰਮੈਨ ਤੱਕ ਵੀ। ਪਰ ਉਹਦੇ 'ਚ ਨਾ ਤਾਂ ਬਿਜਲੀ ਮੰਤਰੀ ਹਰਭਜਨ ਸਿੰਘ ETO ਸਾਹਿਬ ਸੀਗੇ, ਨਾ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਸੀ। ਕਹਿਣ ਤੋਂ ਭਾਵ ਇਹ ਕਿ ਉਹ ਕਹਿੰਦੇ ਵੀ ਅਫਸਰ ਤਾਂ ਹੋ ਗਏ ਪੰਜਾਬ ਦੇ, ਤੇ ਅਫਸਰਾਂ ਦੇ ਨਾਲ ਪੰਜਾਬ ਦੇ ਜਿਹੜੇ ਅਸਲ 'ਚ ਹੈੱਡ ਨੇ, ਚਾਹੇ ਉਹ ਮੰਤਰੀ ਨੇ ਚਾਹੇ ਮੁੱਖ ਮੰਤਰੀ ਨੇ, ਉਹ ਉੱਥੇ ਹਾਜ਼ਰ ਨਹੀਂ। ਤੇ ਕੇਜਰੀਵਾਲ ਸਾਹਿਬ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜੀ। ਉਹ ਕਿਹੜੇ ਹਿਸਾਬ ਨਾਲ ਕੀਤੀ? ਇਹ ਇਤਰਾਜ਼ ਅਕਾਲੀ ਦਲ ਦਾ ਵੀ ਆ, ਇਹ ਇਤਰਾਜ਼ ਕਾਂਗਰਸ ਦਾ ਵੀ ਆ, ਇਹ ਇਤਰਾਜ਼ BJP ਦਾ ਵੀ ਆ। ਸੰਧਾਲੀਆ ਸਾਹਿਬ ਦੇਖੋ, ਲਗਾਤਾਰ ਇਹ ਚਰਚਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਚਲਾਉਂਦੀਆਂ ਰਹੀਆਂ ਕਿ ਭਗਵੰਤ ਮਾਨ ਸਾਹਿਬ ਨੂੰ ਤਾਂ ਮੂਹਰੇ ਕੀਤਾ, ਕੰਮ ਸਾਰਾ ਕੇਜਰੀਵਾਲ ਸਾਹਿਬ ਕਰਦੇ ਆ। ਜਦੋਂ ਪੰਜਾਬ ਦੇ ਵਿੱਚ ਆ ਕੇ ਗਰੰਟੀਆਂ ਦੇਣੀਆਂ ਹੁੰਦੀਆਂ ਸੀ ਤਾਂ ਉਦੋਂ ਕੇਜਰੀਵਾਲ ਸਾਹਿਬ ਦਿੰਦੇ ਸੀ। ਜਦੋਂ ਅਜੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ CM ਦਾ ਚਿਹਰਾ ਆਮ ਆਦਮੀ ਪਾਰਟੀ ਨੇ ਨਹੀਂ ਸੀ ਐਲਾਨਿਆ, ਉਦੋਂ ਵੀ ਅਰਵਿੰਦ ਕੇਜਰੀਵਾਲ ਸਾਹਿਬ ਲਗਾਤਾਰ ਆਉਂਦੇ ਸੀ, ਉਹੀ ਬੋਲਦੇ ਸੀ। ਉਦੋਂ ਤੋਂ ਬਾਰ-ਬਾਰ ਵਿਰੋਧੀ ਧਿਰਾਂ ਇਹ ਚਰਚਾ ਕਰਦੀਆਂ ਸੀ, ਦੇਖੋ ਜੀ ਪੰਜਾਬ ਦੇ ਉੱਤੇ ਹੁਣ ਦਿੱਲੀ ਵਾਲੇ ਰਾਜ ਕਰਨਗੇ, ਕਿਸੇ ਦੂਸਰੇ ਸੂਬੇ ਦਾ ਬੰਦਾ ਹੁਣ ਪੰਜਾਬ ਦੇ ਲਈ ਗਰੰਟੀਆਂ ਦੇਊਗਾ, ਇਹਨਾਂ ਦੇ ਕੋਲੇ ਪੰਜਾਬ ਵਾਲੇ ਕਿਤੇ ਲੀਡਰ ਮੁੱਕ ਗਏ ਆ, ਇਹ ਯਕੀਨ ਨਹੀਂ ਕਰਦੇ ਕਿਸੇ ਤੇ। ਚੇਤਾ ਕਰੋ, ਲੋਕਾਂ ਦੇ ਉੱਤੇ ਕੋਈ ਫਰਕ ਨਹੀਂ ਸੀ ਪਿਆ, ਲੋਕਾਂ ਤੇ ਕੋਈ ਅਸਰ ਨਹੀਂ ਸੀ ਪਿਆ। ਲੋਕਾਂ ਨੇ ਵੋਟਾਂ ਪਾਤੀਆਂ, ਜਿੱਤ ਗਏ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਗਏ। ਪਹਿਲੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ। ਉਹ ਕਹਿੰਦੇ ਜੀ ਪ੍ਰਿੰਸੀਪਲ ਸੈਕਟਰੀ, ਊਰਜਾ ਸੈਕਟਰੀ
ਤੇ ਨਾਲ ਦੀ ਨਾਲ ਪਾਵਰਕਾਮ ਦੇ MD ਸਾਹਿਬ ਜਿਹੜੇ ਆ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਲੀ ਸੱਦਿਆ ਤੇ ਮੀਟਿੰਗ ਕੀਤੀ ਨਾਲ ਰਾਜ ਸਭਾ ਦੇ ਮੈਂਬਰ ਰਾਘਵ ਚੱਡਾ ਤੇ ਸਤਿੰਦਰ ਜੈਨ ਸਨ, ਮੰਤਰੀ ਜਿਹੜੇ ਦਿੱਲੀ ਦੇ। ਜਾਣੀ ਸਭ ਤੋਂ ਵੱਡਾ ਇਤਰਾਜ਼ ਇਹ ਕੀਤਾ ਗਿਆ ਕਿ ਮੀਟਿੰਗ ਦਾ ਤਾਂ ਚਲੋ ਠੀਕ ਹੈ, ਕਰ ਲਈ ਕੋਈ ਨਹੀਂ, ਪਰ ਪੰਜਾਬ ਦੇ ਮੁੱਖ ਮੰਤਰੀ ਮੀਟਿੰਗ 'ਚ ਹੁੰਦੇ, ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ETO ਸਾਹਿਬ ਉਹ ਮੀਟਿੰਗ ਦੇ ਵਿੱਚ ਹੁੰਦੇ, ਪੰਜਾਬ ਦਾ ਕੋਈ ਹੋਰ ਮੰਤਰੀ ਮੀਟਿੰਗ ਦੇ ਵਿੱਚ ਹੁੰਦਾ, ਫਿਰ ਤਾਂ ਕਹਿੰਦੇ ਮਾੜਾ ਮੋਟਾ ਸਮਝ ਆਉਂਦਾ ਸੀ ਕਿ ਭਾਈ ਮੀਟਿੰਗ ਕੀਤੀ ਹੈ। ਪਰ ਪੰਜਾਬ ਦਾ ਕੋਈ ਵੀ ਮੰਤਰੀ ਜਾਂ ਮੁੱਖ ਮੰਤਰੀ ਉੱਥੇ ਹਾਜ਼ਰ ਨਾ ਹੋਣਾ, ਤੇ ਕੇਜਰੀਵਾਲ ਸਾਹਿਬ ਕਿਹੜੇ ਅਧਿਕਾਰ ਖੇਤਰ ਦੇ ਤਹਿਤ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਨੂੰ ਦਿੱਲੀ ਸੱਦ ਕੇ ਮੀਟਿੰਗ ਲੈ ਰਹੇ। ਹਾਲਾਂਕਿ ਅਧਿਕਾਰਕ ਤੌਰ ਤੇ ਅਜੇ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ ਕਿ ਇਦਾਂ ਦੀ ਮੀਟਿੰਗ ਹੋਈ ਹੈ। ਭਲਕ ਨੂੰ RTI ਦੇ ਰਾਹੀਂ ਮਹੀਨਾ 2 ਮਹੀਨੇ ਲੱਗ ਜਾਣਗੇ, ਕਿਸੇ ਨਾ ਕਿਸੇ ਨੇ ਜਾਣਕਾਰੀ ਮੰਗਵਾ ਲੈਣੀ ਆ ਕਿ ਭਾਈ ਜਿਹੜੇ ਸਰਕਾਰੀ ਅਫਸਰ ਗਏ ਨੇ ਉਹਨਾਂ ਨੇ ਬਿੱਲ ਪਾਇਆ ਕਿ ਦਿੱਲੀ ਗਏ ਆ, ਕਿਹੜੀ ਕਾਰ 'ਚ ਗਏ ਆ, ਕਿਹੜੀ ਫਲਾਈਟ 'ਚ ਗਏ ਆ, ਜਾਂ ਕਿਹੜੇ ਹੈਲੀਕਾਪਟਰ ਤੇ ਗਏ ਆ, ਤੇ ਨਾਲ ਉੱਥੇ ਮੜ ਜਾ ਵਿਸ਼ਾ ਵੀ ਲਿਖਿਆ ਹੁੰਦਾ ਕਿ ਅਸੀਂ ਕੀ ਕਰਨ ਗਏ ਆ। ਜੇ ਤਾਂ ਉਹ ਗੱਲ ਸਾਹਮਣੇ ਆ ਗਈ ਫਿਰ ਵਿਰੋਧੀ ਧਿਰਾਂ ਦਾ ਸਟੈਂਡ ਥੋੜ੍ਹਾ ਜਿਹਾ ਕਾਇਮ ਹੋ ਜੂ, ਪਰ ਕਿਉਂਕਿ ਉਹਨਾਂ ਨੇ ਅਜੇ ਜਨਤਕ ਇਹ ਮਸਲਾ ਕੀਤਾ ਹੀ ਨਹੀਂ, ਇਸ ਕਰਕੇ ਉਹ ਉਧਰਲੇ ਪਾਸੇ ਚੁੱਪ ਆ। ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ, ਲੋਕਾਂ ਨੇ ਸਾਨੂੰ ਬਹੁਮਤ ਦਿੱਤਾ, ਲੋਕ ਸਾਡੇ ਤੇ ਯਕੀਨ ਕਰਦੇ, ਅਸੀਂ ਤਾਂ ਲੋਕਾਂ ਨੂੰ ਸਹੂਲਤ ਦੇਣ ਲਈ ਜੋ ਕੁਝ ਵੀ ਕਰ ਹੋਇਆ ਅਸੀਂ ਕਰਨਾ। ਭਗਵੰਤ ਮਾਨ ਹੋਰੀ ਹੀ ਕੁੱਲ ਮਿਲਾ ਕੇ ਜਿਹੜੇ ਉਹ ਸਾਰੀਆਂ ਸ਼ਕਤੀਆਂ ਜਿਹੜੀਆਂ ਉਹ ਰੱਖ ਰਹੇ ਆ, ਪਰ ਵਿਰੋਧੀ ਧਿਰਾਂ ਨੂੰ ਮੌਕਾ ਮਿਲਿਆ। ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕੀਤਾ, ਕਹਿੰਦੇ ਦੇਖਿਆ ਹੁਣ ਤਾਂ ਲੱਗ ਗਿਆ ਪਤਾ, ਹੁਣ ਤਾਂ ਕਿਸੇ ਨੂੰ ਛੱਕ ਛੁੱਕ ਨਹੀਂ ਰਹੀ ਹੋਣੀ ਕਿ ਸਰਕਾਰ ਪੰਜਾਬ 'ਚੋਂ ਚੱਲਦੀ ਹੈ ਕਿ ਦਿੱਲੀ ਤੋਂ ਚੱਲਦੀ ਹੈ। ਖਹਿਰਾ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ ਜੀ ਬਾਕੀ ਤਾਂ ਗੋਡੇ ਟੇਕਦੇ ਹੁੰਦੇ, ਲੰਮੇ ਹੀ ਪੈ ਗਿਆ ਮੂਹਰੇ ਜਾ ਕੇ ਦਿੱਲੀ ਵਾਲਿਆਂ ਦੇ। ਹੁਣ ਤਾਂ ਪੰਜਾਬ ਦੇ ਲੋਕੋ ਤੁਸੀਂ ਸਮਝ ਲਓ ਕਿ ਪੰਜਾਬ 'ਚੋਂ ਫੈਸਲਾ ਕੋਈ ਨਹੀਂ ਹੁੰਦਾ, ਫੈਸਲਾ ਦਿੱਲੀ ਤੋਂ ਹੁੰਦਾ। ਇੱਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ, ਬਹੁਤ ਲੀਡਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਕਿਹਾ ਕਿ ਭਾਈ ਦਿੱਲੀ ਦੇ ਨਾਲ ਤਾਂ ਪੰਜਾਬ ਆਡਾ ਲੈਂਦਾ ਹੁੰਦਾ ਸੀ, ਗੋਡੇ ਨਹੀਂ ਸੀ ਟੇਕਦਾ। ਮਤਲਬ ਇਸ ਚੀਜ਼ ਨੂੰ ਮੁੱਦਾ ਕਾਫੀ ਬਣਾਇਆ, ਮੁੱਦਾ ਕਾਫੀ ਭਖਿਆ ਵੀ ਆ ਹੁਣ। ਪਰ ਉਹ ਮੀਟਿੰਗ ਤੋਂ ਬਾਅਦ 2 ਟਵੀਟ ਆਏ। ਇੱਕ ਟਵੀਟ ਆਇਆ ਭਗਵੰਤ ਮਾਨ ਹੋਰਾਂ ਦਾ, ਜਿਹਦੇ 'ਚ ਉਹ ਕਹਿੰਦੇ ਵੀ ਕੇਜਰੀਵਾਲ ਸਾਹਿਬ ਦੇ ਨਾਲ ਜਿਹੜੀ ਮੀਟਿੰਗ ਜਿਹੜੀ ਕਿ ਭਗਵੰਤ ਮਾਨ ਹੋਰਾਂ ਨੇ ਕੀਤੀ ਬਾਅਦ ਦੇ ਵਿੱਚ 2-2.5 ਘੰਟੇ ਕਹਿੰਦੇ ਮੀਟਿੰਗ ਚੱਲੀ, ਉਹ ਕਹਿੰਦੇ ਮੀਟਿੰਗ ਬਹੁਤ ਹੀ ਵਧੀਆ ਰਹੀ। ਤੇ ਉਹਦੇ ਤੋਂ ਬਾਅਦ ਹੁਣ ਛੇਤੀ ਇੱਕ ਬਹੁਤ ਵੱਡੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਆਪਾਂ ਦੇਵਾਂਗੇ। ਸ਼ਾਇਦ ਹੁਣ ਕੈਬਨਿਟ ਮੰਤਰੀ ਦੇ ਨਾਲ ਮੀਟਿੰਗ ਹੋਣੀ, ਕੈਬਨਿਟ ਦੀ ਮੀਟਿੰਗ ਹੋਣੀ, ਉਹਦੇ 'ਚ ਸ਼ਾਇਦ ਕਿਆਸਿਆ ਜਾ ਰਿਹਾ ਵੀ ਸ਼ਾਇਦ ਉਹ 300 ਯੂਨਿਟ ਵਾਲੀ ਕਹਾਣੀ ਜਿਹੜੀ ਹੈ ਜੀ ਉਹ ਪੈ ਜਾਵੇ। ਨਾਲ ਦੂਜੀ ਗੱਲ ਕੇਜਰੀਵਾਲ ਸਾਹਿਬ ਨੇ ਵੀ ਜ਼ਿਕਰ ਕੀਤਾ, ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਦੇਸ਼ ਦੇ ਲੋਕ ਬੜੇ ਦੁਖੀ ਨੇ, ਬਹੁਤ ਪਰੇਸ਼ਾਨ ਨੇ। ਅਸੀਂ ਆਪ ਨੇ, ਯਾਨੀ ਕਿ ਉਹਨਾਂ ਨੇ ਆਪਣੇ ਨੂੰ ਲਿਖਿਆ ਵੀ ਆਮ ਆਦਮੀ ਪਾਰਟੀ ਨੇ ਦਿੱਲੀ ਦਾ, ਪੰਜਾਬ ਦਾ ਤੇ ਪੂਰੇ ਦੇਸ਼ ਦਾ ਵਿਕਾਸ ਕਰਨਾ, ਤੇ ਅਸੀਂ ਉਸ ਪਾਸੇ ਲੱਗੇ ਹਾਂ, ਅਸੀਂ ਉਹ ਕੰਮ ਕਰਕੇ ਰਹਾਂਗੇ। ਹੁਣ ਜਿੱਦਾਂ ਦਿੱਲੀ ਦੇ ਨਾਲ ਪੰਜਾਬ ਤੇ ਪੰਜਾਬ ਦੇ ਨਾਲ ਉਹ ਦੇਸ਼ ਦੀ ਗੱਲ ਕਰਨ ਲੱਗ ਪਏ, ਉਹਦੇ ਤੋਂ ਜਾਪਦਾ ਆ ਫਿਰ ਉਹਨੂੰ ਇਹ ਜਾਪਦਾ ਵੀ ਅਸੀਂ ਆਪਣੇ ਤੌਰ ਤੇ ਲੱਗੇ ਜਾਣਾ, ਕੋਈ ਜੋ ਮਰਜ਼ੀ ਆਖੀ ਜਾਵੇ, ਜਦੋਂ ਐਂਡ ਤੇ ਨਤੀਜਾ ਰਿਜ਼ਲਟ ਆ ਗਿਆ ਉਦੋਂ ਬਾਕੀ ਸਾਰੇ ਚੁੱਪ ਕਰ ਜਾਣੇ। ਹੁਣ ਪਤਾ ਨਹੀਂ ਉਹਨਾਂ ਦਾ ਇਹ ਫਾਰਮੂਲਾ ਕੰਮ ਕਰਦਾ ਜਾਂ ਫਿਰ ਵਿਰੋਧੀ ਜਿਹੜਾ ਮੁੱਦਾ ਚੱਕ ਰਹੇ ਨੇ ਵੀ ਹਾਂ ਵੀਰ ਬਾਕੀ ਤਾਂ ਸਾਰਾ ਕੁਝ ਠੀਕ ਹੈ, ਆਹ ਕੰਮ ਨਹੀਂ ਸੀ ਕਰਨਾ ਚਾਹੀਦਾ, ਉਹਨੂੰ ਹਵਾ ਮਿਲਦੀ ਆ। ਸੰਧਾਲੀਆ ਸਾਹਿਬ ਦੇਖੋ ਇੱਕ ਗੱਲ ਤਾਂ ਹੈਗੀ ਹੈ ਕਿ 2 ਜਿਹੜੀਆਂ ਵੱਖਰੀਆਂ ਮੀਟਿੰਗਾਂ ਹੋਈਆਂ, ਕਿਉਂਕਿ ਕਿਸੇ ਨੂੰ ਭੁਲੇਖਾ ਨਾ ਰਹੇ। ਇੱਕ ਮੀਟਿੰਗ ਦੀ ਪੁਸ਼ਟੀ ਹੋਈ ਹੈ ਜਿਹੜੀ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਦੇ ਵਿਚਾਲੇ 2.5 ਘੰਟੇ ਚੱਲੀ ਹੈ। ਦੂਸਰੀ ਮੀਟਿੰਗ ਦੇ ਠੋਕ ਕੇ ਦੋਸ਼ ਲੱਗੇ ਪਰ ਪੁਸ਼ਟੀ ਨਹੀਂ ਕਿਸੇ ਨੇ ਕੀਤੀ। ਵਿਰੋਧੀ ਧਿਰਾਂ ਨੇ ਦੋਸ਼ ਲਾਇਆ, ਹੋ ਸਕਦਾ ਹੋਈ ਹੋਵੇ, ਅਸੀਂ ਇਹ ਨਹੀਂ ਕਹਿੰਦੇ ਨਹੀਂ ਹੋਈ ਹੋਣੀ। ਹੁਣ ਤੁਸੀਂ ਇਹ ਦੇਖੋ ਕਿ ਅੱਜ ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਕੈਬਨਿਟ ਦੀ ਬੈਠਕ ਹੈ, ਜੇ ਤਾਂ ਉਹਦੇ ਵਿੱਚ ਫੈਸਲਾ ਹੋ ਗਿਆ 300 ਯੂਨਿਟ ਵਾਲਾ ਕਿ ਭਾਈ ਅਸੀਂ ਮੁਫਤ ਦਿਆਂਗੇ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਮੈਨੂੰ ਯਾਦ ਹੈ ਜਦੋਂ ਅਰਵਿੰਦ ਕੇਜਰੀਵਾਲ ਨੇ ਇੱਕ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਬਿਜਲੀ ਦੇ ਬਿੱਲ 0 ਆਉਂਦੇ ਆ ਦਿੱਲੀ 'ਚ, ਆ ਲਿਆਓ ਰੱਖੋ, ਇੱਥੇ ਤਾਂ ਮੋਰੇ ਲੱਖਾਂ ਹੀ ਬਿੱਲ ਜਿਹੜੇ ਨੇ ਉਹਨਾਂ ਦੀਆਂ ਕਾਪੀਆਂ ਲਿਆ ਕੇ ਸਟੇਜ ਤੇ ਰੱਖਤੀਆਂ ਸੀ। ਬੰਦੇ ਪਹਿਲਾਂ ਕਾਇਮ ਕੀਤੇ ਸੀ ਕਿ ਤੁਸੀਂ ਰੱਖ, ਕਹਿੰਦੇ ਇੱਥੋਂ ਬਾਅਦ 'ਚ ਦੇਖ ਲਿਓ ਇਹਨਾਂ ਦੇ ਵਿੱਚ ਸਾਰੇ ਲੋਕਾਂ ਦੇ ਬਿੱਲ 0 ਨੇ। ਹੋ ਸਕਦਾ ਵਿਸਾਖੀ ਦੇ ਮੌਕੇ ਤੇ, ਕਿਉਂਕਿ ਵਿਸਾਖੀ ਬੜਾ ਅਹਿਮ ਦਿਹਾੜਾ, ਤੇ ਅੱਜ ਕੈਬਨਿਟ ਫੈਸਲਾ ਕਰ ਲਿਆ ਵਿਸਾਖੀ ਦੇ ਮੌਕੇ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਇਹ ਤੋਹਫਾ ਦਿੱਤਾ ਜਾਵੇ। ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਉਹ ਵੱਖਰੀ ਗੱਲ ਹੈ, ਪਰ ਇੰਨੀ ਗੱਲ ਜ਼ਰੂਰ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੋਟਾਂ, ਗੁਜਰਾਤ ਤੇ ਹਰਿਆਣੇ ਦੇ ਵਿੱਚ ਚੋਣਾਂ ਆਉਣ ਵਾਲੀਆਂ, ਤੇ ਸੰਧਾਲੀਆ ਸਾਹਿਬ ਕੇਜਰੀਵਾਲ ਸਾਹਿਬ ਦੀ ਨਜ਼ਰ ਦਿੱਲੀ ਤੋਂ ਬਾਅਦ ਪੰਜਾਬ ਤੇ ਪੰਜਾਬ ਤੱਕ ਅਟਕੀ ਨਹੀਂ ਹੈ। ਜਿੱਦਾਂ ਉਹਨਾਂ ਨੇ ਕਿਹਾ ਨਾ ਕਿ ਦੇਸ਼ ਦਾ ਵਿਕਾਸ ਆਮ ਆਦਮੀ ਪਾਰਟੀ ਨੇ ਕਰਨਾ, ਉਹਨਾਂ ਦੇ ਕੋਲ ਗਰੰਟੀਆਂ ਪੂਰੀਆਂ ਕਰਨ ਤੋਂ ਬਿਨਾਂ ਚਾਰਾ ਹੀ ਕੋਈ ਨਹੀਂ, ਭਾਵੇਂ ਕਿਸੇ ਤਰੀਕੇ ਕਰਨ। ਜੇ ਉਹ ਗਰੰਟੀਆਂ ਪੂਰੀਆਂ ਨਹੀਂ ਕਰਦੇ, 7 ਮਹੀਨਿਆਂ ਬਾਅਦ ਹਿਮਾਚਲ ਦੀ ਚੋਣ ਹੈ, ਉੱਥੇ ਕੁਝ ਨਹੀਂ ਕਰਨਾ ਵਿਰੋਧੀ ਪਾਰਟੀਆਂ ਨੇ, ਸਕਰੀਨ ਲਾਉਣੀ ਹੈ ਤੇ ਕਹਿਣਾ ਜੀ ਇੰਨੀ ਤਰੀਕ ਨੂੰ ਇੰਨੇ ਵਜੇ ਪੰਜਾਬ ਦੇ ਇਸ ਸ਼ਹਿਰ ਦੇ ਵਿੱਚ ਸਟੇਜ ਤੇ ਖੜ ਕੇ ਜਾਂ ਬੈਠ ਕੇ ਆਹ ਦੇਖੋ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਸੀ ਕਿ ਮੈਂ ਗਰੰਟੀ ਦਿੰਦਾ ਕਿ 300 ਯੂਨਿਟ ਬਿਜਲੀ ਜਿਹੜੀ ਉਹ ਮੁਫਤ ਦੇਵਾਂਗੇ। ਕਹਿੰਦੇ 7 ਮਹੀਨੇ ਹੋ ਗਏ ਦਿੱਤੀ, ਤੇ ਜੇ ਉਹ ਦਿੱਤੀ ਹੋਈ ਫਿਰ ਵਿਰੋਧੀਆਂ ਦੇ ਕੋਲੇ ਬੋਲਣ ਦਾ ਕੰਮ ਨਹੀਂ ਹੋਣਾ।
ਇੱਕ ਨਾ ਮੈਂ ਉਹ ਸਪੋਕਸਮੈਨ ਜਿਹੜੇ ਆਮ ਆਦਮੀ ਪਾਰਟੀ ਦਾ ਨਾਂ ਭੁੱਲ ਗਿਆ, ਪਰ ਉਹਨਾਂ ਦੀ ਗੱਲ ਕੋਟ ਕਰ ਦਈਏ। ਉਹਨਾਂ ਉਦਾਹਰਨ ਦਿੱਤੀ। ਉਹ ਕਹਿੰਦੇ ਵੀ ਜੇ ਮਰੀਜ਼ ਢਿੱਲਾ ਹੋਵੇ ਆਪਾਂ ਹਸਪਤਾਲ ਲੈ ਗਏ ਤੇ ਹਸਪਤਾਲ ਜਾ ਕੇ ਤੇ ਅਗਲਾ ਆਖੇ ਵੀ ਇਸੇ ਹਸਪਤਾਲ ਦੇ ਡਾਕਟਰ ਤੋਂ ਇਲਾਜ ਕਰਾਉਣਾ, ਉਹਨੂੰ ਅਜੇ ਹੋ ਸਕਦਾ ਵੀ ਉਹ ਕਿਤੇ ਬਿਜ਼ੀ ਹੈ ਜਾਂ ਛੁੱਟੀ ਤੇ ਆ, ਬਾਹਰੋਂ ਸਪੈਸ਼ਲਿਸਟ ਨਹੀਂ ਮੰਗਾਉਣਾ। ਉਹ ਕਹਿੰਦੇ ਵੀ ਜੇ ਆਪਾਂ ਉਦੋਂ ਨਹੀਂ ਇਹ ਚੀਜ਼ ਦੇਖਦੇ ਵੀ ਹਾਂ ਭਾਈ ਸਾਹਿਬ ਫਲਾਣੇ ਥਾਂ ਤੋਂ ਮਰੀਜ਼ ਠੀਕ ਹੁੰਦਾ ਤੇ ਆਪਾਂ ਮਰੀਜ਼ ਠੀਕ ਕਰ ਲਈ, ਉਦੋਂ ਬਾਅਦ ਦੇਖ ਲਾਂ ਵੀ ਕਿੱਥੋਂ ਹੁੰਦਾ ਕਿੱਥੋਂ ਨਹੀਂ ਹੁੰਦਾ। ਤੇ ਇਹ ਗੱਲ ਕਰਨੀ ਵੀ ਜਿਹੜੀ ਚੀਜ਼ ਜਿਸ ਬੰਦੇ ਨੇ ਕੀਤੀ ਹੈ, ਮਤਲਬ ਆਪਣੇ ਤੌਰ ਤੇ ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਵੀ ਜੇ ਦਿੱਲੀ ਦੇ ਵਿੱਚ ਕੇਜਰੀਵਾਲ ਹੋਰਾਂ ਨੇ ਸਪੈਸ਼ਲਿਸਟ ਰਹੇ ਆ, ਉਹ ਵੀ ਬਿਜਲੀ ਵਾਲਾ ਕੰਮ ਉਹਨਾਂ ਨੇ ਸੈੱਟ ਕੀਤਾ, ਬਾਕੀ ਕੀਤਾ, ਜੇ ਪੰਜਾਬ ਵਾਲਿਆਂ ਨੇ ਸਲਾਹ ਲੈ ਲਈ ਤੇ ਕਿੱਡਾ ਗਲੋੜ ਆ ਗਿਆ। ਇਹ ਉਹਨਾਂ ਦਾ ਤਰਕ ਆ। ਹੁਣ ਇਹਨੂੰ ਮੰਨਦਾ ਕੋਈ ਜਾਂ ਨਹੀਂ ਮੰਨਦਾ, ਇਹ ਮੇਰੇ ਖਿਆਲ ਨਾਲ ਆਉਣ ਵਾਲੇ ਟਾਈਮ ਦੱਸੂਗਾ। ਦੇਖੋ ਸੰਧਾਲੀਆ ਸਾਹਿਬ, ਮਲਵਿੰਦਰ ਸਿੰਘ ਕੰਗ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ, ਜਿਹੜੇ ਉਹ ਨਹੀਂ ਇੱਕ ਹੋਰ ਸੀਗੇ, ਮਲਵਿੰਦਰ ਕੰਗ ਹੋਰਾਂ ਨੇ ਜ਼ਿਕਰ ਨਹੀਂ ਕੀਤਾ ਜੀ। ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਤਾਂ ਸਿੱਧਾ ਹੀ ਕਹਿਤਾ ਸੀ ਕਿ ਮਿਲਣ ਵਾਲਾ ਜੀ ਤੁਹਾਨੂੰ ਮਸਲਾ, ਵੀ ਤੁਸੀਂ ਇਹ ਗੱਲਾਂ ਨਾ ਕਰੋ, ਅਸੀਂ ਤਾਂ ਮੁਫਤ ਬਿਜਲੀ ਵਾਲੀ ਸਹੂਲਤ ਤੁਹਾਨੂੰ ਦੇਣ ਹੀ ਲੱਗੇ ਆ। ਹੁਣ ਤੁਸੀਂ ਦੇਖੋ ਕਿ ਆਪਾਂ ਜਦੋਂ ਅਜੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਸੀ, ਉਦੋਂ ਇੱਕ ਵਾਰੀ ਐਸੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸਰਕਾਰ ਪੰਜਾਬ ਦੇ ਵਿੱਚ ਜਿਹਦੀ ਮਰਜ਼ੀ ਬਣੇ, ਸਾਨੂੰ ਵਧੀਆ ਖੇਡਾਂ ਦਾ ਢਾਂਚਾ ਚਾਹੀਦਾ, ਹਰਿਆਣੇ ਵਾਲਿਆਂ ਤੋਂ ਲੈ ਲਿਓ ਸਲਾਹ। ਸਾਨੂੰ ਵਧੀਆ ਸਿਹਤ ਸਹੂਲਤਾਂ ਚਾਹੀਦੀਆਂ, ਜੇ ਦਿੱਲੀ ਦੇ ਵਿੱਚ ਚੰਗੀਆਂ ਨੇ ਤਾਂ ਸਲਾਹ ਲੈ ਲਿਓ। ਸਾਨੂੰ ਵਧੀਆ ਲਾਇਬ੍ਰੇਰੀਆਂ ਦੀ ਲੜੀ ਚਾਹੀਦੀ ਹੈ, ਤੁਸੀਂ ਕੇਰਲਾ ਵਾਲਿਆਂ ਤੋਂ ਪੁੱਛ ਲਿਓ। ਸਾਨੂੰ ਵਧੀਆ ਗਡਾਊਨ ਸਿਸਟਮ ਚਾਹੀਦਾ ਜਾਂ ਹੋਰ ਕਈ ਆਫਤਾਂ ਤੋਂ ਬਚਾਅ ਵਾਲਾ ਕੰਮ ਚਾਹੀਦਾ, ਤੁਸੀਂ ਉੜੀਸਾ ਤੋਂ ਪੁੱਛ ਲਿਓ। ਸਿੱਕਮ ਤੋਂ ਜਾ ਕੇ ਪੁੱਛ ਲਿਓ ਆਰਗੈਨਿਕ ਫਾਰਮਿੰਗ ਦਾ ਢੰਗ ਤਰੀਕਾ, ਫਾਰਮੂਲਾ ਕੀ ਆ, ਤੁਸੀਂ ਪੈਸੇ ਕਿਵੇਂ ਬਚਾਉਂਦੇ ਹੋ, ਖਰਚ ਕਿੱਦਾਂ ਹੁੰਦਾ। ਇੱਕ ਗੱਲ ਤਾਂ ਪੱਕੀ ਹੈ ਕਿ ਸਲਾਹ ਲੈਣੀ ਚਾਹੀਦੀ ਹੈ, ਅਧੀਨਗੀ ਨਹੀਂ ਹੋਣੀ ਚਾਹੀਦੀ। ਸਲਾਹ ਜਿੰਨੀ ਮਰਜ਼ੀ ਲਓ ਠੋਕ ਵਜਾ ਕੇ, ਕਿਉਂਕਿ ਵੈਸੇ ਵੀ ਆਮ ਆਦਮੀ ਪਾਰਟੀ ਵਾਲੇ ਬਹੁਤੇ ਬੰਦੇ ਨਵੇਂ ਨੇ, ਸਲਾਹ ਲੈਣਗੇ ਕਿਉਂਕਿ ਅਗਲੇ ਨੇ ਕਿਹੜਾ ਡਾਂਗ ਮਾਰ ਦੇਣੀ ਹੈ। ਪਰ ਵਿਰੋਧੀ ਧਿਰਾਂ ਦੇ ਵੀ ਅਸੀਂ ਇਸ ਮਸਲੇ ਦੀ ਕਦਰ ਕਰਦੇ ਹਾਂ ਕਿ ਭਾਈ ਸਾਰਾ ਕੁਝ ਉਹਨਾਂ ਦੇ ਹੱਥਾਂ ਦੇ ਵਿੱਚ ਨਹੀਂ ਦੇਣਾ ਚਾਹੀਦਾ। ਹੁਣ ਇਸ ਮੌਕੇ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੇ ਆਣ ਕੇ ਡਾਂਗ ਰੱਖਤੀ ਇੱਦਾਂ। ਉਹਨਾਂ ਨੂੰ ਪੁੱਛਿਆ ਪੱਤਰਕਾਰਾਂ ਨੇ, ਪ੍ਰਤਾਪ ਸਿੰਘ ਬਾਜਵਾ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਪੁੱਛਿਆ ਬਾਜਵਾ ਸਾਹਿਬ ਕਿਵੇਂ ਫਿਰ ਆਮ ਆਦਮੀ ਪਾਰਟੀ ਵਾਲੇ ਤਾਂ ਬਿਜਲੀ ਮੁਫਤ ਕਰਨ ਨੂੰ ਫਿਰਦੇ ਆ, ਉਹਨਾਂ ਨੇ ਜੇ ਕਰਤਾ ਤਾਂ ਗੱਲ ਕੀ ਕਰੋਗੇ? ਉਹ ਕਹਿੰਦੇ ਜ਼ਹਿਰ ਖਾਣ ਨੂੰ ਪੈਸੇ ਨਹੀਂ ਸਰਕਾਰ ਕੋਲ, ਕਿ ਜ਼ਹਿਰ ਖਾਣ ਨੂੰ ਪੈਸੇ ਨਹੀਂ ਹੈਗੇ, ਬਿਜਲੀ ਇਹਨਾਂ ਨੇ ਕਿੱਥੋਂ ਮੁਫਤ ਕਰ ਦੇਣੀ ਹੈ। ਕਹਿੰਦੇ 10 ਦਿਨਾਂ ਨੂੰ ਆ ਜਿਓ, 15 ਦਿਨਾਂ ਨੂੰ ਆ ਜਿਓ, ਮੇਰੇ ਘਰ ਦਾ ਦਰਵਾਜ਼ਾ ਖੜਕਾ ਲਿਓ, ਮੈਨੂੰ ਵੀ ਆਣ ਕੇ ਦੱਸ ਦਿਓ ਕਿ ਆਮ ਆਦਮੀ ਪਾਰਟੀ ਨੇ ਬਿਜਲੀ ਮੁਫਤ ਕਰਤੀ। ਪੈਸਾ ਹੈ ਹੀ ਨਹੀਂ ਕਹਿੰਦੇ ਕੋਲ, ਤਾਂ ਬਿਜਲੀ ਮੁਫਤ ਕਰਨ ਦੇ ਲਈ ਪੈਸੇ ਚਾਹੀਦੇ, ਹੋ ਨਹੀਂ ਸਕਦੀ। ਹਾਂ ਨਹੀਂ, ਮਤਲਬ ਇਹ ਗੱਲ ਤਾਂ ਹੈਗੀ, ਕਿਉਂਕਿ ਕਾਰਨ ਇਹ ਆ ਵੀ ਇਹ ਚੀਜ਼ ਜਿਹੜੇ ਲੋਕ ਆਲਰੇਡੀ ਰਾਜ ਕਰ ਚੁੱਕੇ ਆ, ਦੂਜੀਆਂ ਪੋਲੀਟੀਕਲ ਪਾਰਟੀਆਂ ਵਾਲੇ, ਉਹਨਾਂ ਨੂੰ ਤਾਂ ਅੰਦਰ ਖਾਤੇ ਤੱਕ ਪਤਾ ਵੀ ਵੀਰ ਮੇਰਾ ਵੀ ਗੱਡੀ ਦਾ ਕਿਹੜਾ ਪੈਪ ਚੋਂਦਾ ਈ, ਕਿਹੜੀ ਬ੍ਰੇਕ ਫੇਲ ਈ, ਕਿਹੜੀ ਬੱਤੀ ਜਗਦੀ, ਕਿਹੜੀ ਨਹੀਂ ਜਗਦੀ, ਜੇ ਗੇਅਰ ਅੜਦਾ ਤੇ ਕਿਹੜਾ ਅੜਦਾ, ਕਲੱਚ ਕਿੰਨੀ ਨਾਲ ਦੱਬ ਕੇ ਛੱਡਣਾ ਪੈਂਦਾ, ਜੇ ਹਨੇਰਾ ਜਾ ਹੋ ਜਾਵੇ ਤੇ ਬੱਤੀ ਤੋਂ ਕਿੱਦਾਂ ਜੇ ਕਰਕੇ ਛੱਡੀਏ ਤੇ ਫਿਰ ਥੋੜੀ ਜਿਹੀ ਜਗਦੀ ਆ। ਹੁਣ ਉਸ ਬੰਦੇ ਨੂੰ ਤੇ ਐਗਜ਼ੈਕਟ ਪਤਾ ਹੁੰਦਾ ਨਾ ਵੀ ਹਾਂਜੀ ਹਾਲਾਤ ਕੀ ਆ। ਹੁਣ ਜਿਨ੍ਹਾਂ ਨੇ ਵਾਅਦਾ ਕੀਤਾ ਵੀ ਨਾ ਨਵੀਂ ਨਕੋਰ ਦੇਖੋ, ਹਾਰ ਨੂੰ ਹੀ ਪੂਰਾ ਬੋਲੂਗਾ, ਹੈ ਨਾ ਜੀ, ਤੁਸੀਂ ਚਿੰਤਾ ਨਾ ਕਰੋ, ਨਵੀਆਂ ਸੀਟਾਂ ਪੋਲੀਆਂ ਗੱਦੇ ਦਾ। ਹੁਣ ਇਹ ਫਰਕ ਬਹੁਤ ਜ਼ਿਆਦਾ, ਜੋ ਕਿਹਾ ਗਿਆ ਉਹ ਕੁਝ ਹੋ ਰਿਹਾ, ਜੋ ਅਸਲੀਅਤ ਆ ਜਾਂ ਹੁਣ ਤੱਕ ਦੱਸੀ ਗਈ ਉਹ ਕੁਝ ਹੋ ਰਿਹਾ। ਹੁਣ ਉਹਨਾਂ ਦੋਵਾਂ ਨੂੰ ਬਰਾਬਰ ਕਰਕੇ ਕਿਵੇਂ ਗੱਡੀ ਚੱਲਦੀ ਹੈ, ਇਹਦੀ ਉਡੀਕ ਕੀਤੀ ਜਾਣੀ ਚਾਹੀਦੀ, ਬਸ ਇਹੀ ਗੱਲ ਹੈ। ਨਹੀਂ ਇੰਨਾ ਹੀ ਮਸਲਾ ਜੀ, ਬਸ ਹੁਣ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਭਾਈ ਪੰਜਾਬ ਵਾਲੇ ਫੈਸਲੇ ਆਪ ਕਰਨ, ਸਲਾਹ ਲੈਣੀ ਆ ਤੁਸੀਂ ਲਓ, ਵਧੀਆ ਤਰੀਕੇ ਦੇ ਨਾਲ ਸਿਸਟਮ ਚੱਲੇ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੱਲ੍ਹ ਨੂੰ ਬਿਜਲੀ ਮੁਫਤ ਹੋ ਗਈ, ਪੰਜਾਬ ਦੇ ਲੋਕਾਂ ਦੇ ਸਕੂਲ ਚੱਜ ਦੇ ਚੱਲ ਪਏ, ਪੰਜਾਬ ਦੇ ਹਸਪਤਾਲਾਂ ਦੇ ਵਿੱਚ ਇਲਾਜ ਹੋਣ ਲੱਗ ਪਿਆ, ਲੋਕਾਂ ਨੇ ਪਰਵਾਹ ਨਹੀਂ ਕਰਨੀ। ਪਰ ਜੇ ਇਹ ਕੰਮ ਨਾ ਹੋਏ ਤਾਂ ਲੋਕਾਂ ਨੇ ਫਿਰ ਤੁਹਾਡੀ ਪਰਵਾਹ ਨਹੀਂ ਕਰਨੀ। ਆਹ ਲੌਜਿਕ ਉਹ ਕਿਤੇ ਨਾ ਕਿਤੇ ਠੀਕ ਆ, ਮਰੀਜ਼ ਵਾਲਾ ਵੀ ਜਿਹੜੇ ਵੀ ਡਾਕਟਰ ਤੋਂ ਵਿਖਾਇਆ ਵੀ ਜੇ ਤੇ ਮਰੀਜ਼ ਠੀਕ ਹੋ ਗਏ ਘਰੇ ਆ ਗਿਆ, ਫਿਰ ਕਿਸੇ ਨੇ ਪੁੱਛਣਾ ਕਿਹਦੇ ਕੋਲ ਇਲਾਜ ਕਰਾਇਆ ਜੀ। ਤੇ ਜੇ ਮੰਨ ਲਓ ਵੀ ਕੱਲ ਨੂੰ ਕੋਈ ਕੇਸ ਵਿਗੜ, ਅਸੀਂ ਤੇ ਪਹਿਲਾਂ ਹੀ ਆਖਿਆ ਸੀ ਉੱਥੇ ਨਾ ਖੜੋ, ਨਹੀਂ ਜੇ ਠੀਕ ਡਾਕਟਰ ਜੀ, ਮਤਲਬ ਇਹ ਗੱਲਾਂ ਦੂਜੇ ਪਾਸੇ ਹੋਣ ਲੱਗ ਪੈਣੀਆਂ। ਬਾਕੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ, ਅਸਲ ਦੇ ਵਿੱਚ ਤਾਂ ਉਹਨਾਂ ਨੇ ਦੋਸ਼ ਸਿੱਧੂ ਮੂਸੇਵਾਲਾ ਸਾਹਿਬ ਦਾ ਜਿਹੜਾ ਗੀਤ ਆਇਆ ਨਵਾਂ ਉਹਦੇ ਤੇ ਲਾਇਆ, ਕਿਉਂਕਿ ਉਹ ਕਹਿੰਦੇ ਵੀ ਜਿਹੜਾ ਉਹਨਾਂ ਨੇ ਉਹ ਗੀਤ ਕੱਢਿਆ ਜੀ, ਉਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਗਦਾਰ ਕਿਹਾ ਗਿਆ। ਤੇ ਇਸ ਲੈਵਲ ਤੱਕ ਅਸਲ ਦੇ ਵਿੱਚ ਤਾਂ ਕਿਉਂਕਿ ਸਿੱਧੂ ਮੂਸੇਵਾਲਾ ਦਾ ਤਾਂ ਘੱਟ, ਕਿਉਂਕਿ ਬਹੁਤਾ ਕਾਂਗਰਸ ਪਾਰਟੀ ਦੇ ਉੱਪਰ ਤੋੜਾ ਝਾੜਿਆ ਉਹਨਾਂ ਨੇ, ਕਿਉਂਕਿ ਉਹਨਾਂ ਨੇ ਇਹ ਸ਼ੋਅ ਕੀਤਾ ਵੀ ਸਿੱਧੂ ਮੂਸੇਵਾਲਾ ਸਾਹਿਬ ਸਿੰਗਰ ਨੇ ਪਰ ਲੀਡਰ ਇਸ ਵਕਤ ਕਾਂਗਰਸ ਪਾਰਟੀ ਦੇ ਨੇ, ਤੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਨੇ ਉਹ ਉਹਨਾਂ ਨੂੰ ਲੈ ਕੇ ਆਏ ਸੀਗੇ ਨਾਲ। ਉਦੋਂ ਮੌਕੇ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਸੀਗੇ, ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਵੀ ਸੀਗੇ। ਤੇ ਜੋ ਕੁਝ ਸਿੱਧੂ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਉਸ ਗੀਤ 'ਚ ਕਿਹਾ, ਕੀ ਕਾਂਗਰਸ ਪਾਰਟੀ ਉਹਦੇ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ, ਇੱਥੇ ਆ ਕੇ ਪੇਚ ਫਸਾਇਆ ਉਹਨਾਂ। ਦੇਖੋ ਮਲਵਿੰਦਰ ਸਿੰਘ ਕੰਗ ਹੋਰੀ ਸਪੋਕਸਪਰਸਨ ਨੇ, ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਰਹੇ ਆ, ਤੇ ਜਦੋਂ ਕਾਨੂੰਨ ਆਏ ਸੀ ਖੇਤੀ ਵਾਲੇ ਤੇ ਉਦੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ 'ਚ ਆ ਗਿਆ ਸੀ। ਹੁਣ ਦੇਖੋ ਸਿੱਧੂ ਮੂਸੇਵਾਲੇ ਹੋਰੀ ਗੀਤ ਕੱਢਣਾ ਉਹਨਾਂ ਦਾ ਹੱਕ ਹੈ, ਕੀ ਲਿਖਣਾ ਕੀ ਨਹੀਂ ਲਿਖਣਾ ਉਹ ਉਹਨਾਂ ਦਾ ਆਪਣਾ ਹੱਕ ਹੈ, ਪਰ ਕਿਉਂਕਿ ਉਹ ਲੀਡਰ ਨੇ, ਵਿਧਾਨ ਸਭਾ ਦੀ ਚੋਣ ਮਾਨਸੇ ਤੋਂ ਲੜ ਚੁੱਕੇ ਆ, ਤੇ ਉਹਨਾਂ ਨੂੰ ਲਿਆਂਦਾ ਵੀ ਇਸ ਤਰੀਕੇ ਦੇ ਨਾਲ ਗਿਆ ਸੀ ਕਿ ਸ਼ਾਇਦ ਸਾਰੇ ਹੀ ਪੰਜਾਬ ਦੇ ਵਿੱਚ ਯੂਥ ਦੀਆਂ ਬਹੁਤ ਸਾਰੀਆਂ ਵੋਟਾਂ ਕਾਂਗਰਸ ਪਾਰਟੀ ਨੂੰ ਪੈਣਗੀਆਂ। ਚਲੋ ਹਾਰ ਗਏ,
ਹਾਰ ਗਏ ਤੇ ਉਹਦੇ ਤੋਂ ਬਾਅਦ ਅਗਲਿਆਂ ਨੇ ਗੀਤ ਲਿਖਿਆ ਤੇ ਉਹਦੇ ਵਿੱਚ ਗੱਦਾਰ ਸ਼ਬਦ ਬਾਰ-ਬਾਰ ਆਇਆ। ਹੁਣ ਜਿਸ ਤਰੀਕੇ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਭਾਈ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢੋ, ਉਹ ਪੰਜਾਬੀਆਂ ਨੂੰ ਗੱਦਾਰ ਕਹਿੰਦੇ ਆ। ਹੁਣ ਕਾਂਗਰਸ ਪਾਰਟੀ ਬਾਹਰ ਕੱਢਦੀ ਹੈ ਨਹੀਂ ਕੱਢਦੀ, ਧਿਆਨ ਦਿੰਦੀ ਹੈ ਨਹੀਂ ਦਿੰਦੀ, ਉਹ ਵੱਖਰੀ ਗੱਲ ਹੈ। ਪਰ ਉਧਰਲੇ ਪਾਸਿਓਂ ਪ੍ਰਗਟ ਸਿੰਘ ਹੋਰਾਂ ਨੇ ਟਵੀਟ ਕੀਤਾ, ਕਹਿੰਦੇ ਕਮਾਲ ਹੈ ਬਈ, ਇੱਕ ਗੀਤ ਦੇ ਉੱਤੇ ਰੌਲਾ ਪਾਈ ਜਾਂਦੇ ਹੋ, ਜਿਹੜੇ ਕਰਨ ਵਾਲੇ ਕੰਮ ਆ ਉਹ ਕਰੋ ਤੁਸੀਂ ਸਰਕਾਰ ਚੋਂ। ਉਹਨਾਂ ਨੇ ਇਹ ਗੱਲ ਕਹੀ ਹੈ। ਇਸੇ ਤਰੀਕੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਜੀ ਤੁਹਾਨੂੰ ਲੋਕਾਂ ਨੇ ਬਹੁਮਤ ਦਿੱਤਾ, ਤੁਹਾਨੂੰ ਕੰਮ ਕਰਨ ਨੂੰ ਦਿੱਤਾ, ਤੁਹਾਨੂੰ ਗੱਲਾਂ ਕਰਨ ਨੂੰ ਬਹੁਮਤ ਨਹੀਂ ਦਿੱਤਾ। ਹੁਣ ਦੇਖੋ, ਜੇ ਤਾਂ ਕਾਨੂੰਨੀ ਤੌਰ ਦੇ ਉੱਤੇ ਕੋਈ ਸਿੱਧੂ ਮੂਸੇਵਾਲੇ ਹੋਰਾਂ ਨੇ ਗਲਤ ਕਿਹਾ ਤਾਂ ਫਿਰ ਉਹਨਾਂ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਕਰਾ ਦਿਓ ਭਾਈ, ਪਰ ਨਹੀਂ ਤਾਂ ਉਹ ਤਾਂ ਫਿਰ ਭਾਈ ਉਹਨਾਂ ਦਾ ਆਪਣਾ ਹੀ ਹੱਕ ਹੈ ਕਾਂਗਰਸ ਪਾਰਟੀ ਦਾ, ਉਹਨਾਂ ਨੇ ਉਹਨਾਂ ਨੂੰ ਕੁਝ ਕਹਿਣਾ ਨਹੀਂ ਕਹਿਣਾ। ਹਾਂ, ਜੇ ਤੁਹਾਨੂੰ ਲੱਗਦਾ ਕਿ ਉਹ ਬੰਦੇ ਨੇ ਕੁਝ ਗਲਤ ਕੀਤਾ ਤਾਂ ਫਿਰ ਤੁਹਾਡੇ ਕੋਲ ਰਾਹ ਖੁੱਲ੍ਹੇ ਨੇ ਭਾਈ, ਥਾਣੇ ਨੇ, ਅਦਾਲਤਾਂ ਨੇ, ਸਾਰਾ ਕੁਝ ਹੈ, ਉਧਰ ਚਲ ਜਾਓ। ਨਹੀਂ, ਇਹ ਤਾਂ ਹੈ। ਗੁਰਜੀਤ ਸਿੰਘ ਔਜਲਾ ਸਾਹਿਬ ਨੇ ਵੀ ਇਹੋ ਕਿਹਾ, ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਆਪਣੇ ਕੰਮ ਉਹਨਾਂ ਦੇ ਪੇਚ ਹੁਣ ਫਸ ਗਏ ਆ ਤੇ ਇਹ ਹੁਣ ਇਹਨਾਂ ਨੂੰ ਇਹ ਆ ਵੀ ਯਾਰ ਕੋਈ ਨਾ ਕੋਈ ਬਹਾਨਾ ਲੱਭੀਏ ਜੀ। ਹੁਣ ਗੱਲ ਤੇ ਕਾਂਗਰਸ ਪਾਰਟੀ ਦੀ ਸੀ ਕਿ ਉਹਦੇ 'ਚ ਅਕਾਲੀ ਦਲ ਦੀ ਇੰਟਰਵਿਊ ਹੋਈ ਹੈ। ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਸਪੋਕਸਪਰਸਨ ਨੇ ਅਕਾਲੀ ਦਲ, ਉਹ ਕਹਿੰਦੇ ਕਿੱਦਾਂ ਦੀਆਂ ਗੱਲਾਂ ਕਰਦੇ ਹੋ, ਗਾਣੇ ਕਿਤੇ ਅੱਜ ਆਏ, ਕਹਿੰਦੇ ਪਹਿਲਾਂ ਵੀ ਆਉਂਦੇ ਸੀ, ਹੁਣ ਵੀ ਆਏ, ਗਾਂਹ ਵੀ ਆਉਂਦੇ ਰਹੇ ਨੇ। ਗਾਣਿਆਂ ਗੂਣਿਆਂ ਦਾ ਇਸ਼ੂ ਨਹੀਂ ਜੇ ਬਣਨਾ, ਇਹ ਜਿਹੜਾ ਕੰਮ ਆ ਉੱਧਰ ਆਓ, ਕਿਉਂਕਿ ਕਹਿੰਦੇ ਵੀ ਆਮ ਆਦਮੀ ਪਾਰਟੀ ਘਿਰ ਗਈ ਵੀ ਇਹ ਹੁਣ ਡਾਇਰੈਕਟ ਭਾਈ ਸਾਹਿਬ ਸੁਪਰ ਸੀਐਮ ਸ਼ਬਦ ਵਰਤਿਆ ਉਹਨਾਂ, ਉਹ ਕਹਿੰਦੇ ਸੁਪਰ ਸੀਐਮ ਦੇ ਤੌਰ ਤੇ ਕੇਜਰੀਵਾਲ ਸਾਹਿਬ ਵਰਤ ਰਹੇ ਆ, ਉਹ ਚੀਜ਼ ਨੰਗੀ ਨਾ ਹੋ ਜਾਵੇ, ਇਸ ਕਰਕੇ ਪਾਸੇ ਧਿਆਨ ਹਟਾ ਰਹੇ ਹੋ। ਦੇਖੋ, ਸਾਰਿਆਂ ਨੇ ਸੰਧਾਲੀਆ ਸਾਹਿਬ ਇਸ ਮੁੱਦੇ ਦੇ ਉੱਤੇ ਚਰਚਾ ਤਾਂ ਕਰਨੀ ਹੈ, ਸਾਰਿਆਂ ਦੇ। ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਉਭਾਰ ਰਹੀ ਹੈ, ਵਿਰੋਧੀ ਕਹਿ ਰਹੇ ਨੇ ਕਿ ਭਾਈ ਇਹਨੂੰ ਛੱਡੋ, ਇੱਧਰਲੇ ਪਾਸੇ ਆਓ, ਕਿਉਂਕਿ ਹਰ ਇੱਕ ਨੇ ਦੂਜੇ ਬੰਦੇ ਨੂੰ ਘੇਰਨਾ ਹੁੰਦਾ। ਹੁਣ ਸਿੱਧੂ ਮੂਸੇਵਾਲੇ ਸਾਹਿਬ ਦੀ ਪ੍ਰਤੀਕਿਰਿਆ ਇਹਦੇ ਤੇ ਕੀ ਆਉਂਦੀ ਹੈ? ਵੈਸੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ 'ਚ ਕੋਈ ਵੀ ਹਿਲਜੁਲ ਹੋਣੀ ਹੈ, ਕਿਉਂਕਿ ਜੇ ਕੋਈ ਹੋਰ ਪ੍ਰਧਾਨ ਹੁੰਦਾ ਮਾੜੀ ਮੋਟੀ ਆਸ ਹੁੰਦੀ। ਰਾਜਾ ਵੜਿੰਗ ਸਾਹਿਬ ਦੇ ਨਾਲ ਤਾਂ ਉਹਨਾਂ ਦੇ ਸੰਬੰਧ ਵਧੀਆ, ਇਸ ਕਰਕੇ ਕੋਈ ਹਿਲਜੁਲ ਬਹੁਤੀ ਹੋਣ ਦੀ ਸੰਭਾਵਨਾ ਨਹੀਂ। ਪਰ ਅਸੀਂ ਇੰਨੀ ਉਮੀਦ ਕਰਦੇ ਹਾਂ ਕਿ ਭਾਵੇਂ ਸਿਆਸੀ ਪਾਰਟੀਆਂ ਨੇ, ਭਾਵੇਂ ਕਲਾਕਾਰ ਨੇ, ਉਹ ਵਧੀਆ ਤਰੀਕੇ ਦੇ ਨਾਲ ਪੰਜਾਬ ਦੀ ਬਿਹਤਰੀ ਦੇ ਲਈ ਅੱਗੇ ਵਧਣ, ਪੰਜਾਬ ਦੀ ਬਿਹਤਰੀ ਵਾਲੇ ਸ਼ਬਦ ਬੋਲਣ, ਲਿਖਣ, ਕੰਮ ਕਰਨ, ਨੀਤੀਆਂ ਬਣਾਉਣ, ਕਿਉਂਕਿ ਕੰਮ ਬਹੁਤ ਕਰਨ ਵਾਲੇ ਪਏ ਨਾ, ਬਹੁਤ ਸਾਰੇ ਕੰਮ ਨੇ। ਹੁਣ ਤੁਸੀਂ ਦੇਖੋ, ਬਰਨਾਲੇ ਦੇ ਵਿੱਚੋਂ ਮੈਂ ਵੈਸੇ ਹੀ ਗੱਲ ਕਰਦਾ ਸੀ ਕਿ ਇੱਕ ਤਾਂ ਇਦਾਂ ਦੇ ਇਸ਼ੂ ਨੇ ਜਿਨ੍ਹਾਂ ਦੇ ਵਿੱਚੋਂ ਨਿਕਲਣਾ ਕੱਖ ਨਹੀਂ, ਕੁਝ ਵੀ ਨਹੀਂ ਨਿਕਲਣਾ। ਅੱਜ ਤਾਂ ਇੰਨਾ ਤੇਜ਼ ਤਰਾਰ ਹੋ ਗਿਆ ਕੰਮ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਕਿ ਅੱਜ ਇੱਕ ਗੀਤ ਆਉਂਦਾ, ਪਰਸੋਂ ਨੂੰ ਚੇਤਾ ਭੁੱਲ ਆਉਂਦਾ, ਕਿਉਂਕਿ ਪਰਸੋਂ ਤੱਕ 100 ਹੋਰ ਆ ਜਾਂਦਾ। ਬਰਨਾਲੇ ਦੇ ਵਿੱਚ ਇੱਕ ਪਰਿਵਾਰ ਸੀ ਤੇ 4.5 ਸਾਲ ਦਾ ਬੱਚਾ। ਮੈਂ ਗੱਲ ਕਰਨ ਲੱਗਿਆ ਕਿ ਜਿਨ੍ਹਾਂ ਨੇ ਲੋਕਾਂ ਦੇ ਹਿੱਤ ਦੇਖਣੇ ਆ, ਜਿਨ੍ਹਾਂ ਨੇ ਇਹ ਦੇਖਣਾ ਕਿ ਸਮਾਜ ਦੇ ਵਿੱਚ ਅਸੀਂ ਯੋਗਦਾਨ ਮਾੜੇ ਤੋਂ ਮਾੜੇ ਹਾਲਾਤਾਂ 'ਚ ਵੀ ਕਿਵੇਂ ਪਾ ਸਕਦੇ, ਇੱਕ ਤਾਂ ਉਹ ਲੋਕ ਨੇ, ਇੱਕ ਸਾਡੇ ਸਿਆਸਤਦਾਨ ਨੇ। ਹੁਣ 4.5 ਸਾਲ ਦਾ ਬੱਚਾ ਸੀ, ਖੇਲਦਾ ਮੱਲਦਾ ਸੀ, ਅਚਾਨਕ ਖੇਡਦਾ ਡਿੱਗ ਪਿਆ ਉਚਾਈ ਤੋਂ ਥੱਲੇ, ਸੱਟ ਲੱਗ ਗਈ। ਬਰਨਾਲੇ ਦੇ ਹਸਪਤਾਲ ਦੇ ਵਿੱਚ ਲੈ ਕੇ ਗਏ, ਗੱਲ ਨਹੀਂ ਬਣੀ। ਉਹ ਕਹਿੰਦੇ ਪੀਜੀਆਈ ਲੈ ਜਾਓ, ਪੀਜੀਆਈ ਲੈ ਗਏ। ਹਫਤਾ ਇੱਕ ਡਾਕਟਰਾਂ ਨੇ ਕੋਸ਼ਿਸ਼ ਕੀਤੀ, ਉਹ ਕਹਿੰਦੇ ਜੀ ਬ੍ਰੇਨ ਡੈਡ ਹੋ ਗਿਆ, ਸਾਡੇ ਵੱਸੋਂ ਬਾਹਰ ਹੈ। ਤੇ ਤੁਸੀਂ ਦੇਖੋ ਕਿ ਪਰਿਵਾਰ ਨੇ 4.5 ਸਾਲ ਦਾ ਬੱਚਾ ਤੁਹਾਡੇ ਘਰੇ ਖੇਡਦਾ ਮੱਲਦਾ, ਸਾਰੀ ਰੌਣਕ ਖੇੜੇ, ਉਹਦੇ ਆਰਗਨ ਡੋਨੇਟ ਕਰਤੇ। ਇੱਕ ਦਿੱਲੀ ਦੇ ਵਿੱਚ ਉਹਦੀ ਜਿਹੜੀ ਹੈ, ਉਹਦੇ ਸਰੀਰ ਦਾ ਇੱਕ ਹਿੱਸਾ ਦਿੱਲੀ ਦੇ ਵਿੱਚ ਭੇਜਿਆ ਗਿਆ ਇੱਕ ਮਰੀਜ਼ ਨੂੰ, 2 ਕਿਡਨੀਆਂ ਜਿਹੜੀਆਂ ਨੇ ਉਹ ਪੀਜੀਆਈ ਦੇ ਵਿੱਚ ਹੀ ਕਿਸੇ ਨੂੰ ਟ੍ਰਾਂਸਫਰ ਕੀਤੀਆਂ ਗਈਆਂ। ਹੁਣ ਜਦੋਂ ਤੁਸੀਂ ਦੇਖੋ ਕਿ ਕਿੰਨੇ ਮਾੜੇ ਹਾਲਾਤ ਹੁੰਦੇ ਉਸ ਵੇਲੇ। ਇੱਕ ਪਾਸੇ ਤਾਂ ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਨੂੰ ਇੰਨਾ ਵੱਡਾ ਘਾਟਾ ਪੈ ਗਿਆ, ਉਹਦੀ ਤਾਂ ਸੁੱਧ ਬੁੱਧ ਹੀ ਨਹੀਂ ਹੁੰਦੀ, ਸੁਰਤ ਹੀ ਨਹੀਂ ਹੁੰਦੀ। ਉਹਨਾਂ ਨੇ ਫਿਰ ਵੀ ਸੋਚਿਆ ਕਿ ਨਹੀਂ, ਸਾਨੂੰ ਤਾਂ ਘਾਟਾ ਪੈ ਗਿਆ, ਸਾਰੀ ਉਮਰ ਦੀ ਦੁੱਖ ਮਿਲ ਗਿਆ, ਪਰ ਅਸੀਂ ਫੇਰ ਵੀ 3 ਜ਼ਿੰਦਗੀਆਂ ਜਿਹੜੀਆਂ ਉਹਨਾਂ ਨੂੰ ਧੜਕਣ ਲਾ ਦੇਣਾ। ਤੇ ਦੂਸਰੇ ਪਾਸੇ ਜਿਨ੍ਹਾਂ ਨੂੰ ਸਾਰੀ ਦੁਨੀਆ ਫੋਲੋ ਕਰਦੀ ਹੈ, ਸੁਣਦੀ ਹੈ, ਭਾਵੇਂ ਸਿਆਸਤਦਾਨ ਨੇ, ਭਾਵੇਂ ਕਲਾਕਾਰ ਨੇ, ਕਿਉਂਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਰਨ ਵਾਲੇ ਕੰਮ ਬਹੁਤ ਨੇ। ਤੁਹਾਡੇ ਕੋਲੇ ਤਾਂ ਬਹੁਤ ਸਾਰਾ ਆਧਾਰ ਹੈ, ਤੁਹਾਡੇ ਕੋਲ ਤਾਂ ਫੈਨ ਫੋਲੋਇੰਗ ਬਹੁਤ ਹੈ, ਵਧੀਆ ਤਰੀਕੇ ਨਾਲ ਅਗਲੇ ਪਾਸੇ ਵਧੀਆ ਕੋਈ ਕੰਮ ਕਰੀਏ, ਲੋਕ ਜੈ ਜੈਕਾਰ ਕਰਨਗੇ। ਮਤਲਬ ਫਰਕ ਇੰਨਾ ਗਿਆ ਵੀ ਆਪਾਂ ਕਿੱਧਰ ਨੂੰ ਜਾਣਾ, ਵੀ ਜੇ ਤੇ ਆਪਾਂ ਪ੍ਰੋਗਰੈਸਿਵ ਕੰਮ ਕਰਨਾ, ਕੱਲੇ ਕਲਾਕਾਰਾਂ ਦੀ ਆਪਾਂ ਗੱਲ ਨਹੀਂ ਕਰਦੇ, ਜਿੰਨੇ ਵੀ ਪੋਲੀਟੀਸ਼ੀਅਨ ਨੇ, ਆਪਾਂ ਤਾਂ ਇਸ ਤੋਂ ਪਹਿਲਾਂ ਵੀ ਬੇਨਤੀ ਕਰਦੇ ਹਾਂ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਕੋਲ ਤਜਰਬਾ ਜ਼ਿਆਦਾ, ਉਹ ਸਗੋਂ ਇਹ ਕੰਮ ਕਰ ਸਕਦੇ ਵੀ ਯਾਰ ਚਲੋ ਠੀਕ ਹੈ ਵੀ ਐਤਕੀ ਲੋਕਾਂ ਨੇ ਇਹ ਮੰਨਿਆ ਵੀ ਹਾਂਜੀ ਆਹ ਕੰਮ ਸੀਗਾ ਜੀ, ਅਸੀਂ ਇਹਨਾਂ ਨੂੰ ਮੌਕਾ ਦੇਣਾ। ਆਪਾਂ ਅਗਲੇ ਨੂੰ ਇਹ ਦੱਸ ਦਈਏ ਵੀ ਵੀਰ ਮੇਰੇ ਉਹ ਫਲਾਣੇ ਥਾਂ ਤੇ ਟੋਆ ਜੇ, ਅਸੀਂ ਵੀ ਕੋਸ਼ਿਸ਼ ਕੀਤੀ ਸੀ ਮਿੱਟੀ ਪਾਉਣ ਦੀ, ਪਈ ਨਹੀਂ, ਤੁਸੀਂ ਥੋੜ੍ਹਾ ਧਿਆਨ ਨਾਲ ਲੰਘਿਓ। ਹਾਂ, ਜੇ ਆਪਾਂ ਇਹ ਆਖਣਾ ਵੀ ਕੋਈ ਗੱਲ ਨਹੀਂ ਡਿੱਗ ਲੈਣ ਦੇ, ਜਦੋਂ ਇੱਕ ਰਾਂ ਫਸ ਗਿਆ ਵਿੱਚ ਫੇਰ ਦੱਸ ਲਾਈ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਇਹਨੇ ਡਿੱਗਣਾ ਹੀ ਡਿੱਗਣਾ। ਉਹ ਸਿਆਸਤ ਆ। ਮਤਲਬ ਹੁਣ ਤੁਸੀਂ ਦੇਖੋ ਵੀ ਪੰਜਾਬ ਨੂੰ ਆਪਾਂ ਅੱਗੇ ਲੈ ਕੇ ਜਾਣਾ ਜਾਂ ਫਿਰ ਆਪਾਂ ਪੰਜਾਬ ਨੂੰ ਉੱਥੇ ਰੱਖਣਾ, ਇਹ ਉਹਦੇ ਤੇ ਆ। ਹੁਣ ਚਲੋ ਆਸ ਕਰਦੇ ਹਾਂ ਵੀ ਜੇ ਜਿੱਦਾਂ ਹੁਣ ਤੁਸੀਂ ਆ ਉਦਾਹਰਨ ਦਿੱਤੀ, ਉਹ ਬੜੀ ਇਮੋਸ਼ਨਲ ਉਦਾਹਰਨ ਹੈ ਜੀ, ਇਹ ਫੈਸਲਾ ਲੈਣਾ ਬੜਾ ਔਖਾ ਹੁੰਦਾ। ਜੇ ਇਹੋ ਜਿਹੇ ਫੈਸਲੇ ਲੈਣ ਵਾਲੇ ਲੋਕ ਵੀ ਆਪਣੇ ਪੰਜਾਬ 'ਚ ਵੱਸਦੇ ਆ ਤੇ ਫਿਰ ਆਹ ਤੇ ਗੱਲ ਹੀ ਕੁਛ ਨਹੀਂ ਹੈਗੀ ਵੀ ਅਗਲੇ ਨੂੰ ਆਖਣਾ ਵੀ ਯਾਰ ਆ ਫਲਾਨੀ ਇੱਕ ਮੇਰੇ ਕੋਲ ਨੀਤੀ ਪਈ ਆ, ਫਲਾਨਾ ਮੇਰੇ ਕੋਲੇ ਕਾਗਜ਼ ਪਿਆ,
ਆ ਇੱਥੋਂ ਥੋੜਾ ਜਿਹਾ ਇਦਾਂ ਕਰ ਲਓ ਯਾਰ, ਕਿਸੇ ਦਾ ਭਲਾ ਹੋ ਜਾਊ, ਕੀ ਫਰਕ ਪੈਂਦਾ ਉੱਥੇ? ਨਹੀਂ ਬਿਲਕੁਲ, ਦੇਖੋ ਥੋੜਾ ਜਿਹਾ ਤਾਂ ਸਾਨੂੰ ਮਨੁੱਖਤਾਵਾਦੀ ਹੋਣਾ ਪਊਗਾ ਨਾ। ਅਸੀਂ ਕਿੰਨੀ ਕੁ ਦੇਰ ਆਪਸ ਦੇ ਵਿੱਚ ਹੀ ਲੜੀ ਜਾਣਾ, ਲਾਲਚੀ ਹੋਈ ਜਾਣਾ, ਸਵਾਰਥੀ ਹੋਈ ਜਾਣਾ, ਇਦਾਂ ਨਹੀਂ ਹੈ। ਆਪਣੇ ਹਉਮੈ ਨੂੰ ਵੱਠੇ ਨਹੀਂ ਪਾਉਣੇ ਚਾਹੀਦੇ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਜਿਹੜੀ ਹੈ ਉਹ ਇੱਥੇ ਬਹੁਤ ਚੰਗੇ ਤਰੀਕੇ ਸੋਚਣ ਵਿਚਾਰਨ ਵਾਲੀ ਹੈ ਕਿ ਆਖਿਰਕਾਰ ਸਿਆਸਤਦਾਨ ਸੋਚਣ ਵਿਚਾਰਨ ਲੱਗੇ ਕੁਝ ਦੇਖਦੇ ਨਹੀਂ। ਪੰਜਾਬ ਦੀ ਮੈਨੂੰ ਇੱਕ ਪਾਰਟੀ ਦੱਸਣੀ ਆ ਤੁਸੀਂ, ਜਿਹਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਨਹੀਂ ਸੀ ਕਿਹਾ ਸੀ ਕਿ ਮੁਫਤ ਬਿਜਲੀ ਦੇਵਾਂਗੇ। ਸਾਰਿਆਂ ਨੇ ਕਿਹਾ, ਹਾਲਾਂਕਿ ਪੰਜਾਬ ਦਾ ਵਿੱਤੀ ਤੌਰ ਤੇ ਭੱਠਾ ਬੈਠਾ, ਪੰਜਾਬ ਦੇ ਕੋਲੇ ਪੈਸੇ ਹੈ ਨਹੀਂ। ਅੱਜ ਭਾਵੇਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਕਿ ਜ਼ਹਿਰ ਖਾਣ ਨੂੰ ਪੈਸੇ ਹੈ ਨਹੀਂ, ਹਾਲਾਂਕਿ ਕਾਂਗਰਸ ਪਾਰਟੀ ਨੇ ਵੀ ਮੁਫਤ ਬਿਜਲੀ ਦੇਣ ਦਾ ਵਾਅਦਾ ਤਾਂ ਕਰਤਾ ਸੀ, ਲਾਗੂ ਵੀ ਕਰਤਾ ਹੀ ਮੇਰਾ ਖਿਆਲ ਆ। ਹੁਣ ਮੰਨ ਲਓ ਕਿ ਸਰਕਾਰ ਇਹਨਾਂ ਦੀ ਆ ਜਾਂਦੀ, ਪੈਸੇ ਤਾਂ ਫਿਰ ਵੀ ਜ਼ਹਿਰ ਖਾਣ ਨੂੰ ਨਹੀਂ ਸੀ ਹੋਣੇ। ਆਮ ਆਦਮੀ ਪਾਰਟੀ ਵਾਲੇ ਕਿਹੜਾ ਛੱਪੜ ਸਿੱਟੇ ਆ, ਜੇ ਕਿਸੇ ਹੋਰ ਦੀ ਸਰਕਾਰ ਆ ਜਾਂਦੀ। ਜਾਣੀ ਇੱਕ ਜੇ ਆਪਾਂ ਪ੍ਰੈਕਟੀਕਲੀ ਦੇਖੀਏ, ਪਹਿਲੀ ਗੱਲ ਹੈ ਕਿ ਲੋਕਾਂ ਨੂੰ ਭਾਈ ਪੈਰਾਂ ਦੇ ਉੱਤੇ ਖੜਾ ਕਰੋ, ਲੋਕਾਂ ਦੀ ਖਰੀਦ ਸ਼ਕਤੀ ਵਧਾਓ, ਲੋਕ ਤੁਹਾਡੇ ਬਿਜਲੀ ਦਾ ਬਿੱਲ ਦੇਣ। ਪਰ ਸਾਰੀਆਂ ਹੀ ਪਾਰਟੀਆਂ ਵੋਟਾਂ ਲੈਣ ਦੇ ਲਈ ਮੁਫਤ ਦੇਵਾਂਗੇ। ਤੇ ਇਸ ਵੇਲੇ ਵੀ ਕਿਉਂਕਿ ਫਰਜ਼ ਤਾਂ ਇਹ ਬਣਦਾ ਸੀ ਮੈਨੂੰ ਲੱਗਦਾ ਕਿ ਸਾਰੀਆਂ ਧਿਰਾਂ ਦਾ, ਜੇ ਤੁਸੀਂ ਸਾਰਿਆਂ ਨੇ ਵਾਅਦੇ ਕੀਤੇ ਆ ਕਿ ਮੁਫਤ ਦੇਣੇ, ਜੇ ਤੁਹਾਡੇ ਕੋਲ ਕੋਈ ਢੰਗ ਤਰੀਕਾ, ਜੇ ਤੁਹਾਡੀ ਸਰਕਾਰ ਆ ਜਾਂਦੀ ਤੁਸੀਂ ਵੀ ਤਾਂ ਕਰਨਾ ਸੀ। ਤੁਸੀਂ ਕਿਵੇਂ ਕਰਨਾ ਸੀ ਉਹਨਾਂ ਨੂੰ ਨਹੀਂ ਪਤਾ। ਜਨਤਕ ਤੌਰ ਤੇ ਚਿੱਠੀ ਜਾਰੀ ਕਰ ਦਿਓ, ਲੋਕ ਤੁਹਾਡੀ ਬੱਲੇ ਬੱਲੇ ਕਰਨਗੇ ਕਿ ਭਾਈ ਫਾਰਮੂਲਾ ਤਾਂ ਇਹਨਾਂ ਨੂੰ ਪਤਾ ਸੀ, ਅਸੀਂ ਦੂਜੇ ਐਵੇਂ ਜਿਤਾਏ। ਹਾਂ, ਨਹੀਂ ਚਲੋ ਆਸ ਕਰਦੇ ਹਾਂ ਵੀ ਉਸ ਪਾਸੇ ਕੰਮ ਚੱਲੂਗਾ। ਦੂਜੇ ਪਾਸੇ ਗੱਲ ਕਰੀਏ, ਇਹ ਤਾਂ ਵਾਹਵਾ ਦਿਨਾਂ ਦਾ ਕੇਸ ਚੱਲਦਾ ਸੀਗਾ ਵੀ ਮਜੀਠੀਆ ਸਾਹਿਬ ਨੂੰ ਜੇਲ੍ਹ ਦੇ ਵਿੱਚ ਖਤਰਾ। ਇਹ ਅਕਾਲੀ ਦਲ ਨੇ ਵੀ ਦੋਸ਼ ਲਾਏ, ਉਹਨਾਂ ਦੇ ਵਕੀਲ ਸਾਹਿਬ ਵੱਲੋਂ ਵੀ ਕਿਹਾ ਗਿਆ ਵੀ ਉੱਥੇ ਠੀਕ ਨਹੀਂ। ਉਧਰੋਂ ਸਰਕਾਰ ਦਾ ਪੱਖ ਜਾਂ ਕਹਿ ਲਓ ਕਿ ਜੇਲ੍ਹ ਪ੍ਰਸ਼ਾਸਨ ਦਾ ਪੱਖ ਇਹ ਸੀ ਵੀ ਨਹੀਂ ਜੀ, ਜੋ ਜਿਵੇਂ ਜਿੱਦਾਂ ਸਹੀ ਹੋ ਸਕਦਾ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ। ਹੁਣ ਕਹਿੰਦੇ ਆ ਵੀ ਅਦਾਲਤ ਨੇ ਉਹ ਗੱਲ ਕਲੀਅਰ ਕੀਤੀ, ਉਹ ਕਹਿੰਦੇ ਵੀ ਨਾ ਜੀ, ਇਹ ਸਾਰੇ ਕੁਛ ਨੂੰ ਤੁਸੀਂ ਇੱਕ ਵਾਰ ਦੁਬਾਰਾ ਰਿਵਿਊ ਕਰੋ, ਉਹਨਾਂ ਨੂੰ ਜਿਹੜੀ ਚੀਜ਼ ਉਹਨਾਂ ਦੀ ਬਣਦੀ ਹੈ, ਜੋ ਉਹਨਾਂ ਦਾ ਹੱਕ ਬਣਦਾ, ਜੋ ਕੁਛ ਮੰਗਿਆ ਗਿਆ ਸੀ ਉਹਨਾਂ ਦੇ ਵਕੀਲ ਸਾਹਿਬਾਨਾਂ ਵੱਲੋਂ, ਉਹ ਮੁਹੱਈਆ ਕਰਵਾਇਆ ਜਾਵੇ। ਦੇਖੋ ਸੰਧਾਲੀਆ ਸਾਹਿਬ, ਮੈਂ ਕੱਲ ਵੀ ਆਖਿਆ ਸੀ ਕਿ ਅਜੇ ਦੋਸ਼ ਸਾਬਿਤ ਨਹੀਂ ਹੋਏ, ਅਜੇ ਦੋਸ਼ ਲੱਗੇ ਆ। ਜਾਂਚ ਪੜਤਾਲ ਤੋਂ ਬਾਅਦ ਅਦਾਲਤ ਉਹਨਾਂ ਨੂੰ ਦੋਸ਼ੀ ਕਰਾਰ ਦਿੰਦੀ ਹੈ, ਬਰੀ ਕਰਦੀ ਹੈ, ਉਹ ਬਾਅਦ ਦੀਆਂ ਗੱਲਾਂ। ਕਿਉਂਕਿ ਬਿਕਰਮ ਸਿੰਘ ਮਜੀਠੀਆ ਕਈ ਵਾਰ ਪਹਿਲਾਂ ਕਹਿ ਚੁੱਕੇ ਸੀ ਕਿ ਭਾਈ ਦੇਖੋ ਇਸ ਕੇਸ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਨੂੰ ਸਜ਼ਾ ਹੋ ਚੁੱਕੀ ਹੈ, ਮੇਰਾ ਨਾਂ ਤਾਂ ਸਿਆਸੀ ਰੰਜਿਸ਼ ਦੇ ਆਧਾਰ ਦੇ ਉੱਤੇ ਵਿੱਚ ਪਾਇਆ ਗਿਆ। ਉਹ ਅਦਾਲਤ ਨੇ ਦੇਖਣਾ, ਉਹਨਾਂ ਨੇ ਕਹਿ ਦਿੱਤਾ। ਪਰ ਜਿਹੜੇ ਦੋਸ਼ 3-4 ਲਾਏ ਸੀ ਕਿ ਭਾਈ 10-12 ਸਾਲ ਪੁਰਾਣੀ ਕੋਠੜੀ ਹੈ, ਬੰਦ ਪਈ ਸੀ, 8x8 ਦੀ ਹੈ, ਜੌੜਾ ਚੱਕੀ ਹੈ, ਜਿਹਦੇ ਵਿੱਚ ਤਾਂ ਆਮ ਸਧਾਰਨ ਹਵਾਲਾਤੀ ਨੂੰ ਰੱਖਿਆ ਹੀ ਨਹੀਂ ਜਾ ਸਕਦਾ, ਬਿਕਰਮ ਸਿੰਘ ਮਜੀਠੀਆ ਨੂੰ ਉਹਦੇ 'ਚ ਰੱਖਿਆ ਗਿਆ, ਲਾਗੇ ਗੈਂਗਸਟਰ ਨੇ, ਉਹਨਾਂ ਤੋਂ ਖਤਰਾ ਹੈ, ਬੜਾ ਕੁਝ ਕਿਹਾ ਗਿਆ। ਜੇ ਤਾਂ ਇਹ ਸਾਰਾ ਕੁਝ ਕਾਨੂੰਨ ਤੋਂ ਨਿਯਮਾਂ ਤੋਂ ਬਾਹਰ ਜਾ ਕੇ ਕੀਤਾ ਰਿਹਾ, ਮਾੜੀ ਗੱਲ ਹੈ। ਪਰ ਅਦਾਲਤ ਦੇ ਵਿੱਚ ਜਦੋਂ ਅਰਜ਼ੀ ਗਈ ਤਾਂ ਉਹਨਾਂ ਨੇ ਇਹੀ ਕਿਹਾ ਕਿ ਸੁਰੱਖਿਆ ਯਕੀਨੀ ਬਣਾਓ। ਪਰ ਜਿੰਨੀ ਕੁ ਜਾਣਕਾਰੀ ਸਾਨੂੰ ਹੈ, ਸ਼ਾਇਦ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹਨਾਂ ਨੂੰ ਉੱਥੇ ਰੱਖੋ ਜਾਂ ਇੱਥੇ ਰੱਖੋ, ਕਿਉਂਕਿ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਸੀ ਕਿ ਅਸੀਂ ਜੋ ਕੁਝ ਕਰ ਰਹੇ ਹਾਂ ਨਿਯਮਾਂ ਦੇ ਮੁਤਾਬਕ ਕਰ ਰਹੇ ਹਾਂ। ਹੁਣ ਉਹ ਸਾਬਕਾ ਕੈਬਨਿਟ ਮੰਤਰੀ ਨੇ, ਸਾਬਕਾ MLA ਨੇ, ਤਾਂ ਜੇ ਸਾਬਕਾ ਕੈਬਨਿਟ ਮੰਤਰੀ ਹੋਣ ਦੇ ਨਾਤੇ ਉਹਨਾਂ ਨੂੰ ਕੋਈ ਸਹੂਲਤ ਉੱਥੇ ਵੱਧ ਮਿਲ ਸਕਦੀ ਹੈ, ਅਖਬਾਰ ਮਿਲ ਸਕਦੀ ਹੈ ਜਾਂ ਕਾਗਜ਼ ਪੈਨ ਮਿਲ ਸਕਦਾ ਜਾਂ ਜੋ ਵੀ, ਸਾਨੂੰ ਨਹੀਂ ਪਤਾ ਕੀ ਹੈ, ਉਹ ਦੇਣੀ ਚਾਹੀਦੀ ਹੈ। ਪਰ ਫਿਰ ਵੀ ਜਿਹੜੀ ਗੱਲ ਦੀ ਆਸ ਲਾ ਕੇ ਸ਼ਾਇਦ ਵਕੀਲਾਂ ਨੇ ਅਰਜ਼ੀ ਦਿੱਤੀ ਹੋਊਗੀ ਕਿ ਭਾਈ ਅਦਾਲਤ ਇਹਦਾ ਠੋਕਮਾ ਫੈਸਲਾ ਦਿਓ ਕਿ ਇਹਨਾਂ ਨੂੰ ਇੱਥੇ ਰੱਖੋ, ਉੱਦਾਂ ਦੀ ਗੱਲ ਨਹੀਂ ਜਾਪਦੀ। ਸੁਰੱਖਿਆ ਦੀ ਗਰੰਟੀ ਲੈਣ ਨੂੰ ਜ਼ਰੂਰ ਕਿਹਾ। ਹਾਂ, ਵੀ ਮਤਲਬ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜੀ ਚੀਜ਼ ਦਾ ਇਹਨਾਂ ਦਾ ਇਤਰਾਜ਼ ਆ ਭਾਈ ਸਾਹਿਬ, ਉਹਨੂੰ ਤੁਸੀਂ ਧਿਆਨ 'ਚ ਰੱਖੋ। ਬਾਕੀ ਮੇਰਾ ਖਿਆਲ ਹੋਣਾ 20 ਤੋਂ ਬਾਅਦ ਜਾ ਕੇ ਉਹ ਸੁਪਰੀਮ ਕੋਰਟ ਵਾਲੇ ਪਾਸੇ ਵੀ ਸੁਣਵਾਈ, ਉਧਰੋਂ ਵੀ ਕੋਈ ਨਾ ਕੋਈ ਫੈਸਲਾ ਡਿਸੀਜਨ ਆਉਣਾ। ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਮਹੀਨੇ ਦੇ ਐਂਡ ਤੱਕ ਜਾਂਦਿਆਂ ਕੁਛ ਨਾ ਕੁਛ ਇਹਦੇ 'ਚ ਕਲੈਰਿਟੀ ਆ ਜਾਊਗੀ ਜੀ। ਪਰ ਉਦੋਂ ਤੱਕ ਤੇ ਇਹੋ ਹੀ ਆ ਵੀ ਉਹ ਆਪਣਾ ਦੋਸ਼ ਲਾਉਣਗੇ, ਉਹ ਆਪਣੀ ਕਲੈਰੀਫਿਕੇਸ਼ਨ ਦੇਣਗੇ, ਸੱਚ ਅਜੇ ਤੱਕ ਸਾਹਮਣੇ ਨਹੀਂ ਆਇਆ। ਤੇ ਉਧਰ PTC ਵਾਲੇ ਮਾਮਲੇ ਦੀ ਵੀ ਚਰਚਾ ਜਿਹੜੀ ਥੋੜੀ ਜਿਹੀ ਕਰ ਲਈਏ, ਕਿਉਂਕਿ PTC ਦੇ MD ਸਾਹਿਬ ਜਿਹੜੇ ਨੇ ਉਹ ਹਿਰਾਸਤ ਦੇ ਵਿੱਚ ਨੇ। 14 ਦਿਨ ਦੇ ਲਈ ਰਿਮਾਂਡ ਤੋਂ ਬਾਅਦ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਤੇ ਉਹਨਾਂ ਨੇ ਪੱਕੀ ਜ਼ਮਾਨਤ ਦੀ ਅਰਜ਼ੀ ਲਾਈ ਸੀ ਅਦਾਲਤ ਦੇ ਵਿੱਚ, ਪਰ ਉਹ ਅਰਜ਼ੀ ਖਾਰਜ ਕਰ ਦਿੱਤੀ ਹੈ। ਇਹਦੇ ਤੋਂ ਇਲਾਵਾ ਕਈ ਬੰਦੇ ਜਿਹੜੇ ਅਜੇ ਇਹਦੇ ਵਿੱਚ ਲੋੜੀਂਦੇ ਨੇ, ਜਿਹੜੇ ਫੜਨੇ ਆ, ਉਹਨਾਂ ਨੇ ਬਾਰੋ-ਬਾਰ ਆਪਣੇ ਵਕੀਲਾਂ ਦੇ ਨਾਲ ਹੀ ਅਰਜ਼ੀਆਂ ਲਵਾਈਆਂ ਸੀ, ਅਰਜ਼ੀਆਂ ਉਹਨਾਂ ਦੀਆਂ ਵੀ ਖਾਰਜ ਹੋਈਆਂ। ਸੋ ਹਾਲ ਦੀ ਘੜੀ ਇਹਦਾ ਮਤਲਬ ਹੈ ਕਿ PTC ਦੇ MD ਸਾਹਿਬ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਊਗਾ। ਪਰ ਦੂਸਰੇ ਪਾਸੇ ਹੁਣ PTC ਚੈਨਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇੱਕ ਚਿੱਠੀ ਲਿਖੀ ਹੈ ਤੇ ਉਹਨਾਂ ਦੇ ਦਫ਼ਤਰ ਦੇ ਜਿਹੜੇ ਕਰਮਚਾਰੀ ਅਧਿਕਾਰੀ ਨੇ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਸਾਨੂੰ PTC ਵੱਲੋਂ ਚਿੱਠੀ ਮਿਲੀ ਹੈ, ਅਰਜ਼ੀ ਮਿਲੀ ਹੈ। ਤਾਂ ਉਹਦੇ ਵਿੱਚ ਬੇਨਤੀ ਕੀ ਕੀਤੀ, ਉਹ ਕਹਿੰਦੇ ਜੀ ਦੇਖੋ, ਅਸੀਂ ਬੜੇ ਚਿਰਾਂ ਤੋਂ ਟੈਲੀਕਾਸਟ ਕਰਦੇ ਆ ਰਹੇ ਹਾਂ, ਜੁੜੇ ਹੋਏ ਹਾਂ, ਤੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਪੱਧਰ ਦੇ ਉੱਤੇ ਜਾਂਚ ਕਰਾ ਲਓ, ਗਲਤੀ ਕੋਈ ਨਹੀਂ, ਕਸੂਰ ਕੋਈ ਨਹੀਂ, ਸਾਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ। ਹੁਣ ਇਹ ਜਿਹੜੀ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਗਈ ਹੈ, ਉਹਦੇ ਤੋਂ ਬਾਅਦ ਜਥੇਦਾਰ ਸਾਹਿਬ ਕੀ ਫੈਸਲਾ ਲੈਂਦੇ ਆ, ਕਿ ਉਹ ਆਪਣੇ ਪੱਧਰ ਤੇ ਜਾਂਚ ਕਰਾਉਣਗੇ? ਕਿਉਂਕਿ ਜੋ ਆਪਣੇ ਪੱਧਰ ਤੇ ਜਾਂਚ ਕਰਾਉਂਦੇ ਵੀ ਹੈ, ਕੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਜਾਂਚ
ਅਦਾਲਤ ਦੇ ਵਿੱਚ ਚੱਲ ਰਹੇ ਮਾਮਲੇ ਦੇ ਉੱਤੇ ਕੋਈ ਕਾਨੂੰਨੀ ਤੌਰ ਤੇ ਪ੍ਰਭਾਵ ਪਾ ਸਕਦੀ ਹੈ ਕਿ ਨਹੀਂ, ਇਹ ਵੀ ਦੇਖਣਾ ਪਊਗਾ। ਨਹੀਂ, ਬਿਲਕੁਲ ਸਹੀ। ਵੈਸੇ ਲੱਗਦਾ ਤਾਂ ਇਹ ਹੈ ਵੀ ਉਸ ਚਿੱਠੀ ਤੋਂ ਬਹੁਤਾ ਕਰਕੇ ਤਾਂ ਉਹਨਾਂ ਨੇ ਇਹੀ ਆਸ ਕੀਤੀ ਹੈ ਵੀ ਜਿਹੜਾ ਉਹ ਪ੍ਰਸਾਰਣ ਹੈ ਵੀ ਉਹ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ। ਸ਼ਾਇਦ ਉਧਰੋਂ ਤਾਂ ਮੇਰੇ ਖਿਆਲ ਉਹ ਉਹਨਾਂ ਨੂੰ ਹਰੀ ਝੰਡੀ ਦੇ ਹੀ ਸਕਦੇ ਆ ਵੀ ਹਾਂਜੀ ਅਸੀਂ ਆਪਣੀ ਜਾਂਚ ਦੇ ਵਿੱਚ ਪਾਇਆ ਵੀ ਇਹਨਾਂ ਦਾ ਕੋਈ ਲਿੰਕ ਨਹੀਂ ਹੈ, ਇਸ ਕਰਕੇ ਉਹ ਜਿਹੜੀ ਕਹਿ ਲਓ ਕਿ ਵੀ ਪ੍ਰਸਾਰਣ ਆ ਜਦੋਂ ਤੱਕ ਦਾ ਵੀ ਐਗਰੀਮੈਂਟ ਹੈਗਾ 22-23 ਤੱਕ ਦਾ ਉਸ ਤਰ੍ਹਾਂ ਚੱਲਦਾ ਰਹੂਗਾ। ਪਰ ਉਹ ਕਿਉਂਕਿ ਡਿਸੀਜਨ ਅਜੇ ਆਉਣਾ, ਜਦੋਂ ਆਊਗਾ ਉਦੋਂ ਆਪਾਂ ਉਹਦੇ ਤੇ ਗੱਲ ਕਰ ਲਵਾਂਗੇ। ਦੂਸਰੇ ਪਾਸੇ ਜੇ ਆਪਾਂ ਦੁਬਾਰਾ ਮੋੜਾ ਕੱਟੀਏ ਪੰਜਾਬ ਵਾਲੇ ਪਾਸੇ ਨੂੰ, ਭੁੱਲਰ ਸਾਹਿਬ ਬੜੇ ਸਰਗਰਮ ਨੇ। ਉਹ ਕਿਉਂਕਿ ਵਾਹਵਾ ਦਿਨਾਂ ਤੋਂ ਉਡੀਕਿਆ ਜਾ ਰਿਹਾ ਸੀ ਵੀ ਜਿਹੜੀ ਚੀਜ਼ ਉਦੋਂ ਟਰਾਂਸਪੋਰਟ ਮੰਤਰੀ ਅੱਜ ਕੱਲ੍ਹ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ ਕਾਂਗਰਸ ਪਾਰਟੀ ਦੇ, ਉਦੋਂ ਟਰਾਂਸਪੋਰਟ ਮੰਤਰੀ ਸੀ, ਉਹ ਕਹਿੰਦੇ ਸੀ ਆਹ ਦੇਖੋ ਜੀ ਮੈਂ ਕੀਤੀ ਆਮਦਨ ਦੁੱਗਣੀ ਤਿੱਗਣੀ, ਆਹ ਦੇਖੋ ਕਿੱਦਾਂ ਕਰੋੜਾਂ ਰੁਪਏ ਡਿੱਗਦਾ। ਹੁਣ ਭੁੱਲਰ ਸਾਹਿਬ ਕਹਿੰਦੇ ਵੀ ਮਹਾਰਾਜ ਜਿਹੜੀ ਆਮਦਨ ਉਦੋਂ ਹੋਈ ਸੀ ਮੈਂ ਤਾਂ ਉਤੋਂ ਹੀ ਚੱਕਦੀ ਆਮਦਨ, ਤੁਸੀਂ ਆਹ ਦੇਖ ਲਓ ਵੀ 3 ਮਹੀਨੇ ਦਾ ਅੰਕੜਾ ਤਾਂ ਆਹ ਕਹਿੰਦਾ ਵੀ ਉਹ 37-38 ਕਰੋੜ ਕਹਿੰਦੇ ਵੀ ਅਸੀਂ ਵਧਾਤਾ ਉਹਦੇ ਨਾਲੋਂ ਹੋਰ ਜ਼ਿਆਦਾ। ਹੁਣ ਕਾਰਨ ਇਹ ਆ ਵੀ ਜੇ ਆਉਂਦਿਆਂ ਸਾਰ ਹੀ ਮੰਤਰੀ ਸਾਹਿਬ ਵੀ ਅਚਾਨਕ ਤੋਂ ਆਮਦਨ ਵਧਾ ਦਿੰਦੇ, ਦੂਸਰੇ ਪਾਸੇ ਜਿਹੜੇ ਪਹਿਲੇ ਮੰਤਰੀ ਸਾਹਿਬ ਆਏ ਉਹ ਵੀ ਕਹਿੰਦੇ ਵੀ ਮੈਂ ਆਮਦਨ ਵਧਾਤੀ, ਫਿਰ ਕਈ ਥਾਵਾਂ ਤੋਂ ਜਿਹੜੀਆਂ ਖਬਰਾਂ ਆਉਂਦੀਆਂ ਵੀ ਯਾਰ ਉਹ ਤਖਤੀਆਂ ਲੈ ਕੇ ਵਿਚਾਰੇ ਮੁਲਾਜ਼ਮ ਖਲੋਤੇ ਆ ਵੀ ਸਾਨੂੰ ਤਨਖਾਹ ਨਹੀਂ ਮਿਲਦੀ, ਫਿਰ ਉਹ ਪੈਸਾ ਜਾਂਦਾ ਕਿੱਥੇ ਆ? ਦੇਖੋ ਸੰਧਾਲੀਆ ਸਾਹਿਬ, ਬੇੜਾ ਤਾਂ ਗਰਕ ਕੀਤਾ ਗਿਆ। ਅਸੀਂ ਇੱਕ ਬੰਦੇ ਦੇ ਉੱਤੇ ਦੋਸ਼ ਨਹੀਂ ਲਾਉਂਦੇ, ਕਿਉਂਕਿ ਜੇ ਸਾਡੇ ਆਂਢ ਗੁਆਂਢ ਵਾਲੇ ਸੂਬਿਆਂ ਦੇ ਵਿੱਚ ਬਹੁਤੀਆਂ ਬੱਸਾਂ ਸਰਕਾਰੀ ਚੱਲਦੀਆਂ ਤੇ ਉਹ ਆਮਦਨ ਕਮਾਉਂਦੀਆਂ ਤੇ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਸੇਵਾਵਾਂ ਦੇ ਰਹੀਆਂ, ਤਾਂ ਪੰਜਾਬ ਦੇ ਵਿੱਚ ਕਿਹੜਾ ਇਹਨਾਂ ਦੇ ਲਈ ਗਰੀਸ ਮੁੱਕ ਗਈ ਸੀ ਕਿ ਭਾਈ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਨੂੰ ਗਰੀਸ ਨਹੀਂ ਹੁੰਦੀ ਤੇ ਚੱਲ ਨਹੀਂ ਸਕਦੀਆਂ। ਹੌਲੀ ਹੌਲੀ ਕਰਕੇ ਸਰਕਾਰੀ ਬੱਸ ਸੇਵਾ ਲਈ ਹੁਣ ਲਾਈ ਗਈ, ਬਹੁਤ ਸਾਰੇ ਵੱਡੇ ਘਰਾਣਿਆਂ ਨੇ ਆਪਣੀਆਂ ਬੱਸਾਂ ਜਿਹੜੀਆਂ ਉਹ ਵਧਾ ਲਈਆਂ, ਚਲੋ ਕੋਈ ਗੱਲ ਨਹੀਂ, ਉਹਨਾਂ ਨੇ ਕਰ ਲਿਆ। ਰਾਜਾ ਵੜਿੰਗ ਹੋਰਾਂ ਨੇ ਜਦੋਂ ਕਿਹਾ ਸੀ, ਕਿਉਂਕਿ ਉਹ ਤਾਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਦੱਸਦੇ ਹੁੰਦੇ ਸੀ ਜੀ ਪਿਛਲੇ ਮਹੀਨੇ ਇੰਨੀ ਆਮਦਨ ਸੀ, ਮੈਂ ਆਇਆ ਇੰਨੀ ਆਮਦਨ ਕਰ ਦਿੱਤੀ, ਆਉਣ ਵਾਲੇ ਸਮੇਂ ਦੇ ਵਿੱਚ ਇੰਨੇ ਕਈ 3-4 ਪ੍ਰੈਸ ਕਾਨਫਰੰਸ ਉਹਨਾਂ ਨੇ ਥੋੜ੍ਹੇ ਮਹੀਨਿਆਂ ਦੇ ਵਿੱਚ ਹੀ ਆਮਦਨ ਦੇ ਵਾਧੇ ਦੀਆਂ ਕੀਤੀਆਂ। ਬੱਸਾਂ ਫੜੀਆਂ ਵੀ ਖੁਦ ਲਾਈਵ ਹੋ ਜਾਂਦੇ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਭਾਈ ਆ ਬੱਸ ਦੇਖੋ ਪੇਪਰ ਹੈਗੇ ਆ, ਜਾਓ ਸਵਾਰੀਆਂ ਨੂੰ ਛੱਡ ਕੇ ਆਓ, ਪੇਪਰ ਇੱਥੇ ਰੱਖ ਜਾਓ, ਇੱਥੇ ਲਿਆ ਕੇ ਬੱਸ ਲਾ ਦੇਣੀ ਹੈ, ਸਵਾਰੀਆਂ ਨੂੰ ਕੋਈ ਦਿੱਕਤ ਨਾ ਹੋਵੇ। ਆਪ ਬੱਸ ਦੇ ਵਿੱਚ ਚੜ੍ਹ ਕੇ ਗੱਲਾਂ ਕਰਦੇ ਹੁੰਦੇ ਸੀ। ਦੇਖੋ ਕੰਮ ਤਾਂ ਕਰਨ ਵਾਲਾ ਹੈ, ਸਾਡੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਕਰਨ, ਸਾਡੇ ਵੱਲੋਂ ਅਕਾਲੀ ਦਲ ਦਾ ਕੋਈ ਲੀਡਰ ਕਰੇ, ਸਾਡੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਹੋਰੀ ਕਰਨ। ਸਰਕਾਰੀ ਬੱਸ ਸੇਵਾ ਪੈਰਾਂ ਸਿਰ ਹੋਣੀ ਚਾਹੀਦੀ ਹੈ, ਇਕੱਲੀ ਇਸ ਕਰਕੇ ਨਹੀਂ ਕਿ ਸਰਕਾਰ ਦੇ ਖਜ਼ਾਨੇ 'ਚ 4 ਪੈਸੇ ਜਾਣ। ਸੰਧਾਲੀਆ ਸਾਹਿਬ, ਪਿੰਡਾਂ ਦੇ ਵਿੱਚੋਂ ਬੱਚਿਆਂ ਨੇ ਪੜ੍ਹਨ ਜਾਣਾ, ਇਹ ਕਹਿੰਦੇ ਨਾ ਕਿ ਆਪਾਂ ਸਕੂਲ ਤੇ ਕਾਲਜ ਦਾ ਸਿਸਟਮ ਮਜ਼ਬੂਤ ਕਰ ਦੇਣਾ, ਵਧੀਆ ਤਰੀਕੇ ਦੇ ਨਾਲ ਕਰ ਦੇਣਾ। ਬੱਚਾ ਆਪਦੇ ਘਰੋਂ ਨਿਕਲੇ ਤਿਆਰ ਹੋ ਕੇ, ਝੋਲਾ ਬਸਤਾ ਉਹਦੇ ਕੋਲ ਹੋਵੇ, ਸਕੂਲ ਵਾਲਾ ਬੈਗ ਉਹਦੇ ਕੋਲ ਹੋਵੇ, ਤੇ ਉਹਦੇ ਮਨ ਦੇ ਵਿੱਚ ਖਿਆਲ ਇਹੀ ਚਾਹੀਦਾ ਕਿ ਮੈਂ ਪੜ੍ਹਨਾ ਕੀ ਹੈ, ਅੱਜ ਪ੍ਰੈਕਟੀਕਲ ਕਿਹੜਾ ਕਰਨਾ, ਅੱਜ ਥਿਊਰੀ ਕਿਹੜੀ ਕਰਨੀ ਹੈ, ਅੱਜ ਟੀਚਰ ਨੂੰ ਸਵਾਲ ਕਿਹੜਾ ਪੁੱਛਣਾ, ਅੱਜ ਲੈਬੋਰਟਰੀ ਦੇ ਵਿੱਚ ਜਾ ਕੇ ਮੈਂ ਕੀ ਕਰਨਾ। ਉਹਨੂੰ ਇਸ ਗੱਲ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਭਾਈ ਮੈਂ ਪਹਿਲਾਂ 4 ਕਿਲੋਮੀਟਰ ਸਾਈਕਲ ਦੇ ਉੱਤੇ ਜਾਣਾ, ਉਹਦੇ ਤੋਂ ਬਾਅਦ ਬੱਸ ਲੈਣੀ ਹੈ, ਪਤਾ ਨਹੀਂ ਬੱਸ ਤਾਂ ਰੋਡਵੇਜ਼ ਦੀ ਆਉਣੀ ਹੈ ਕਿ ਨਹੀਂ ਆਉਣੀ, ਭਾਪੇ ਤੋਂ ਕਿਰਾਇਆ ਜਿਹੜਾ ਹੈ ਨਹੀਂ ਤਾਂ ਫਿਰ ਮੈਂ ਜਾਊਂਗਾ ਉੱਥੇ ਕਿੱਦਾਂ। ਪਿੰਡਾਂ ਤੋਂ ਸਰਕਾਰੀ ਬੱਸਾਂ ਚੱਲਣ, ਜਿੱਥੇ ਮਲਾਈਦਾਰ ਰੂਟ ਨੇ, ਜਿੱਥੋਂ 4 ਪੈਸੇ ਬਚਦੇ ਆ, ਉੱਥੇ ਵੀ ਸਰਕਾਰੀ ਬੱਸਾਂ ਦੀ ਪੂਰੀ ਪ੍ਰਤੀਨਿਧਤਾ ਹੋਵੇ। ਅਸੀਂ ਨਹੀਂ ਕਹਿੰਦੇ ਕਿ ਪ੍ਰਾਈਵੇਟ ਬੱਸਾਂ ਬੰਦ ਕਰ ਦਿਓ, ਪਰ ਸਰਕਾਰੀ ਬੱਸਾਂ ਦੀ ਗਿਣਤੀ ਜੇ ਪੰਜਾਬ ਰੋਡਵੇਜ਼ ਦਾ 2407 ਦਾ ਫਲੀਟ ਸੀ ਮੁਕੰਮਲ ਕਰੋ, ਜਿਨ੍ਹਾਂ ਦਾ ਪੀਟੀਸੀ ਦਾ ਫਲੀਟ ਸੀ ਮੁਕੰਮਲ ਕਰੋ। ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਪਹਿਲਾਂ ਬੱਸ ਸੇਵਾ ਚੱਲਦੀ ਸੀ, ਆਪਾਂ ਖੁਦ ਜਾਂਦੇ ਰਹੇ ਪਿੰਡਾਂ ਦੇ ਵਿੱਚੋਂ ਸਰਕਾਰੀ ਬੱਸਾਂ ਦੇ ਵਿੱਚ ਚੜ੍ਹ ਕੇ, ਮੁੜ ਕੇ ਹੌਲੀ ਹੌਲੀ ਕਰਕੇ ਜੀ ਘਾਟੇ ਦੇ ਰੂਟ ਨੇ ਜੀ, ਇੱਥੋਂ ਸਵਾਰੀਆਂ ਘੱਟ ਚੜ੍ਹਦੀਆਂ ਜੀ, ਮੁਫਤਖੋਰੇ ਚੜ੍ਹਦੇ ਆ ਜੀ, ਪਾਸ ਵਾਲੇ ਚੜ੍ਹਦੇ ਆ। ਪਾਸ ਵਾਲੇ ਕਿਤੇ ਪਾਕਿਸਤਾਨ ਨੂੰ ਬਣਾ ਕੇ ਲਿਆਏ ਆ, ਜੇ ਦਿੱਲੀੋਂ ਪਾਸ ਬਣਾ ਕੇ ਲਿਆਏ ਆ। ਤੁਸੀਂ ਸਹੂਲਤ ਦਿੱਤੀ ਵਿਦਿਆਰਥੀਆਂ ਨੂੰ, ਤੁਸੀਂ ਸਹੂਲਤ ਦਿੱਤੀ ਬੀਬੀਆਂ ਨੂੰ, ਤੁਸੀਂ ਸਹੂਲਤ ਦਿੱਤੀ ਅੰਗਹੀਣਾਂ ਨੂੰ, ਤੁਸੀਂ ਸਹੂਲਤ ਦਿੱਤੀ ਐਮਐਲਏ ਐਮਪੀ ਨੂੰ। ਜਾਂ ਤਾਂ ਤੁਸੀਂ ਸਹੂਲਤ ਦਿਓ ਨਾ, ਤੇ ਮੁੜ ਕੇ ਜੇ ਉਸੇ ਕਰਕੇ ਬੱਸਾਂ ਦੇ ਰੂਟ ਉੱਥੋਂ ਬੰਦ ਕਰ ਦੇਣੇ ਜੀ, ਇੱਥੋਂ ਕਮਾਈ ਨਹੀਂ ਹੁੰਦੀ। ਲੋਕਤੰਤਰ ਦੇ ਵਿੱਚ ਸਰਕਾਰਾਂ ਕਮਾਈ ਕਰਨ ਦੇ ਇਰਾਦੇ ਨਾਲ ਕੰਮ ਨਹੀਂ ਕਰਦੀਆਂ। ਲਾਲਜੀਤ ਸਿੰਘ ਭੁੱਲਰ ਹੋਰਾਂ ਨੇ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਨਵੀਆਂ ਹੁਣ ਸੜਕਾਂ ਤੇ ਤੁਰਨੀਆਂ, ਉਹਨਾਂ ਨੂੰ ਹਰੀ ਝੰਡੀ ਦਿੱਤੀ ਆ, ਬਹੁਤ ਵਧੀਆ। ਬਾਕੀ ਕੰਮ ਵੀ ਦਰੁਸਤ ਕਰਨ। ਯਾਨੀ ਵਧੀਆ ਗੱਲ ਆ, ਜੋ ਆਪਾਂ ਆਸ ਕਰਦੇ ਵੀ ਜੇ ਉਹ ਕਹਿੰਦੇ ਆ ਵੀ 20-25 ਦਿਨ ਹੋਏ ਸਾਡੀ ਸਰਕਾਰ ਬਣਿਆ ਨੂੰ, ਤੇ ਇੰਨੇ ਦਿਨਾਂ ਦੇ ਵਿੱਚ ਅਸੀਂ ਬਹੁਤ ਕੁਝ ਚੇਂਜ ਕਰ ਰਹੇ ਹਾਂ, ਇਸੇ ਸਪੀਡ ਨਾਲ ਹੀ ਲੱਗੇ ਰਹਿਣ ਤੇ ਹੋ ਜਾਣੇ 6 ਮਹੀਨਿਆਂ ਤੱਕ ਕੁਛ ਨਾ ਕੁਛ ਇਹੋ ਜਿਹਾ ਵੀ ਨਜ਼ਰ ਆਉਣ ਲੱਗ ਪਿਆ ਵੀ ਬਾਅਦ ਦੇ ਵਿੱਚ ਅਖਬਾਰ ਤੋਂ ਪੜ੍ਹ ਕੇ ਜਾਂ ਆਪਣੇ ਵਰਗੇ ਟੀਵੀ ਚੈਨਲ ਤੋਂ ਸੁਣ ਕੇ ਦੇਖ ਕੇ ਫਿਰ ਨਾ ਅਗਲੇ ਨੂੰ ਪਤਾ ਲੱਗੇ ਵੀ ਅੱਛਾ ਇਦਾਂ ਹੋ ਗਿਆ। ਲੋਕ ਖੁਦ ਕਹਿਣ ਵੀ ਯਾਰ ਇਦਾਂ ਹੋ ਗਿਆ ਜੀ। ਉਹ ਲੋਕਾਂ ਦੀ ਆਵਾਜ਼ ਬਣਨ ਦੇ ਵਿੱਚ ਅਜੇ ਟਾਈਮ ਲੱਗਣਾ, ਤੇ ਮੇਰੇ ਖਿਆਲ ਨਾਲ ਜਿੱਦਣ ਉਹ ਆਵਾਜ਼ ਬਣ ਗਈ ਉਦੋਂ ਕਿਸੇ ਨੂੰ ਕੋਈ ਕਲੈਰੀਫਿਕੇਸ਼ਨ ਦੇਣ ਦੀ ਲੋੜ ਨਹੀਂ ਪੈਣੀ ਵੀ ਅਸੀਂ ਆਹ ਕੰਮ ਕੀਤਾ ਜਾਂ ਨਹੀਂ ਕੀਤਾ। ਹੁਣ ਜਿੱਦਾਂ ਅਰਜ਼ੀ ਵੀ ਕਹਿੰਦੇ ਸਿੱਖਿਆ ਮੰਤਰੀ ਸਾਹਿਬ ਮੀਤ ਢੇਰ ਸਾਹਿਬ ਨੇ ਕੱਢੀ ਹੈ, ਕਿਉਂਕਿ ਪਿਛਲੇ ਦਿਨਾਂ ਦਾ ਬੜਾ ਰੌਲਾ ਸੀਗਾ ਇਸ ਚੀਜ਼ ਦਾ ਸਕੂਲਾਂ ਨੂੰ ਲੈ ਕੇ ਵੀ ਮਹਾਰਾਜ ਤੁਸੀਂ ਕਹਿ ਤਾਂ ਦਿੱਤਾ ਵੀ ਫੀਸ ਨਹੀਂ ਵਧਾਉਣੀ, ਤੁਸੀਂ ਕਹਿ ਤਾਂ ਦਿੱਤਾ ਜੀ ਵੀ ਵਰਦੀ ਦਾ ਕੋਈ ਰੌਲਾ ਨਹੀਂ ਹੈਗਾ, ਤੁਸੀਂ ਇਹ ਵੀ ਕਹਿ ਦਿੱਤਾ ਜੀ ਕਿਤਾਬਾਂ ਜਿੱਥੋਂ ਮਰਜ਼ੀ, ਪਰ ਮਹਾਰਾਜ ਅਜੇ ਵੀ ਉਹ ਕਹਿ ਦਿੰਦੇ ਵੀ ਫਲਾਨੀ ਦੁਕਾਨ ਹੈ, ਉੱਥੋਂ ਹੀ ਕਿਤਾਬ ਮਿਲਣੀ ਹੈ, ਉੱਥੋਂ ਹੀ ਵਰਦੀ ਲੈਣੀ ਹੈ। ਹੁਣ ਕਹਿੰਦੇ ਵੀ ਉਹਨਾਂ ਨੇ ਚਿੱਠੀ ਕੱਢ ਦਿੱਤੀ ਵੀ ਵੀਰ ਮੇਰੇ ਇੱਦਾਂ ਜਿਹਨੇ ਕੀਤਾ ਫਿਰ ਸਾਡੇ ਤੋਂ ਬੁਰਾ ਨਹੀਂ ਜੀ ਕੋਈ ਵੀ। ਸੰਧਾਲੀਆ ਸਾਹਿਬ, ਕਈ ਵਾਰੀ ਆਪਾਂ ਲੇਟ ਹੋ ਜਾਂਦੇ ਆ, ਬੱਚਿਆਂ ਨੂੰ ਕਹੀਦਾ ਐਤਕੀ ਨਾ ਸਾਲ ਦੇ ਸ਼ੁਰੂ ਤੋਂ ਪੜ੍ਹਨਾ ਸ਼ੁਰੂ ਕਰ ਦੇਣਾ,
ਜੋ ਟੀਚਰ ਅਧਿਆਪਕ ਪੜ੍ਹਾਊਗਾ ਨਾਲ ਘਰ ਆ ਕੇ ਉਹਦੀ ਤਿਆਰੀ ਕਰਨੀ ਹੈ, ਕਿਉਂਕਿ ਆਮ ਤੌਰ ਤੇ ਆਦਤ ਹੁੰਦੀ ਹੈ ਕਿ ਪੇਪਰਾਂ ਦੇ ਲਾਗੇ ਜਾ ਕੇ ਪੜ੍ਹਨਾ। ਹੁਣ ਉਹਦੇ ਲਈ ਕਈ ਵਾਰੀ ਬੰਦਾ ਲੇਟ ਹੋ ਜਾਂਦਾ, ਜਿੰਨੇ ਕੁ ਵੀ ਲੇਟ ਹੋ ਗਏ ਆ ਕੋਈ ਗੱਲ ਨਹੀਂ। ਐਤਕੀ ਬਹੁਤ ਸਾਰੇ ਲੋਕਾਂ ਨੇ ਕਹਿਣਾ ਜੀ ਸਾਡੇ ਤਾਂ ਉੱਥੇ ਇੱਦਾਂ ਹੀ ਚੱਲਦਾ, ਹੋ ਸਕਦਾ ਸਕੂਲਾਂ ਨੇ ਕਿਤਾਬਾਂ ਪ੍ਰਿੰਟ ਕਰਾ ਲਈਆਂ ਹੋਣ, ਹੋ ਸਕਦਾ ਕਿਸੇ ਇੱਕ ਦੁਕਾਨ ਦੇ ਨਾਲ ਐਗਰੀਮੈਂਟ ਹੋਵੇ। ਮੈਂ ਇਹ ਸੋਚਦਾ ਸੀ ਜੇ ਐਤਕੀ ਅੱਧਾ ਕੰਮ ਵੀ ਦਰੁਸਤ ਹੋ ਜਾਵੇ ਨਾ, ਅੱਧਾ ਵੀ 50% ਵੀ, ਅਗਲੇ ਸੈਸ਼ਨ ਦੇ ਵਿੱਚ ਸਾਰਾ ਹੀ ਦਰੁਸਤ ਹੋ ਜਾਊਗਾ। ਪਰ ਜੇ ਐਤਕੀ ਅੱਧਾ ਬਿਨਾ ਹੋਇਆ ਤਾਂ ਅਗਲੀ ਵਾਰੀ ਪੂਰਾ ਨਹੀਂ ਹੋਣਾ। ਹੋ ਸਕਦਾ ਕਮੀਆਂ ਬੇਸ਼ੀਆਂ ਰਹਿ ਜਾਣ, ਕਿਉਂਕਿ ਬਹੁਤ ਸਾਰੇ ਸਕੂਲਾਂ 'ਚ ਐਡਮਿਸ਼ਨ ਹੋ ਗਏ ਆ, ਬਹੁਤ ਸਾਰੇ ਸਕੂਲਾਂ ਨੇ ਕਿਤਾਬਾਂ ਵੇਚਤੀਆਂ, ਫੀਸਾਂ ਫੂਸਾਂ ਲੈ ਲਈਆਂ। ਹੋ ਸਕਦਾ ਕਿ ਕੋਈ ਬੰਦਾ ਕਹੇ ਜੀ ਫੀਸ ਤਾਂ ਨਹੀਂ ਵਧਾਉਂਦੇ, ਫੰਡ ਵਧਾ ਦਿੰਦੇ ਆ। ਜਿਹੜੀਆਂ ਐਤਕੀ ਕਮੀਆਂ ਬੇਸ਼ੀਆਂ ਕਮਜ਼ੋਰੀਆਂ ਨਿਕਲਣਗੀਆਂ ਅਗਲੀ ਵਾਰੀ ਦੂਰ ਹੋ ਜਾਣਗੀਆਂ। ਪਰ ਹੁਣ ਜਿਹੜੀ ਚਿੱਠੀ ਕੱਢੀ ਹੈ, ਚੰਗਾ ਹੋਇਆ ਚਿੱਠੀ ਕੱਢਤੀ, ਪਹਿਲਾਂ ਮੂੰਹ ਜ਼ਬਾਨੀ ਹੁਕਮ ਸੀ। ਉਹਦੇ ਵਿੱਚ ਇਹ ਲਿਖਿਆ ਗਿਆ ਕਿ ਮੰਨ ਲਓ ਕਿ ਆਪ 2022-23 ਦਾ ਵਿੱਦਿਅਕ ਵਰ੍ਹਾ, ਉਹਦੇ ਵਿੱਚ ਜਿਹੜੀ ਵਰਦੀ ਲਾਤੀ ਹੈ ਉਹ ਅਗਲੇ ਸਾਲ ਵੀ ਉਹੀ ਰਹੂਗੀ। ਤੁਸੀਂ ਉਹਦਾ ਰੰਗ ਨਹੀਂ ਤਬਦੀਲ ਕਰ ਸਕਦੇ, ਤੁਸੀਂ ਉਹਦਾ ਡਿਜ਼ਾਈਨ ਨਹੀਂ ਚੇਂਜ ਕਰ ਸਕਦੇ, ਕਿਉਂਕਿ ਕਈ ਤੁਹਾਡੇ ਵਰਗੇ ਸਿਆਣੇ ਬੱਚੇ ਵੀ ਹੁੰਦੇ ਆ ਜਿਹੜੇ ਵਰਦੀ ਖਰਾਬ ਨਹੀਂ ਕਰਦੇ, ਝੱਗਾ ਨਹੀਂ ਪਾੜਦੇ, ਪੈਂਟ ਜਿਹੜੀ ਹੈ ਉਹਨੂੰ ਪਾਉਣ ਜੋਗੀ ਰੱਖਦੇ ਆ ਕਿ ਭਾਈ ਅਗਲੇ ਸਾਲ ਵੀ ਪਾ ਲਾਂਗੇ। ਹੁਣ ਕਈ ਇਦਾਂ ਦੇ ਵੀ ਹੁੰਦੇ ਮੇਰੇ ਵਰਗੇ ਜਿਨ੍ਹਾਂ ਨੂੰ ਹੁੰਦਾ ਕਿ ਭਾਈ ਬਟਨ ਤਾਂ ਪਹਿਲੇ ਦਿਨ ਹੀ ਤੜਾ ਲਿਆਉਣੇ ਆ, ਕਿਉਂਕਿ ਕੁੱਟ-ਕੱਟ ਖਾਂਦੇ ਆ, ਤੜਾ ਲਿਆਉਣੇ, ਆਪ ਨਹੀਂ ਤੋੜਨੇ ਮੈਂ ਕਹਿੰਦਾ। ਤੇ ਉਹਨਾਂ ਬੱਚਿਆਂ ਦਾ ਫਿਰ ਕਹਿੰਦੇ ਜੀ ਨੁਕਸਾਨ ਹੁੰਦਾ। ਜਾਂ ਕਈ ਵਾਰੀ ਹੁੰਦਾ ਕਿ ਆਹ ਇੱਕ ਬੱਚੇ ਦੀ ਵਰਦੀ ਹੈ, ਇੱਕ ਸਾਲ ਛੋਟਾ ਬੱਚਾ ਵੀ ਉਸੇ ਘਰ ਦੇ ਵਿੱਚ ਹੀ ਹੈ, ਜੇ ਵਰਦੀ ਉਹੀ ਰਹੂਗੀ ਦੂਜੇ ਸਾਲ ਵੀ ਤਾਂ ਸ਼ਾਇਦ ਉਹ ਛੋਟਾ ਬੱਚਾ ਪਾ ਲਵੇ। ਹੁਣ ਇਹ ਫੈਸਲਾ ਚੰਗਾ ਕੀਤਾ, ਐਤਕੀ ਲਾਗੂ ਹੋ ਪਾਏਗਾ ਕਿ ਨਹੀਂ ਇਹ ਪਤਾ ਨਹੀਂ ਪੂਰੀ ਤਰੀਕੇ ਨਾਲ। ਦੂਸਰੀ ਗੱਲ ਇਹ ਕਹਿ ਦਿੱਤਾ ਗਿਆ ਕਿ ਇਲਾਕੇ ਦੇ ਮੁਤਾਬਕ, ਕਿ ਜੇ ਛੋਟਾ ਸ਼ਹਿਰ ਹੈ ਜਾਂ ਛੋਟਾ ਇਲਾਕਾ, C ਕਲਾਸ ਇਲਾਕਾ, ਇਹ ਨਹੀਂ ਕਿ ਉਹ ਵਿੱਤੀ ਪੱਧਰ ਦੇ ਮੁਤਾਬਕ ਨਹੀਂ, ਆਬਾਦੀ ਦੇ ਮੁਤਾਬਕ। ਜੇ ਉੱਥੇ ਕੋਈ ਪ੍ਰਾਈਵੇਟ ਸਕੂਲ ਆ ਉਹਨੂੰ ਘੱਟੋ ਘੱਟ 3 ਦੁਕਾਨਾਂ ਦੇ ਐਡਰੈਸ, ਟੈਲੀਫੋਨ ਨੰਬਰ ਤੇ ਦੁਕਾਨ ਦਾ ਨਾਂ ਸਕੂਲ ਦੇ ਬੋਰਡ ਦੇ ਉੱਤੇ ਲਿਖ ਕੇ ਲਾਉਣਾ ਪਊਗਾ ਕਿ ਇਸ ਸਕੂਲ ਦੀਆਂ ਸਾਰੀਆਂ ਕਿਤਾਬਾਂ ਇਹਨਾਂ 3 ਘੱਟੋ ਘੱਟ ਦੁਕਾਨਾਂ ਤੋਂ ਮਿਲਦੀਆਂ, ਵੱਧ ਤੋਂ ਜਿੰਨੀਆਂ ਮਰਜ਼ੀ ਮਿਲ ਜਾਣ, ਕਿ ਤੁਹਾਨੂੰ ਇੱਥੋਂ ਮਨਾ ਨਹੀਂ ਕਰਨਗੇ। ਉਹ ਲਿਸਟ ਜਿਹੜੀ ਹੈ ਉਹ ਸਰਕਾਰੀ ਦਫ਼ਤਰ 'ਚ ਵੀ ਜਮ੍ਹਾਂ ਕਰਾਉਣੀ ਪਊਗੀ ਕਿ ਅਸੀਂ ਨਿੱਜੀ ਸਕੂਲ ਵਾਲੇ ਹਾਂ ਤੇ ਸਾਡੇ ਸਕੂਲ ਦੀਆਂ ਸਿਲੇਬਸ ਦੀਆਂ ਕਿਤਾਬਾਂ ਇਹਨਾਂ 3 ਦੁਕਾਨਾਂ ਤੋਂ ਮਿਲਦੀਆਂ, ਉਹ ਚੈੱਕ ਕਰ ਸਕਦੇ ਆ ਕੀ ਕਿਤਾਬਾਂ ਉੱਥੇ ਹੈਗੀਆਂ। ਜਿਹੜੇ B ਕਲਾਸ ਇਲਾਕੇ ਦੇ ਵਿੱਚ ਸਕੂਲ ਨੇ, ਥੋੜੀ ਜਿਹੀ ਵੱਧ ਆਬਾਦੀ ਵਾਲੇ, ਉਹਨਾਂ ਨੂੰ 5 ਦੁਕਾਨਾਂ ਜ਼ਰੂਰੀ ਕਰਾਰ ਦਿੱਤੀਆਂ ਕਿ ਤੁਸੀਂ ਘੱਟੋ ਘੱਟ 5 ਦੁਕਾਨਾਂ ਦੇ ਨਾਮ, ਐਡਰੈਸ, ਟੈਲੀਫੋਨ ਨੰਬਰ ਸਕੂਲ ਦੇ ਵਿੱਚ ਮੋਹਰੇ ਲਿਖ ਕੇ ਲਾਉਣੇ ਜਿੱਥੋਂ ਮਾਪਿਆਂ ਨੂੰ ਪਤਾ ਲੱਗੇ, ਤੇ ਸਰਕਾਰੀ ਦਫ਼ਤਰ 'ਚ ਵੀ ਦੇਣੇ ਆ। ਥੋੜੇ ਜਿਹੇ ਹੋਰ ਵੱਡੇ ਇਲਾਕੇ 'ਚ ਸਕੂਲ ਹੈ, ਉਹਨਾਂ ਨੂੰ ਘੱਟੋ ਘੱਟ 10 ਦੁਕਾਨਾਂ ਦੇ ਐਡਰੈਸ, ਟੈਲੀਫੋਨ ਨੰਬਰ ਤੇ ਨਾਮ ਲਿਖ ਕੇ ਲਾਉਣੇ ਪੈਣਗੇ, ਸਰਕਾਰੀ ਦਫ਼ਤਰ ਨੂੰ ਲਿਸਟ ਦੇਣੀ ਪਊ। ਜਲੰਧਰ, ਅੰਮ੍ਰਿਤਸਰ, ਲੁਧਿਆਣੇ ਵਰਗੇ ਸ਼ਹਿਰਾਂ ਦੇ ਵਿੱਚ ਜਿਹੜੇ ਸਕੂਲ ਹੈ ਉਹਨਾਂ ਨੂੰ ਘੱਟੋ ਘੱਟ 20 ਦੁਕਾਨਾਂ, ਕਿ ਘੱਟੋ ਘੱਟ 20 ਦੁਕਾਨਾਂ ਤੋਂ ਤੁਹਾਡੀਆਂ ਕਿਤਾਬਾਂ ਮਿਲਣੀਆਂ ਚਾਹੀਦੀਆਂ, ਤੇ ਸਕੂਲ ਦੇ ਵਿੱਚ ਉਹ ਕਹਿੰਦੇ ਤੁਸੀਂ ਬਿਲਕੁਲ ਵੀ ਕਿਤਾਬਾਂ ਵੇਚ ਨਹੀਂ ਸਕਦੇ। ਫੈਸਲਾ ਚੰਗਾ, ਐਤਕੀ ਹੋ ਸਕਦਾ ਕਿ ਬਹੁਤ ਸਾਰੀਆਂ ਔਕੜਾਂ ਆਉਣ, ਪਰ ਅਗਲੇ ਸਾਲ ਦੇ ਲਈ ਰਾਹ ਖੁੱਲ ਜੂ। ਇਹ ਖੁੱਲ ਜੂਗਾ। ਇੱਕ ਆਪਾਂ ਬੇਨਤੀ ਹੋਰ ਇੱਥੇ ਅੱਗੇ ਵੀ ਕੀਤੀ ਸੀ, ਇੱਕ ਵਾਰ ਫੇਰ ਕਰ ਦਿੰਦੇ ਆ ਵੀ ਜਿਹੜਾ ਵਰਦੀ ਦਾ ਰੌਲਾ ਨਾ, ਵੀ ਜੇ ਮੰਨ ਲਓ 10 ਸਕੂਲ ਆ ਤੇ 10 ਦੀਆਂ 10 ਤਰ੍ਹਾਂ ਦੀਆਂ ਵਰਦੀਆਂ, ਉਹਨੂੰ ਵੀ ਥੋੜਾ ਜਿਹਾ ਸੋਚ ਲੈਣਾ ਚਾਹੀਦਾ ਵੀ 2-3 ਫਾਰਮੈਟ ਜੇ ਦੱਸ ਦਿੱਤੇ ਜਾਣ ਵੀ ਆਹ 2-3 ਫਾਰਮੈਟ ਹੋ ਸਕਦੇ, ਇਹਦੇ ਚੋਂ ਜਿਹੜੀ ਤੁਹਾਨੂੰ ਪਸੰਦ ਆਉਂਦੀ ਤੁਸੀਂ ਉਹ ਵਾਲੀ ਵਰਦੀ ਰੱਖ ਲਓ ਜੀ। ਹੁਣ ਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇੱਕੋ ਜਿਹੀ ਵਰਦੀ ਹੋ ਸਕਦੀ ਆ ਤੇ ਕੀ ਗੱਲ ਪ੍ਰਾਈਵੇਟ ਸਕੂਲਾਂ 'ਚ ਨਹੀਂ ਹੋ ਸਕਦੀ? ਦੂਜੀ ਗੱਲ ਇਹ ਵੀ ਜਦੋਂ ਐਫੀਲੀਏਸ਼ਨ ਮੰਨ ਲਓ ਵੀ ਉਹ ਚਾਹੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆ, ਚਾਹੇ ਕੋਈ CBSE ਦੀ ਆ, ਜੇ ਉਧਰੋਂ ਐਫੀਲੀਏਸ਼ਨ ਸੇਮ ਆ, ਅਗਲਿਆਂ ਨੂੰ ਪਤਾ ਵੀ ਆਹ ਸਾਡਾ ਸਿਲੇਬਸ ਹੈ ਜੀ, ਇਸ ਸਿਲੇਬਸ ਦੇ ਹਿਸਾਬ ਨਾਲ ਤੁਸੀਂ ਫਲਾਨੀ ਜਮਾਤ ਨੂੰ ਪੜ੍ਹਾਉਣਾ, ਤੇ ਕਿਤਾਬਾਂ ਵੀ ਤਾਂ ਇੱਕੋ ਜਿਹੀਆਂ ਹੋ ਹੀ ਸਕਦੀਆਂ ਨਾ। ਕੋਈ ਜ਼ਰੂਰੀ ਥੋੜਾ ਵੀ ਇੱਕ ਤੇ ਵੀ ਆਹ ਫਲਾਨੀ ਕਿਤਾਬ, ਨਾ ਜੀ ਉਹ ਫਲਾਨੇ ਸਕੂਲ ਦੀ ਕਿਤਾਬ ਹੈ, ਉਹ ਫਲਾਨੇ ਪਬਲਿਸ਼ਰ ਨੇ ਬਣਾਉਣੀ ਤੇ ਫਲਾਨੀ ਤਰ੍ਹਾਂ ਦੀ। ਇਹ ਜਿਹੜੀਆਂ ਵੱਖਰੀਆਂ ਜਿਹੜੇ ਵਿੱਚ ਝੋਲ ਪੈ ਜਾਂਦਾ ਨਾ, ਉੱਥੇ ਜਾ ਕੇ ਕਿਤੇ ਪੇਚ ਫਸ ਜਾਂਦਾ। ਜੇ ਥੋੜਾ ਜਿਹਾ ਜੈਨਰਿਕ ਕਰ ਦਿੱਤਾ ਜਾਵੇ ਵੀ ਆਹ ਭਾਈ ਸਾਹਿਬ 3-4 ਤਰ੍ਹਾਂ ਦੀ ਵਰਦੀ ਆ, ਆਹ 2-3 ਤਰ੍ਹਾਂ ਦੀਆਂ ਕਿਤਾਬਾਂ ਹੋ ਸਕਦੀਆਂ, ਤੇ ਆਪੇ ਹੀ ਸਾਰਿਆਂ ਨੂੰ ਪਤਾ ਹੋਵੇ ਭਾਈ ਸਾਹਿਬ ਵੀ ਇਸ ਕਲਾਸ ਦੇ ਵਿੱਚ ਸਾਡਾ ਜਵਾਕ ਹੋਇਆ, ਇਹੋ ਜਿਹੀ ਵਰਦੀ ਹੋ ਸਕਦੀ ਹੈ ਤੇ ਇਹੋ ਜਿਹੀਆਂ ਕਿਤਾਬਾਂ ਹੋ ਸਕਦੀਆਂ। ਦੇਖੋ ਸੰਧਾਲੀਆ ਸਾਹਿਬ, ਬਰਨਾਲਾ ਜਿਹੜਾ ਨਾ ਉਹ ਸਾਹਿਤ ਦੀ ਰਾਜਧਾਨੀ ਪੰਜਾਬ 'ਚ ਮੰਨਿਆ ਜਾਂਦਾ। ਸਭ ਤੋਂ ਵੱਧ ਲਿਟਰੇਚਰ ਦੀਆਂ ਕਿਤਾਬਾਂ ਉੱਥੇ ਛਪਦੀਆਂ, ਪੜ੍ਹੀਆਂ ਜਾਂਦੀਆਂ, ਗੋਸ਼ਟੀਆਂ ਹੁੰਦੀਆਂ, ਲੋਕ ਲਿਟਰੇਚਰ ਨਾਲ ਬੜੇ ਜੁੜੇ ਆ, ਬਹੁਤ ਸਾਰੇ ਲੇਖਕ ਹੋਏ ਉਸ ਇਲਾਕੇ 'ਚੋਂ। ਬਰਨਾਲੇ 'ਚੋਂ ਜਿੱਤਦੇ ਨੇ ਲਗਾਤਾਰ, ਦੂਜੀ ਵਾਰ ਜਿੱਤੇ ਗੁਰਮੀਤ ਸਿੰਘ ਮੀਥੇਰ ਜਿਹੜੇ ਮੌਜੂਦਾ ਸਿੱਖਿਆ ਮੰਤਰੀ ਨੇ। ਸਿਆਣੇ ਹੋਣੇ ਆ ਜਿਹੜੇ ਲੋਕਾਂ ਨੇ ਦੂਜੀ ਵਾਰੀ ਜਿਤਾਏ ਆ, ਨਹੀਂ ਤਾਂ ਕਈ ਵਾਰੀ ਪਹਿਲੀ ਵਾਰੀ ਨਹੀਂ ਪੈਰ ਲੱਗਦੇ, ਬਹੁਤਿਆਂ ਦੀ ਦੂਜੀ ਵਾਰੀ ਤਾਂ ਲੱਗਦੇ ਨਹੀਂ ਹੁੰਦੇ। ਸੁੱਖ ਨਾਲ ਸਕੂਲੀ ਤੇ ਉੱਚ ਸਿੱਖਿਆ ਦਾ ਮਹਿਕਮਾ ਵੀ ਦੇ ਦਿੱਤਾ। ਉਹਨਾਂ ਨੂੰ ਚਾਹੀਦਾ ਕੀ ਹੈ ਕਿ ਅੱਗੇ ਤੁਸੀਂ ਫੈਸਲੇ ਕਰ ਦਿੱਤੇ, ਪਰ ਅਗਲੇ ਸੈਸ਼ਨ ਦੇ ਲਈ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਜੂਨ-ਜੁਲਾਈ ਦੇ ਲਈ ਹਦਾਇਤਾਂ ਤਿਆਰ ਕਰਕੇ ਹੁਣੇ ਜਾਰੀ ਕਰਾ ਦਿਓ। ਨਹੀਂ ਤਾਂ ਬਹੁਤੀ ਵਾਰੀ ਸਕੂਲਾਂ ਵਾਲੇ ਕਹਿੰਦੇ ਹੁੰਦੇ ਆ, ਦੇਖੋ ਜੀ ਅਸੀਂ ਤਾਂ ਹੁਣ ਕਿਤਾਬਾਂ ਛਪਵਾ ਲਈਆਂ, ਅਸੀਂ ਤਾਂ ਜੀ ਹੁਣ ਵਰਦੀਆਂ ਬਣਵਾ ਲਈਆਂ, ਸਾਨੂੰ ਤਾਂ ਜੀ ਜੇ ਪਹਿਲਾਂ ਪਤਾ ਹੁੰਦਾ ਤੇ ਅਸੀਂ ਫਿਰ ਇਹ ਨਾ ਕਰਦੇ। ਅਸੀਂ ਇਹ ਨਹੀਂ ਚਾਹੁੰਦੇ ਕਿ ਨਿੱਜੀ ਸਕੂਲਾਂ ਦਾ ਨੁਕਸਾਨ ਹੋਵੇ, ਕਿਉਂਕਿ ਕਾਨੂੰਨ ਦੇ ਮੁਤਾਬਕ ਹੀ ਬਣੇ ਆ। ਸਰਕਾਰਾਂ ਨੇ ਉਹਨਾਂ ਨੂੰ ਆਗਿਆ ਦਿੱਤੀ ਹੈ ਤਾਂ ਉਹਨਾਂ ਨੇ ਬਿਲਡਿੰਗਾਂ ਖੜੀਆਂ ਕੀਤੀਆਂ। ਬਾਕੀ ਤੁਹਾਡੀ ਗੱਲ ਜਿਹੜੀ ਹੈ ਸਿਲੇਬਸ ਵਾਲੀ ਬਿਲਕੁਲ ਦਰੁਸਤ ਹੈ। ਸੰਧਾਲੀਆ ਸਾਹਿਬ, NCERT ਦੀਆਂ ਕਿਤਾਬਾਂ ਦਰੁਸਤ ਨੇ, ਉਹਦੇ ਵਿੱਚ ਬਹੁਤੀ ਕੋਈ ਝੋਲ ਵਾਲੀ ਗੱਲ ਨਹੀਂ। ਉਹ ਹੁਣ ਤੋਂ ਹੀ ਮੈਨੂੰ ਲੱਗਦਾ ਕਿ ਗੁਰਮੀਤ ਸਿੰਘ ਮੀਥੇਰ ਨੂੰ ਉਧਰਲੇ ਪਾਸੇ ਗੱਲ ਕਰ ਦੇਣਾ, ਕਿਉਂਕਿ ਉੱਥੇ ਸਿਲੇਬਸ ਦੀਆਂ ਵੀ ਨੇ
ਬਹੁਤ ਸਾਰੀਆਂ ਸਹਾਇਕ ਕਿਤਾਬਾਂ ਵੀ ਨੇ, ਉਹਨਾਂ ਦੀ ਪ੍ਰਿੰਟਿੰਗ ਵੀ ਚੰਗੀ ਹੋਈ ਹੈ, ਕਿਉਂਕਿ ਸਕੂਲਾਂ ਦਾ ਕੰਮ ਅਧਿਆਪਕਾਂ ਦੇ ਰਾਹੀਂ ਚੰਗੀ ਵਿੱਦਿਆ ਦੇਣਾ ਹੈ, ਕਿਤਾਬਾਂ ਵੇਚਣਾ ਨਹੀਂ। ਸਕੂਲਾਂ ਦਾ ਕੰਮ ਵਧੀਆ ਲੈਬੋਰਟਰੀ, ਵਧੀਆ ਲਾਇਬ੍ਰੇਰੀ, ਵਧੀਆ ਪਲੇਗਰਾਊਂਡ ਤੇ ਹੋਰ ਨੈਤਿਕ ਸਿੱਖਿਆ ਦੇਣਾ ਹੈ, ਵਰਦੀਆਂ ਵੇਚਣਾ ਨਹੀਂ। ਇਸ ਕਰਕੇ ਜੇ ਵੇਲੇ ਸਿਰ ਹੀ ਐਤਕੀ ਕਰ ਦਿੱਤਾ ਜਾਊਗਾ ਤੇ ਕੋਈ ਬੰਦਾ ਹੋਏ ਭਲਕ ਨੂੰ ਇਹ ਨਹੀਂ ਕਹਿ ਸਕੂਗਾ ਕਿ ਅਸੀਂ ਤਾਂ ਜੀ ਲਿਫਾਫੇ ਬਣਾ ਲਏ ਸੀ, ਅਸੀਂ ਤਾਂ ਜੀ ਵਰਦੀਆਂ ਬਣਾ ਲਈਆਂ ਸੀ, ਅਸੀਂ ਤਾਂ ਜੀ ਕਿਤਾਬਾਂ ਛਪਾ ਲਈਆਂ ਸੀ, ਹੁਣ ਤਾਂ ਜੀ ਸਾਨੂੰ ਘਾਟਾ ਬਹੁਤ ਪਊਗਾ। ਉਧਰਲੇ ਪਾਸੇ ਹੁਣ ਤੋਂ ਹੀ ਧਿਆਨ ਦੇ ਲੈਣਾ। ਹਾਂਜੀ, ਇਹ ਬੜਾ ਜ਼ਰੂਰੀ ਆ। ਇਹ ਬੜੀ ਆਪਾਂ ਅਸੀਂ ਇੱਥੇ ਬੈਠ ਕੇ ਗੱਲ ਨਹੀਂ ਕਰਦੇ, ਉਹ ਡਿਮਾਂਡਾਂ ਜਿਹੜੀਆਂ ਲੋਕਾਂ ਵੱਲੋਂ ਆਉਂਦੀਆਂ ਨੇ, ਆਮ ਸਮਾਜ 'ਚ ਵੇਖੀਆਂ ਜਾਂਦੀਆਂ। ਹੁਣ ਜਿੱਦਾਂ ਮੰਨ ਲਓ ਵੀ ਅਗਲਾ ਕਹਿੰਦਾ ਜੀ 2 ਦਿਨ ਆਹ ਵਰਦੀ ਪਾਉਣੀ ਆ, ਤੀਸਰੇ ਦਿਨ ਵਿੱਚ ਆਹ ਪਾਉਣੀ ਆ, ਸ਼ਨੀਵਾਰ ਜੇ ਜਾਣਾ ਤੁਸੀਂ ਆਹ ਵਰਦੀ ਪਾਉਣੀ। ਇੱਕ ਹੀ ਜਵਾਕ ਨੂੰ 3-3 ਵਰਦੀਆਂ ਲਾ ਬੈਠੇ ਹੁੰਦੇ ਆ। ਉਹ ਸਾਰੇ ਕੁਝ ਦੀ ਕੀ ਲੋੜ ਹੈਗੀ ਆ, ਉਹ ਵੀ ਚੈੱਕ ਕਰ ਲਿਆ ਜਾਵੇ। ਹਾਂ, ਜੇ ਉਹਨਾਂ ਨੂੰ ਜਾਪਦਾ ਵੀ ਯਾਰ ਇਹ ਥੋੜ੍ਹਾ ਜਿਹਾ ਸ਼ੋਅ ਤੇ ਸ਼ਾਅ ਦੇ ਲਈ ਜ਼ਰੂਰੀ ਹੈ ਤੇ ਉਹ ਵੀ ਵਿੱਚ ਸਰਕਾਰੀ ਤੌਰ ਤੇ ਰੱਖਤਾ ਜਾਵੇ ਵੀ ਜੇ ਤੁਸੀਂ ਆਹ ਕਰਨਾ ਤੇ ਭਾਈ ਉਹਦੇ ਲਈ ਆਹ ਫਾਰਮੈਟ ਹੈ। ਹਾਂ, ਜੇ ਕੋਈ ਮਾਪਾ ਕਹਿੰਦਾ ਵੀ ਅਸੀਂ ਇਸ ਸਕੂਲ ਦੇ ਵਿੱਚ ਆਪਣਾ ਜਵਾਕ ਪੜ੍ਹਾਉਣਾ, ਉਹਦੇ ਹਿਸਾਬ ਨਾਲ ਫਾਰਮੈਟ ਚੈੱਕ ਤੈਅ ਕਰ ਦਿੱਤਾ ਜਾਵੇ ਵੀ ਆਹ ਉੱਪਰਲਾ ਫਾਰਮੈਟ ਆ, ਮਿਡਲ ਵਾਲਾ ਜਾਂ ਉਸ ਤੋਂ ਥੱਲੇ ਵਾਲਾ, ਤਾਂ ਜੋ ਇਹ ਨਾ ਹੋਵੇ ਵੀ ਹੁਣ ਜੇ ਤੁਸੀਂ ਇਸ ਵਕਤ ਦੇਖਣ ਜਾਓ ਤੇ ਮੇਰੇ ਖਿਆਲ ਨਾਲ ਸਕੂਲ ਦੀਆਂ ਵਰਦੀਆਂ ਸਮਝੋ ਬਾਹਰ ਹੁੰਦੀਆਂ ਵੀ ਯਾਰ ਇਹ ਇੰਨੀ ਤਰ੍ਹਾਂ ਦੇ ਰੰਗ ਤੇ ਇੰਨਾ ਹਿਸਾਬ ਕਿਤਾਬ ਕੀ ਹੈ ਤੇ ਕੀ ਨਹੀਂ ਹੈ। ਕਿਉਂਕਿ ਜੇ ਜਵਾਕ ਨੇ ਪੜ੍ਹਨਾ ਤੇ ਉਹਦਾ ਵਰਦੀ ਨਾਲ ਤੇ ਵੱਖੋ ਵੱਖਰੇ ਪਬਲਿਸ਼ਰ ਦੀ ਕਿਤਾਬ ਨਾਲ ਕੋਈ ਲਿੰਕ ਨਹੀਂ ਹੈ। ਕਿਉਂਕਿ ਜੇ ਜਮਾਤ ਇੱਕ ਆ, ਤੁਸੀਂ ਕੱਲ੍ਹ ਨੂੰ ਬੋਰਡ ਦੀਆਂ ਜਦੋਂ ਪ੍ਰੀਖਿਆਵਾਂ ਹੁੰਦੀਆਂ ਉਦੋਂ ਕੁਐਸਚਨ ਪੇਪਰ ਇੱਕ ਆ, ਬਾਅਦ ਦੇ ਵਿੱਚ ਸਰਟੀਫਿਕੇਟ ਇੱਕ ਆ, ਤੇ ਜਿਹੜੀ ਥਾਂ 'ਤੇ ਉਹਨੇ ਅਪੀਲ ਹੋਣਾ ਨੌਕਰੀ ਦੇ ਲਈ ਉਹ ਵੀ ਇੱਕ ਆ, ਤੇ ਫਿਰ ਪਹਿਲਾਂ ਜਿਹੜਾ ਸਾਰਾ ਕੁਝ ਬਣਾਇਆ ਗਿਆ ਤਾਣਾ ਬਾਣਾ, ਇਹਦੀ ਲੋੜ ਕੀ ਹੈ? ਨਹੀਂ, ਜ਼ਰੂਰੀ ਹੈ। ਤੇ ਅਸੀਂ ਤਾਂ ਗੁਰਮੀਤ ਸਿੰਘ ਮੀਥੇਰ ਹੋਰਾਂ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਇਹਨਾਂ ਨਿੱਜੀ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਪੜ੍ਹਾਉਂਦੇ ਆ ਉਹਨਾਂ ਨੂੰ ਤਨਖਾਹਾਂ ਕਿੰਨੀਆਂ ਕੁ ਮਿਲਦੀਆਂ, ਉਹਨਾਂ ਦੇ ਕੰਮ ਕਰਨ ਦੇ ਹਾਲਾਤ ਕੀ ਨੇ, ਉਹਨਾਂ ਨੂੰ ਛੁੱਟੀਆਂ ਕਿੰਨੀਆਂ ਕੁ ਮਿਲਦੀਆਂ, ਇਧਰਲੇ ਪਾਸੇ ਵੀ ਨਿਯਮ ਬਣਾਉਣ ਦੀ ਲੋੜ ਹੈ। ਕਿਉਂਕਿ ਕਈ ਵਾਰੀ ਬਹੁਤ ਉਹ ਨਿਚੋੜੇ ਹੁੰਦੇ ਆ ਛੁੱਟੀਆਂ ਦੇ ਮਾਮਲੇ ਤੋਂ, ਕੰਮ ਦੇ ਮਾਮਲੇ ਤੋਂ। ਕਿਉਂਕਿ ਸਾਡੇ ਬੱਚੇ ਚਾਹੇ ਨਿੱਜੀ ਸਕੂਲਾਂ 'ਚ ਪੜ੍ਹਦੇ ਆ ਚਾਹੇ ਸਰਕਾਰੀ ਸਕੂਲਾਂ 'ਚ, ਉਹਨਾਂ ਦਾ ਭਵਿੱਖ ਉਹਨਾਂ ਅਧਿਆਪਕਾਂ ਦੇ ਹੱਥ ਹੈ। ਜੇ ਅਧਿਆਪਕ ਨੂੰ 4 ਪੈਸੇ ਚੱਜ ਦੇ ਮਿਲਣਗੇ, ਚੰਗੇ ਮਿਲਣਗੇ, ਉਹਨਾਂ ਨੂੰ ਕੰਮ ਕਰਨ ਦੇ ਹਾਲਾਤ ਬਿਨਾਂ ਪ੍ਰੈਸ਼ਰ ਤੋਂ ਹੋਣਗੇ, ਉਹ ਬੱਚੇ ਨੂੰ ਬਹੁਤ ਵਧੀਆ ਇਨਸਾਨ ਬਣਾਉਣਗੇ। ਪਰ ਜੇ ਅਗਲਿਆਂ ਦੇ ਸਿਰ ਦੇ ਉੱਤੇ ਡੰਡਾ ਹੀ ਚਾੜਿਆ, ਕੰਮ ਦਾ ਪ੍ਰੈਸ਼ਰ ਹੀ ਬਹੁਤ ਹੈ, ਤਨਖਾਹ ਘੱਟ ਹੈ, ਫਿਰ ਤਾਂ ਅਗਲੇ ਨੇ ਖਾਨਾ ਪੂਰਤੀ ਕਰਨੀ ਹੈ, ਫਿਰ ਚੱਜ ਨਾਲ ਪੜਾਉਣਾ ਨਹੀਂ। ਤੇ ਇਹ ਵੀ ਗੱਲ ਨਹੀਂ ਹੋਣੀ ਚਾਹੀਦੀ ਕਿ ਬੱਚੇ आपके बच्चे के कितने मार्क्स हैं? 99.5 हैं 100 में से ना, ਇਹਦੀ ਕਹਿੰਦੇ ਹੁੰਦੇ ਆ। ਤੇ ਬੱਚਾ ਮੁੜ ਕੇ ਉਹ ਕਹਿੰਦੇ ਹੁੰਦੇ ਯਾਰ ਇਹਨੂੰ 8 ਤਾਂ ਮੈਂ ਲਿਖਾ ਕੇ ਭੇਜਿਆ ਸੀ। ਇਹ ਅੱਜ ਕੱਲ੍ਹ ਦਾ ਇੱਕ ਉਹ ਨਵਾਂ ਕੰਮ ਹੀ ਚੱਲ ਪਿਆ ਨਾ ਵੀ ਹੁਣ ਤੁਸੀਂ ਮਾਰਕਸ ਨਹੀਂ ਦੇਣੇ, ਪਰਸੈਂਟੇਜ ਨਹੀਂ ਦੇਣੀ, ਉਹਦੇ ਵਿੱਚ ਵੀ ਲੈਟਰ ਜੇ ਦੇਣ ਲੱਗ ਪਏ, ਫਲਾਨੇ ਨੂੰ A ਦੇ ਦਿਓ ਜੀ, फलाने का B आ गया, उसमें से W आ गया है ना, वो सभी में M मिला है उसको। ਉਹ ਹੁਣ ਆਪਣੇ ਹਿਸਾਬ ਨਾਲ ਜਿਹੜੀ ਚੀਜ਼ ਗੋਲ ਬਣਾ ਲਈ ਗਈ ਹੈ, ਕਿਤੇ ਨਾ ਕਿਤੇ ਉਹਦੇ 'ਚ ਵੀ ਝੋਲ ਹੈਗਾ ਵੀ ਯਾਰ ਇਹ ਨਾ ਪਤਾ ਲੱਗੇ ਵੀ ਜਵਾਕ ਤੁਹਾਡਾ ਕਿੱਥੇ ਜੇ ਖੜਾ, ਕਿੱਥੇ ਜੇ ਨਹੀਂ ਖੜਾ। ਹੁਣ ਜੇ 30 ਜਵਾਕਾਂ ਦੇ ਵਿੱਚੋਂ ਤੁਸੀਂ 16 ਨੂੰ 1 ਹੀ ਦੇ ਦਿੱਤਾ, ਇਹਨੇ ਵੀ ਸਾਰੇ ਬਰਾਬਰ ਹੀ ਹੈ, ਕੋਈ ਗੱਲ ਨਹੀਂ। ਘੱਟੋ ਘੱਟ ਪਹਿਲਾਂ ਪਤਾ ਤਾਂ ਲੱਗਦਾ ਵੀ 16 ਜੋ ਪਹਿਲੇ ਤੇ ਕਿਹੜਾ, ਦੂਜੇ ਤੇ ਕਿਹੜਾ, ਤੀਜੇ ਤੇ ਕਿਹੜਾ। ਨਹੀਂ, ਜ਼ਰੂਰੀ ਹੈ ਜੀ। ਚਲੋ ਦੇਖ ਲੈਂਦੇ ਆ ਕਿੱਧਰਲੇ ਪਾਸੇ ਨੂੰ ਗੱਲ ਜਾਂਦੀ ਹੈ। ਪਰ ਖੱਟਰ ਸਾਹਿਬ ਤੇ ਕੇਜਰੀਵਾਲ ਸਾਹਿਬ ਦਾ ਰੌਲਾ ਪੈ ਗਿਆ। ਕੇਜਰੀਵਾਲ ਸਾਹਿਬ ਨੇ ਖੱਟਰ ਸਾਹਿਬ ਨੂੰ ਕਿਹਾ, ਹਰਿਆਣੇ ਦੇ ਮੁੱਖ ਮੰਤਰੀ ਨੇ ਮਾਣਯੋਗ, ਕਿ ਤੁਸੀਂ ਵੀ ਇੱਕ ਵਿਧਾਇਕ ਇੱਕ ਪੈਨਸ਼ਨ ਦੀ ਗੱਲ ਕਰ ਲਓ, ਕਿਉਂਕਿ ਉੱਥੋਂ 4 ਵਾਰੀ ਦੇ MLA ਨੇ ਨਿਰਮਲ ਸਿੰਘ, ਆਮ ਆਦਮੀ ਪਾਰਟੀ ਸ਼ਾਮਲ ਹੋ ਗਏ। ਉਹਨਾਂ ਨੇ ਕਹਿਤਾ, ਕਹਿੰਦੇ ਜੀ ਮੈਂ ਇੱਕ ਪੈਨਸ਼ਨ ਲਊਂਗਾ, ਉੱਪਰਲਾ 3 ਪੈਨਸ਼ਨਾਂ ਦਾ ਵਾਅਦਾ ਛੱਡਿਆ ਮੈਂ ਨਹੀਂ ਲੈਂਦਾ। ਉਹਨਾਂ ਦੀ ਧੀ ਵੀ ਉਹਨਾਂ ਦੇ ਨਾਲ ਹੀ ਆਮ ਆਦਮੀ ਪਾਰਟੀ ਸ਼ਾਮਲ ਹੋਈ। ਉੱਥੋਂ ਹੀ ਚਰਚਾ ਚੱਲ ਪਈ, ਕਿਉਂਕਿ ਹਰਿਆਣੇ ਦੇ ਵਿੱਚ ਵੀ ਕਈ ਸਾਬਕਾ MLA 3-3 4-4 ਵਾਰੀ ਦੇ ਸਾਬਕਾ ਨੇ। ਪਹਿਲੀ ਵਾਰੀ ਪੂਰੀ ਪੈਨਸ਼ਨ, ਫਿਰ ਮੁੜ ਕੇ ਵਾਧੇ ਤੇ ਲੱਖਾਂ ਰੁਪਈਆ ਪੰਜਾਬ ਦੇ ਸਾਬਕਾ ਵਿਧਾਇਕਾਂ ਵਾਂਗੂ ਉਹ ਵੀ ਲੈਂਦੇ ਆ। ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਉਹ ਪਿਰਤ ਸ਼ੁਰੂ ਹੋਈ ਸੀ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਸਭ ਤੋਂ ਪਹਿਲਾਂ ਚਿੱਠੀ ਲਿਖੀ ਸੀ। ਉਹਨਾਂ ਤੋਂ ਬਾਅਦ ਦੂਸਰੇ ਨੰਬਰ ਦੇ ਉੱਤੇ ਹੁਣ ਹਰਿਆਣੇ ਦੇ ਸਾਬਕਾ MLA ਨਿਰਮਲ ਸਿੰਘ ਹੋਰਾਂ ਦੀ ਗੱਲ ਹੈ। ਤੇ ਕੇਜਰੀਵਾਲ ਸਾਹਿਬ ਨੇ ਲਿਖ ਦਿੱਤਾ, ਟਵੀਟ ਕੀਤਾ ਕਿ ਖੱਟਰ ਸਾਹਿਬ ਕਾਨੂੰਨ ਹੀ ਬਣਾ ਦਿਓ ਮਾੜਾ ਜਿਹਾ, ਆਪਾਂ ਇੱਕੋ ਹੀ ਪੈਨਸ਼ਨ ਦਈਏ। ਉਹਨਾਂ ਨੇ ਮੂਹਰੇ ਟਵੀਟ ਕੀਤਾ, ਉਹ ਕਹਿੰਦੇ ਜੀ ਪਤਾ ਨਹੀਂ ਧਿਆਨ ਕਿੱਦਾਂ ਦਾ ਇਹਨਾਂ ਦਾ, ਕਿੱਧਰਲੇ ਪਾਸੇ ਮਨ ਗਿਆ ਇਹਨਾਂ ਦਾ, ਬੁੱਧੀ ਜਿਹੜੀ ਆ ਠੀਕ ਤਰੀਕੇ ਪਤਾ ਨਹੀਂ ਕੰਮ ਕਰਦੀ ਕਿ ਨਹੀਂ ਕਰਦੀ। ਆ ਜਾਓ ਅਸੀਂ ਇੱਥੇ ਇੱਕ ਧਾਰਮਿਕ ਪ੍ਰੋਗਰਾਮ ਕਰਾਉਣਾ, ਸਤਸੰਗ ਸੁਣੋ ਆਣ ਕੇ, ਇੱਥੇ ਤੁਸੀਂ ਠੀਕ ਹੋਵੋ ਥੋੜ੍ਹੇ ਜਿਹੇ। ਹਾਂ, ਨਹੀਂ ਚਲੋ ਅਜੇ ਉਹ ਹੋ ਸਕਦਾ, ਉਹਨੂੰ ਲੱਗਦਾ ਵੀ ਇਹ ਗੱਲ ਦੂਰ ਆ ਜੀ। ਪਰ ਵੈਸੇ ਆਪਾਂ ਉਦਾਹਰਨ ਦੇ ਦਈਏ ਵੀ ਪਹਿਲਾਂ ਜਦੋਂ ਉਹ ਲਾਲ ਬੱਤੀਆਂ ਹਟਾਉਣ ਵਾਲੀ ਗੱਲ ਚੱਲੀ ਸੀਗੀ, ਉਹ ਵੀ ਕਿਤੇ ਨਾ ਕਿਤੇ ਉਦੋਂ ਆਮ ਆਦਮੀ ਪਾਰਟੀ ਵਾਲਿਆਂ ਚਲਾ ਲਈ ਸੀ। ਹਾਲਾਂਕਿ ਸਰਕਾਰ ਬਣਨ ਤੋਂ ਪਹਿਲਾਂ ਬਹੁਤ ਸਾਰੀਆਂ ਥਾਵਾਂ ਤੇ ਹੋਈ, ਪੰਜਾਬ 'ਚ ਵੀ ਹੋਈ ਆ ਪਿਛਲੇ ਸਮੇਂ। ਹੁਣ ਜੇ ਪੰਜਾਬ 'ਚ ਆ ਕੇ ਉਹਨਾਂ ਨੇ ਉਹ ਕੰਮ ਕਰ ਦਿੱਤੇ, ਤੇ ਕਿਉਂਕਿ ਹਰਿਆਣੇ ਤੇ ਪ੍ਰਭਾਵ ਤੇ ਪੈਣਾ। ਜੇ ਮੰਨ ਲਓ ਵੀ ਕੱਲ੍ਹ ਨੂੰ ਹਰਿਆਣੇ 'ਚ ਵੀ ਇਲੈਕਸ਼ਨਾਂ ਦੇ ਵੇਲੇ ਤੱਕ ਜਾਂਦਾ ਇਹ ਮੁੱਦਾ ਬਣ ਜਾਂਦਾ, ਕੋਈ 1-2 ਬੰਦੇ ਹੋਰ ਇਹ ਮੁੱਦੇ ਨੂੰ ਚੱਕ ਲੈਂਦੇ ਵੀ ਆਹ ਦੇਖੋ ਜੀ ਇਹ ਹਰਿਆਣੇ ਤੇ ਇੰਨਾ ਬੋਝ ਪੈਂਦਾ, ਜੇ ਤੁਸੀਂ ਇਦਾਂ ਕਰ ਲੈਂਦੇ ਹੋ ਇੰਨਾ ਪੈਸਾ ਬਚਦਾ, ਤੇ ਸ਼ਾਇਦ ਕੱਲ੍ਹ ਨੂੰ ਸਰਕਾਰ ਜਿਹਦੀ ਮਰਜ਼ੀ ਆਵੇ ਕੌੜਾ ਘੁੱਟ ਭਰਨਾ ਪੈ ਹੀ ਜਾਂਦਾ। ਕਿਉਂਕਿ ਹੁਣ ਸਿੱਖਿਆ ਦਾ ਜਾਂ ਹਸਪਤਾਲਾਂ ਦਾ ਆਪਾਂ ਦੇਖਦੇ ਹਾਂ ਵੀ ਕਈ ਸਟੇਟਾਂ 'ਚ ਕੰਮ ਚੱਲ ਹੀ ਪਿਆ। ਨਹੀਂ, ਬਿਲਕੁਲ ਸੰਧਾਲੀਆ ਸਾਹਿਬ। ਤੇ ਜਾਂਦੇ ਆਪਾਂ ਇੱਕ ਗੱਲ ਜਿਹੜੀ ਹੈ ਉਹ ਅਮਰੀਕਾ ਦੀ ਜ਼ਰੂਰ ਕਰ ਲਈਏ। ਹੁਣ ਨਿਊਯਾਰਕ ਕਿੱਡਾ ਵੱਡਾ ਸ਼ਹਿਰ ਹੈ, ਉਹਦੀਆਂ ਫੋਟੋ, ਤਸਵੀਰਾਂ, ਵੀਡੀਓਜ਼, ਵੱਡੀਆਂ ਬਿਲਡਿੰਗਾਂ, ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਉਹਦਾ ਜ਼ਿਕਰ ਹੁੰਦਾ, ਉੱਥੇ ਫਿਲਮਾਈਆਂ ਜਾਂਦੀਆਂ, ਜਿਹੜੀ ਕਮਾਲ ਹੀ ਹੋ ਜਾਂਦੀ ਹੈ।
ਹੁਣ ਸਮਝ ਨਹੀਂ ਆਉਂਦੀ ਹੁੰਦੀ ਕਿ ਦੁਨੀਆ ਦਾ ਸਭ ਤੋਂ ਸਰਮਾਏਦਾਰ ਮੁਲਕ ਹੈ, ਪੈਸੇ ਟਕੇ ਦੀ ਘਾਟ ਕੋਈ ਨਹੀਂ। ਕੋਵਿਡ ਦੇ ਵਿੱਚ ਜਿੰਨੀਆਂ ਸਹੂਲਤਾਂ ਅਮਰੀਕੀ ਸਰਕਾਰ ਨੇ ਆਪਣੀ ਨਾਗਰਿਕਾਂ ਨੂੰ ਦਿੱਤੀਆਂ, ਜਾਣੀ ਕਿ ਬਹੁਤ ਸਾਰੇ ਦੇਸ਼ ਪਾਸ ਕਿਉਂ ਨਹੀਂ ਸੀ, ਪਰ ਉੱਥੇ ਵੀ ਐਸਾ ਤਾਣਾ ਬਾਣਾ ਦਿਨੋਂ ਦਿਨ ਉਲਝਦਾ ਜਾ ਰਿਹਾ ਕਿ ਲੋਕ ਹੈਰਾਨ ਪਰੇਸ਼ਾਨ ਨੇ। ਹੁਣ ਮੈਟਰੋ ਸਟੇਸ਼ਨ ਸੀ, ਲੋਕ ਰੋਜ਼ ਦੀ ਤਰ੍ਹਾਂ ਮੈਟਰੋ ਸਟੇਸ਼ਨ ਦੇ ਵਿੱਚ ਭੱਜੇ ਭੱਜੇ ਜਾਣ ਕੇ ਪਾਈ ਟ੍ਰੇਨ ਦੇ ਵਿੱਚ ਬੈਠੀਏ ਆਪਣੀ ਮੰਜ਼ਿਲ ਦੇ ਵੱਲ ਜਾਈਏ, ਤੇ ਹੁਣ ਪਤਾ ਲੱਗਿਆ ਕਿ ਉੱਥੇ ਇੱਕ ਕੰਸਟਰਕਸ਼ਨ ਵਰਕਰ ਦੀ ਯੂਨੀਫਾਰਮ ਦੇ ਵਿੱਚ ਬੰਦਾ ਸੀ, ਝੋਲਾ ਉਹਨੇ ਕੋਲ ਫੜਿਆ ਸੀ। ਇਹ ਹੁਣ ਤੱਕ ਦੀ ਜਾਣਕਾਰੀ ਹੈ, ਅਸੀਂ ਪੁਸ਼ਟੀ ਨਹੀਂ ਕਰਦੇ ਕਿ ਉਹਨੇ ਫਿਰ ਇੱਕ ਉੱਥੇ ਧਮਾਕਾ ਜਿਹਾ ਕੀਤਾ, ਗਨ ਉਹਦੇ ਕੋਲ ਸੀ, ਗੋਲੀਆਂ ਚਲਾਈਆਂ ਤੇ 16 ਬੰਦੇ ਜਿਹੜੇ ਉਹ ਜ਼ਖਮੀ ਹੋ ਗਏ। ਹੁਣ ਮੈਟਰੋ ਸੇਵਾ ਜਿਹੜੀ ਹੈ ਉਹ ਆਰਜੀ ਤੌਰ ਤੇ ਉਸ ਇਲਾਕੇ ਦੇ ਵਿੱਚ ਬੰਦ ਕਰਨੀ ਪਈ। ਜਿਹੜੀਆਂ ਵੀਡੀਓਜ਼ ਦਾ ਤਸਵੀਰਾਂ ਆਈਆਂ, ਲੋਕ ਲਹੂ ਨਹਾਣ ਨੇ ਫਰਸ਼ ਦੇ ਉੱਤੇ ਪਏ ਆ। ਅਸੀਂ ਇਹ ਚਾਹੁੰਦੇ ਹਾਂ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ, ਭਵਿੱਖ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਨਾ ਘਟਣ, ਪਰ ਸੰਧਾਲੀਆ ਸਾਹਿਬ ਦੁਨੀਆ ਦੇ ਸਭ ਤੋਂ ਵੱਧ ਹਥਿਆਰ ਮੇਰੇ ਖਿਆਲ ਇੱਥੇ ਹੀ ਬਣਦੇ ਹੋਣੇ ਆ, ਤੇ ਲਗਾਤਾਰ ਕਈ ਵਾਰੀ ਤਾਂ ਸਕੂਲਾਂ ਦੇ ਵਿੱਚ ਵੀ ਇਦਾਂ ਦੀ ਫਾਇਰਿੰਗ ਦੀਆਂ ਘਟਨਾਵਾਂ ਆਉਂਦੀਆਂ। ਸਮਾਜ ਉੱਥੋਂ ਦਾ ਸੋਚਦਾ ਤਾਂ ਹੋਊਗਾ ਨਾ। ਤੇ ਸੋਚਦਾ, ਮੇਰਾ ਖਿਆਲ ਇਹ ਤਾਂ ਇੱਕ ਬੜੀ ਡਿਬੇਟ ਦਾ ਵਿਸ਼ਾ ਬੜੀ ਦੇਰ ਪਹਿਲਾਂ ਤੋਂ ਵੀ ਚੱਲਦਾ ਆਉਂਦਾ ਕਿ ਵੀ ਮਹਾਰਾਜ ਜਿਹੜੀ ਚੀਜ਼ ਦੀ ਆਪਾਂ ਖੱਟੀ ਖਾਣ ਲੱਗ ਪਏ ਆ, ਜਾਂ ਆਪਾਂ ਨੂੰ ਲੱਗਦਾ ਵੀ ਆਪਣੇ ਕੋਲੇ ਫੈਕਟਰੀਆਂ ਹੀ ਇਸ ਚੀਜ਼ ਦੀਆਂ ਬੜੀਆਂ ਨੇ। ਹੋ ਸਕਦਾ ਆਪਾਂ ਨੂੰ ਇਹ ਲੱਗਦਾ ਹੋਵੇ ਵੀ ਜਿੱਦਾਂ ਜੇ ਮੰਨ ਲਓ ਕਿਸੇ ਦੀ ਪਟਾਕੇ ਬਣਾਉਣ ਦੀ ਫੈਕਟਰੀ ਤਾਂ ਵੀ ਵੱਧ ਤੋਂ ਵੱਧ ਥਾਵਾਂ ਦੇ ਉੱਪਰ ਪਟਾਕੇ ਚੱਲਣ, ਤੇ ਉਸੇ ਤਰ੍ਹਾਂ ਹੀ ਜੇ ਪਟਾਕੇ ਦੁਨੀਆ ਦੇ ਵਿੱਚ ਚਲਾਉਣ ਦੇ ਜਾਂ ਇੱਧਰ ਉੱਧਰ ਕਿਤੇ ਚੱਲਦੇ ਹੋਣ ਤੇ ਉੱਥੇ ਸਪਲਾਈ ਦੇ ਹਿਸਾਬ ਨਾਲ ਉਸ ਮੁਲਕ ਤੋਂ ਹੁੰਦੀ ਹੈ, ਤੇ ਉਹੀ ਜਿਹੜੇ ਪਟਾਕੇ ਨੇ ਜਦੋਂ ਆਪਣੇ ਅੰਦਰ ਚੱਲਦੇ ਉਦੋਂ ਤਾਂ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਨਾ ਵੀ ਯਾਰ ਇਹ ਚੀਜ਼ ਚੰਗੀ ਨਹੀਂ। ਹੁਣ ਜੇ ਇਹ ਚੀਜ਼ਾਂ ਦੀ ਆਮ ਉਪਲਬਧਤਾ ਨਾ ਹੋਵੇ ਤੇ ਹੋ ਸਕਦਾ ਵੀ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਹਾਲਾਂਕਿ ਪ੍ਰਸ਼ਾਸਨ ਇਹ ਵੀ ਕਹਿੰਦਾ ਵੀ ਇਹ ਨਾਰਮਲ ਘਟਨਾ ਨਹੀਂ ਹੋ ਸਕਦੀ, ਹੋ ਸਕਦਾ ਵੀ ਇਹਦੇ ਵਿੱਚ ਕੋਈ ਨਾ ਕੋਈ ਟੈਰਰਿਸਟ ਲਿੰਕ ਵੀ ਹੋਵੇ, ਪਰ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੇ ਖਿਆਲ ਨਾਲ ਜਦੋਂ ਇਨਵੈਸਟੀਗੇਸ਼ਨ ਹੋਈ ਉਦੋਂ ਤੋਂ ਬਾਅਦ ਸਾਹਮਣੇ ਆ ਜਾਣੀ ਇਹ ਗੱਲ। ਜੀ ਬਿਲਕੁਲ ਸੰਧਾਲੀਆ ਸਾਹਿਬ, ਤੇ ਨਾਲ ਹੀ ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਤ ਸਾਹਿਬ ਜਿਹੜੇ ਨੇ, ਉਹਨਾਂ ਨੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਇੱਧਰਲੇ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਨਾਲ ਵੀ ਮੀਟਿੰਗ ਕੀਤੀ ਹੈ ਤੇ ਸੁਰੱਖਿਆ ਏਜੰਸੀਆਂ ਦੇ ਨਾਲ ਵੀ। ਤੇ ਫਿਰ ਉੱਥੇ ਉਹਨਾਂ ਨੇ ਕਿਹਾ, ਕਹਿੰਦੇ ਜੀ ਦੇਖੋ ਮੈਨੂੰ ਐਂ ਲੱਗਦਾ ਕਿ ਡਰੋਨ ਵੀ ਆਉਂਦੇ, ਹਥਿਆਰ ਵੀ ਆਉਂਦਾ, ਨਸ਼ਾ ਵੀ ਆਉਂਦਾ, ਨਸ਼ਾ ਪਹਿਲਾਂ ਸਕੂਲਾਂ ਕਾਲਜਾਂ 'ਚ ਜਾਂਦਾ, ਭਵਿੱਖ ਤਬਾਹ ਕਰ ਰਿਹਾ ਹੈ ਕਿਤੇ ਨਾ ਕਿਤੇ। ਕਹਿੰਦੇ ਜੀ ਕੇਂਦਰੀ ਏਜੰਸੀਆਂ ਤੇ ਸੂਬੇ ਦੀਆਂ ਏਜੰਸੀਆਂ ਦੇ ਵਿਚਾਲੇ ਤਾਲਮੇਲ ਦੀ ਘਾਟ ਹੈ, ਉਹ ਤਾਲਮੇਲ ਦਰੁਸਤ ਕੀਤਾ ਜਾਵੇ। ਰਾਜਪਾਲ ਸਾਹਿਬ ਦੀਆਂ ਗੱਲਾਂ ਬਹੁਤ ਸਹੀ ਨੇ, ਤਾਲਮੇਲ ਹੋਣਾ ਚਾਹੀਦਾ। ਨਸ਼ਾ ਤਾਂ ਹੈਗਾ, ਆਪਾਂ ਉਹ ਤੋਂ ਇਨਕਾਰ ਨਹੀਂ ਕਰ ਸਕਦੇ। ਪਹਿਲੀ ਵਾਰ ਕੋਈ ਗਵਰਨਰ ਸਾਹਿਬ ਇਸ ਤਰੀਕੇ ਦੇ ਨਾਲ ਸਰਗਰਮ ਦਿਸੇ ਆ, ਵਧੀਆ ਤਰੀਕੇ ਦੇ ਨਾਲ ਕੰਮ ਕਰਨ। ਹੋ ਸਕਦਾ ਕਿ ਉਹੀ, ਕਿਉਂਕਿ ਪੁਲ ਨੇ ਨਾ ਕੇਂਦਰ ਤੇ ਸੂਬੇ 'ਚ, ਤੇ ਜੇ ਉਹ ਸੱਚੀ ਮੁੱਚੀ ਪੁਲ ਬਣ ਕੇ ਇਧਰਲੇ ਪਾਸੇ ਨੂੰ ਕੰਮ ਕਰਨ, ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਜਾਂ ਸਰਹੱਦੀ ਇਲਾਕਿਆਂ ਦੇ ਵਿੱਚ ਫੈਕਟਰੀ ਕੋਈ ਨਹੀਂ, ਵਧੀਆ ਸਕੂਲ ਕਾਲਜ ਯੂਨੀਵਰਸਿਟੀ ਕੋਈ ਨਹੀਂ, ਰੁਜ਼ਗਾਰ ਦੀ ਘਾਟ ਬੜੀ ਹੈ। ਤੇ ਜਿਸ ਤਰੀਕੇ ਉਹਨਾਂ ਨੇ ਕਿਹਾ ਸੀ ਕਿ ਕੰਟਰੈਕਟ ਦੇ ਉੱਤੇ ਆਪਾਂ ਕਾਮੇ ਵੀ ਉੱਥੇ ਬੰਦੇ ਵੀ ਭਰਤੀ ਕਰਾਂਗੇ ਜਿਹੜੇ ਕਿ ਫੌਜ ਨਾਲ ਰਲ ਕੇ ਕੰਮ ਕਰਨਗੇ, ਹੋ ਸਕਦਾ ਕੁਝ ਲਾਭ ਹੋਵੇ। ਨਹੀਂ ਹੋਊਗਾ। ਬਾਕੀ ਇਹ ਤੇ ਇਤਰਾਜ਼ ਤਾਂ ਆਇਆ ਕਾਂਗਰਸ ਪਾਰਟੀ ਵੱਲੋਂ, ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ, ਉਹ ਕਹਿੰਦੇ ਵੀ ਦੇਖੋ ਆਹ ਜਿਹੜੀਆਂ ਗੱਲਾਂ ਠੀਕ ਨਹੀਂ, ਕਿਉਂਕਿ ਰਾਜਪਾਲ ਸਾਹਿਬ ਕਹਿੰਦੇ ਵੀ ਇਸ ਤੋਂ ਪਹਿਲਾਂ ਕਦੀ ਸਰਗਰਮ ਨਹੀਂ ਹੁੰਦੇ, ਸੂਬੇ ਦੇ ਜਿਹੜੀ ਚੁਣੀ ਹੋਈ ਸਰਕਾਰ ਉਹੀ ਕੰਮ ਕਰਦੀ ਆ, ਸੰਵਿਧਾਨਕ ਮੁਖੀ ਉਹ ਜ਼ਰੂਰ ਹੁੰਦੇ ਆ, ਤੇ ਆਹ ਜਿਸ ਹਿਸਾਬ ਨਾਲ ਚੁਣੀ ਹੋਈ ਸਰਕਾਰ ਦੇ ਦੌਰਾਨ ਉਹ ਆਪਣੇ ਤੌਰ ਤੇ ਇੱਕ ਵੱਖਰੀ ਸਰਕਾਰ ਚਲਾਉਣ ਲੱਗ ਪਏ ਆ ਵੀ ਇਹ ਠੀਕ ਨਹੀਂ, ਸਾਨੂੰ ਇਹ 'ਤੇ ਇਤਰਾਜ਼ ਆ। ਪਰ ਦੂਜੇ ਪਾਸੇ ਰਾਜਪਾਲ ਸਾਹਿਬ ਨੇ ਵੀ ਜਵਾਬ ਦਿੱਤਾ, ਉਹ ਕਹਿੰਦੇ ਮੈਂ ਸੰਵਿਧਾਨਕ ਮੁਖੀ ਹਾਂ, ਮੇਰਾ ਰਾਜਨੀਤੀ ਨਾਲ ਲੈਣਾ ਦੇਣਾ ਕੋਈ ਨਹੀਂ। ਹਾਂ ਸਟੇਟ ਮੇਰੇ ਅੰਡਰ ਆਉਂਦਾ, ਸਟੇਟ ਦੇ ਕਿਉਂਕਿ ਬਾਰਡਰ ਸਟੇਟ ਆ, ਉੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੇਂਦਰ ਸਰਕਾਰ ਦੇ ਅੰਡਰ ਨੇ ਤੇ ਸਿੱਧੀ ਕੋਈ ਨਾ ਕੋਈ ਜਵਾਬਦੇਹੀ ਤੇ ਹੁੰਦੀ ਹੈ। ਹੁਣ ਜੇ ਅਗਲਿਆਂ ਨੇ ਕਿਹਾ ਵੀ ਲੋਕਲ ਤੌਰ ਤੇ ਤੁਸੀਂ ਆਹ ਚੀਜ਼ ਦੇਖ ਕੇ ਉੱਥੇ ਲੋਕਾਂ ਨੂੰ ਜੇ ਕੋਈ ਤਕਲੀਫ ਹੈ ਤਾਂ ਉਹਦਾ ਹੱਲ ਕਰ ਦਿਓ, ਤੇ ਮੈਂ ਉਹ ਹੱਲ ਕਰ ਰਿਹਾ, ਇਹਦੇ 'ਚ ਕਿਸੇ ਨੂੰ ਇਤਰਾਜ਼ ਕੀ ਹੈ? ਦੇਖੋ ਸੰਧਾਲੀਆ ਸਾਹਿਬ, ਜੇ ਤਾਂ ਰਾਜਪਾਲ ਸਾਹਿਬ ਬਹੁਤ ਨੇਕ ਨੀਤੀ ਨਾਲ ਕਰ ਰਹੇ ਆ ਤੇ ਬਹੁਤਾ ਇਤਰਾਜ਼ ਹੋਣਾ ਨਹੀਂ ਚਾਹੀਦਾ। ਬਾਕੀ ਭਗਵੰਤ ਮਾਨ ਸਾਹਿਬ, ਬਾਜਵਾ ਸਾਹਿਬ, ਸੁਖਬੀਰ ਸਿੰਘ ਬਾਦਲ ਸਾਹਿਬ ਵੱਡੀਆਂ ਪਾਰਟੀਆਂ ਦੇ ਲੀਡਰ ਨੇ, ਉਹ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਣ ਕਿ ਤੁਸੀਂ ਆਪਸ 'ਚ ਲੜਦੇ ਹੋ, ਤੁਸੀਂ ਇੱਕ ਦੂਜੇ ਨੂੰ ਸੁਝਾਅ ਨਹੀਂ ਦਿੰਦੇ, ਕਿਉਂਕਿ ਤੁਸੀਂ ਲੂਪ ਹੋਲ ਕੋਈ ਕਮਜ਼ੋਰੀ ਛੱਡੋ ਹੀ ਨਾ ਕਿ ਬਾਰਡਰ ਵਾਲੇ ਇਲਾਕੇ ਦੇ ਵਿੱਚ ਨਸ਼ਾ, ਹਥਿਆਰ, ਜੇਬ ਉਹ ਇਦਾਂ ਦੀਆਂ ਚੀਜ਼ਾਂ ਕਿ ਅਗਲੇ ਨੂੰ ਦੌਰਾ ਕਰਨ ਦਾ ਮੌਕਾ ਹੀ ਨਾ ਮਿਲੇ। ਜੇ ਤੁਸੀਂ ਕਮਜ਼ੋਰੀ ਨਹੀਂ ਛੱਡੋਗੇ, ਆਪਸ 'ਚ ਰਲ ਕੇ ਚੱਲੋਗੇ, ਫਿਰ ਹੋ ਸਕਦਾ ਕੇਂਦਰ ਦਾ ਪ੍ਰਭਾਵ ਘਟੇ। ਜੇ ਤੁਸੀਂ ਆਪਸ 'ਚ ਲੜਦੇ ਰਿਹਾ, ਪ੍ਰਭਾਵ ਅਗਲਿਆਂ ਦਾ ਵੱਧ ਗਿਆ, ਰਾਜ ਕਿੱਥੇ ਕਰੋਗੇ? ਹਾਂ, ਸੋ ਕੁਰਸੀ ਬਚਾ ਕੇ ਰੱਖਣੀ ਹੈ ਜੀ, ਤੇ ਕੁਰਸੀ ਦੇ ਲਈ ਥੋੜਾ ਜੁੜਨਾ ਵੀ ਪੈਣਾ ਜੀ। ਚੱਲੀਏ ਹੁਣ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।